ਚੈਨਲ ਪੰਜਾਬ ਸਾਥ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਾਹਿਤਕ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ। ਅੱਜ ਸਾਡੇ ਨਾਲ ਪ੍ਰੋਫੈਸਰ ਗੁਰਦੀਪ ਸਿੰਘ ਜੀ ਮੌਜੂਦ ਨੇ, ਜਿਹੜੇ ਕਿ ਪੰਜਾਬ ਦੇ ਇੱਕ ਉੱਘੇ ਆਲੋਚਕ ਨੇ ਤੇ ਇੱਕ ਨਾਮੀ ਲੇਖਕ ਵੀ ਨੇ। ਪਰ ਅੱਜ ਅਸੀਂ ਜਿਹੜੀ ਇਹਨਾਂ ਨਾਲ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਪੰਜਾਬੀ ਸਾਹਿਤ ਦੀ ਆਲੋਚਨਾ ਵਿਧੀ ਤੇ। ਤਾਂ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਗੁਰਦੀਪ ਸਿੰਘ ਜੀ ਦਾ। ਧੰਨਵਾਦ ਮੇਵਾ ਸਿੰਘ ਜੀ। ਪੰਜਾਬ ਸੱਤ ਚੈਨਲ ਨੂੰ ਜੀ ਆਇਆਂ ਕਹਿੰਦੇ ਅਸੀਂ ਧੰਨਵਾਦ ਕਰਦੇ ਹਾਂ। ਤਾਂ ਪ੍ਰੋਫੈਸਰ ਸਾਹਿਬ, ਜਿਵੇਂ ਕਿ ਆਪਾਂ ਨੇ ਦੱਸਿਆ ਕਿ ਆਪਾਂ ਨੇ ਅੱਜ ਆਲੋਚਨਾ ਵਿਧੀ ਤੇ ਗੱਲ ਕਰਨੀ ਹੈ, ਹਾਂਜੀ, ਤਾਂ ਇਹ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਸਾਨੂੰ ਇੰਨਾ ਕੁ ਦੱਸੋ ਕਿ ਪੰਜਾਬੀ ਸਾਹਿਤ ਦਾ ਜਿਹੜਾ ਅਜੋਕਾ ਦ੍ਰਿਸ਼ ਹੈ ਉਹ ਕੀ ਹੈ। ਪੰਜਾਬੀ ਸਾਹਿਤ ਬਾਰੇ ਜਦੋਂ ਅਸੀਂ ਹੁਣ ਦੇ ਦੌਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦਾ ਸਮਕਾਲ ਕੀ ਹੈ, ਕਿਹੜੀਆਂ ਵਿਧਾਵਾਂ, ਕਿਹੜੇ ਲੇਖਕ ਸਰਗਰਮ ਨੇ, ਕਿਹੜੇ ਖਿਆਲ, ਕਿਹੜੀਆਂ ਵਿਧੀਆਂ ਸਾਡੇ ਕੋਲ ਇਸਟੈਬਲਿਸ਼ ਨੇ, ਤਾਂ ਬਹੁਤ ਲੰਮਾ ਚੌੜਾ ਸਵਾਲ ਦਾ ਇਸ ਦਾ ਉੱਤਰ ਬਣਦਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਸਾਹਿਤ ਦਾ ਸਮਕਾਲ ਕੀ ਹੈ, ਤਾਂ ਮੈਨੂੰ ਅਕਸਰ ਲੱਗਦਾ ਹੁੰਦਾ ਹੈ ਕਿ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਮਕਾਲ ਹੈ ਕੀ ਹੈ। ਜਦੋਂ ਅਸੀਂ ਕਿਸੇ ਵੀ ਗੱਲ ਨੂੰ ਗੱਲ ਕਰਦੇ ਹਾਂ ਕਿ ਕੋਈ ਵੀ ਸਮਾਂ ਕਿਸੇ ਕਾਲ ਦੇ ਵਿੱਚ ਜਦੋਂ ਅਸੀਂ ਵੰਡ ਲੈਂਦੇ ਹਾਂ ਕਿ ਅਸੀਂ ਟਾਈਮ ਪੀਰੀਅਡ ਨਿਸ਼ਚਿਤ ਕਰ ਦਿੰਦੇ ਹਾਂ ਵੀ ਇੱਕ ਆਹ ਕਾਲ ਹੈ, ਇਹਦਾ ਇੱਕ ਸਮਕਾਲ ਬਣ ਜਾਂਦਾ। ਤਾਂ ਮੈਨੂੰ ਲੱਗਦਾ ਕਿ ਇਸ ਬਾਰੇ ਅੱਜ ਦੇ ਦੌਰ ਦੇ ਵਿੱਚ ਕਹਾਣੀ ਬਹੁਤ ਲਿਖੀ ਜਾ ਰਹੀ ਹੈ, ਨਾਵਲ ਬਹੁਤ ਲਿਖੇ ਜਾ ਰਹੇ ਨੇ, ਕਵਿਤਾ ਬਹੁਤ ਧੜਾ ਆ ਰਹੀ ਹੈ, ਸਾਡੇ ਕੋਲੇ ਵਾਰਤਕ ਦੀਆਂ ਕੁਛ ਕਿਤਾਬਾਂ ਆ ਰਹੀਆਂ ਨੇ। ਤਾਂ ਸਮਕਾਲੀ ਸਾਹਿਤ ਜਿਹੜਾ ਦ੍ਰਿਸ਼ ਕਿਤੇ ਨਾ ਕਿਤੇ ਬਣਦਾ, ਉਹ ਇਹ ਬਣਦਾ ਹੈ ਕਿ ਇਸ ਦੌਰ ਦੇ ਵਿੱਚ ਜਿਹੜੀਆਂ ਪ੍ਰਤੀਬੱਧ ਕਿਸਮ ਦੀਆਂ ਰਚਨਾਵਾਂ ਨੇ ਉਹਨਾਂ ਨੂੰ ਇੱਕ ਤਰੀਕੇ ਨਾਲ ਇਸਟੈਬਲਿਸ਼ ਕੀਤਾ ਜਾ ਰਿਹਾ। ਉਹਦੇ ਪੈਰਲਲ ਜਿਹੜੀਆਂ ਕੁਛ ਉਹਨਾਂ ਵਿਚਾਰਧਾਰਾਵਾਂ ਤੋਂ ਹਟਵੀਆਂ ਕਿਤਾਬਾਂ ਆ ਰਹੀਆਂ ਨੇ ਉਹਨਾਂ ਨੂੰ ਬਾਰ-ਬਾਰ ਨਗੇਟ ਕੀਤਾ ਜਾ ਰਿਹਾ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਕਹਾਣੀ, ਪੰਜਾਬੀ ਨਾਵਲ, ਇਸੇ ਦੌਰ ਦੇ ਵਿੱਚ ਸਾਡੇ ਕੋਲ ਜਸਬੀਰ ਮੰਡ ਵਰਗੇ ਬੰਦੇ ਨੇ ਜਿਹੜੇ ਆਖਰੀ ਬਾਬੇ ਨਾਵਲ ਲਿਖਦੇ ਨੇ, ਬੋਲ ਮਰਦਾਨਾ ਨਾਵਲ ਲਿਖਦੇ ਨੇ। ਇਸੇ ਦੌਰ ਦੇ ਵਿੱਚ ਹੀ ਨਾਵਲ ਦੇ ਵਿੱਚ ਸਾਡੇ ਕੋਲ ਮਨਮੋਹਨ ਦਾ ਨਾਵਲ ਆਉਂਦਾ ਹੈ, ਇਸੇ ਦੌਰ ਦੇ ਵਿੱਚ ਹੀ ਸੁਖਦੇਵ ਸਿੰਘ ਮਾਨ ਦਾ ਨਾਵਲ ਆਉਂਦਾ ਹੈ, ਜਾਂ ਹੋਰ ਵੱਡੇ ਨਾਵਲ ਵੀ ਨੇ ਜਿਹੜੇ ਸਾਰੇ ਕਾਸੇ ਤੋਂ ਹਟ ਕੇ ਲਿਖੇ ਜਾ ਰਹੇ। ਮੈਨੂੰ ਲੱਗਦਾ ਕਿ ਸਮਕਾਲ ਦੀਆਂ ਜਿੰਨੀਆਂ ਵੀ ਸਥਿਤੀਆਂ ਨੇ ਉਹਨਾਂ ਦੀ ਗੰਭੀਰਤਾ ਨੂੰ ਬਹੁਤ ਬਰੀਕੀ ਨਾਲ, ਬੜੀ ਸੂਖਮਤਾ ਨਾਲ ਸਮਝਦੇ ਨੇ। ਜਦੋਂ ਅਸੀਂ ਕਹਾਣੀ ਦੇ ਪੱਖ ਤੋਂ ਵੇਖਦੇ ਹਾਂ, ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਸਾਡੇ ਸਮਕਾਲ ਦੇ ਵਿੱਚ ਸਾਰੀਆਂ ਹੀ ਵਿਧਾਵਾਂ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਸੰਕਟ ਦੇ ਵਿੱਚੋਂ ਨਿਕਲ ਰਹੀਆਂ ਨੇ, ਕਿਉਂਕਿ ਖਿਆਲ ਦਾ ਵਾਰ-ਵਾਰ ਦੁਹਰਾ ਰਿਹਾ, ਗੱਲਾਂ ਦਾ ਵਾਰ-ਵਾਰ ਦੁਹਰਾ ਰਿਹਾ। ਅਤੇ ਬੜੀ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਕਹਾਣੀ ਨੂੰ, ਕਿਸੇ ਲਿਟਰੇਚਰ ਨੂੰ ਬਰੀਕੀਆਂ ਦੀ ਸਮਝ ਹੋਣੀ ਚਾਹੀਦੀ ਆ। ਸਾਡੇ ਸਾਹਿਤਕਾਰ ਬੜੇ ਮੈਨੂਫੈਕਚਰਡ ਤਰੀਕੇ ਨਾਲ ਆਰਕੀਟੈਕਟ ਦੇ ਰੂਪ ਦੇ ਵਿੱਚ ਸਾਰੇ ਮਸਲਿਆਂ ਨੂੰ ਵੇਖ ਰਹੇ ਨੇ, ਜਿੱਥੇ ਬਹੁਤ ਸਾਰੀਆਂ ਸਮੱਸਿਆਵਾਂ ਕਹਾਣੀ ਦੇ ਸਾਹਮਣੇ ਵੀ ਨੇ, ਕਵਿਤਾ ਦੇ ਸਾਹਮਣੇ ਵੀ ਨੇ। ਵਾਰ-ਵਾਰ ਸਵਾਲ ਉੱਠਦਾ ਹੈ ਕਿ ਕਵਿਤਾ ਅਤੇ ਵਾਰਤਕ ਦਾ ਰਲੇਵਾਂ ਬਹੁਤ ਹੈ। ਪਰ ਇਹਨਾਂ ਸਾਰੇ ਕਿਸਮ ਨੂੰ ਜੇ ਅਸੀਂ ਛੱਡ ਵੀ ਲੈਂਦੇ ਹਾਂ ਤਾਂ ਸਮਕਾਲੀ ਸਾਹਿਤ ਦਾ ਜਿਹੜਾ ਦ੍ਰਿਸ਼ ਬਣਦਾ, ਉਹਦਾ ਜਿਹੜਾ ਕੋਲਾਜ ਬਣਦਾ, ਉਹਦੇ ਵਿੱਚ ਵਾਰਤਕ ਵੀ ਸੋਹਣੀ ਆ ਰਹੀ ਹੈ। ਕੁਛ ਕਿਤਾਬਾਂ ਕਵਿਤਾ ਦੀਆਂ ਬੜੀਆਂ ਸੋਹਣੀਆਂ ਕਿਤਾਬਾਂ, ਪਿਛਲੇ ਦਿਨੀ ਰਾਹਕ ਕਿਤਾਬ ਆਈ ਹੈ, ਕਸੀਦ ਕਿਤਾਬ ਆਈ ਹੈ, ਲਿਪਸਟਿਕ ਹੇਠਲਾ ਜ਼ਖਮ ਕਿਤਾਬ ਆਉਂਦੀ ਹੈ, ਜਾਂ ਹਰੇ ਰੰਗ ਦੀ ਕਵਿਤਾ ਆਉਂਦੀ ਹੈ। ਜਦੋਂ ਅਸੀਂ ਨਾਵਲ ਦੀ ਗੱਲ ਕਰਦੇ ਹਾਂ ਤਾਂ ਮੈਂ ਪਿੱਛੇ ਪਹਿਲਾਂ ਵੀ ਕਿਹਾ ਕਿ ਜਿਵੇਂ ਕੋਵਿਡ ਦੇ ਦੌਰਾਨ ਸਾਡੇ ਕੋਲ ਬਹੁਤ ਕਮਾਲ ਦਾ ਨਾਵਲ ਆਉਂਦਾ ਹੈ ਗੁਰਮੀਤ ਕੜਿਆਲਵੀ ਦਾ ਉਹ 21 ਦਿਨ। ਜਾਂ ਜਦੋਂ ਅਸੀਂ ਕਹਾਣੀ ਦੀ ਗੱਲ ਕਰਦੇ ਹਾਂ, ਸਾਡੇ ਕੋਲ ਪਿਛਲੇ ਸਾਲ 4-5 ਕਹਾਣੀ ਸੰਗ੍ਰਹਿ ਬਹੁਤ ਚਰਚਿਤ ਰਹਿੰਦੇ ਨੇ, ਜਿਹਦੇ ਵਿੱਚ ਗੁਰਮੀਤ ਕੜਿਆਲਵੀ ਜਿਹੜਾ ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੀ ਜਿਹੜਾ ਹੇਠਲੇ ਸ਼੍ਰੇਣੀ ਦੇ ਲੋਕ ਨੇ ਉਹਨਾਂ ਨੂੰ ਫੜਨ ਦਾ, ਸੁਖਪਾਲ ਥਿੰਦ ਦੀ ਕਿਤਾਬ ਆਉਂਦੀ ਜਿਹੜੀ ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ ਬੜੇ ਕਮਾਲ ਦੇ ਤਰੀਕੇ ਨਾਲ ਫੜਦੀ ਹੈ। ਸਰਗੀ ਨੇ ਔਰਤ ਮਨ ਦੀਆਂ ਭਾਵਨਾਵਾਂ ਨੂੰ ਬੜੇ ਬਰੀਕੀ ਦੇ ਨਾਲ ਫੜਨ ਦੀ ਕੋਸ਼ਿਸ਼ ਕਰੀ ਹੈ। ਰਾਣਾ ਸਾਡੇ ਕੋਲ ਹੈ, ਸਾਡੇ ਕੋਲ ਹੋਰ ਇਸ ਤਰ੍ਹਾਂ ਦੇ ਮਾਧੋਪੁਰੀ ਦਾ ਨਾਵਲ ਆਉਂਦਾ, ਜਾਂ ਪਾਕਿਸਤਾਨ ਦੇ ਵਿੱਚ ਨੈਣ ਸੁੱਖ ਦੀ ਕਿਤਾਬ ਆਉਂਦੀ ਹੈ, ਜਾਂ ਸੁਖਜੀਤ ਵੀ ਆਉਂਦਾ ਸਾਡੇ ਕੋਲ। ਇਹ ਇਸ ਪੱਖ ਤੋਂ ਮੈਨੂੰ ਲੱਗਦਾ ਕਿ ਕਹਾਣੀ ਅਗਾਂਹ ਤੁਰ ਰਹੀ ਹੈ। ਪਰ ਅਗਾਂਹ ਚਲੋ ਅਗਲੇ ਸਵਾਲਾਂ ਦੇ ਵਿੱਚ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ। ਵਾਰਤਕ ਦੇ ਵਿੱਚ ਇੱਕ ਖੜੋਤ ਆਈ ਹੋਈ ਹੈ। ਮੈਨੂੰ ਪਿਛਲੇ ਸਾਲਾਂ ਤੋਂ ਮੈਂ ਵੇਖ ਰਿਹਾ ਕਪੂਰ ਸਾਹਿਬ ਨੂੰ ਪੜ੍ਹ ਰਹੇ ਹਾਂ ਅਸੀਂ, ਵਾਰ-ਵਾਰ ਹਰਪਾਲ ਸਿੰਘ ਪੰਨੂ ਨੂੰ ਪੜ੍ਹ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਨਵੇਂ ਦੌਰ ਦੇ ਵਿੱਚ ਜਿਸ ਤਰ੍ਹਾਂ ਦੇ ਸਵਾਲ ਨੇ ਨਵੇਂ ਦੌਰ ਦੇ, ਖਾਸ ਕਰਕੇ ਕਿਸਾਨੀ ਦੇ ਮਸਲੇ ਬਾਰੇ, ਉਹ ਵਾਰਤਕ ਜਿਸ ਤਰ੍ਹਾਂ ਦੀ ਚਿੰਤਨੀ ਵਾਰਤਕ ਸਾਡੇ ਕੋਲ ਹੋਣੀ ਚਾਹੀਦੀ ਹੈ। ਕਾਲੀ ਕਦੇ ਟਿੱਪਣੀ ਕਰਦਾ ਹੈ, ਜਾਂ ਸਾਹਿਬ ਸਿੰਘ ਕਦੇ ਟਿੱਪਣੀਆਂ ਕਰਦਾ ਹੈ, ਪਾਲੀ ਭੁਪਿੰਦਰ ਕਿਤੇ ਨਾ ਕਿਤੇ ਟਿੱਪਣੀਆਂ ਕਰਦਾ। ਉਸ ਤਰ੍ਹਾਂ ਦੀ ਵਾਰਤਕ ਦੀ ਮੈਨੂੰ ਲੱਗਦਾ ਕਿ ਇੱਕ ਲੇਅਰ ਦੀ ਸਾਨੂੰ ਜ਼ਰੂਰਤ ਹੈਗੀ ਹੈ, ਜਿਹੜੀ ਬਣਨੀ ਚਾਹੀਦੀ ਹੈ। ਕਵਿਤਾ, ਵਾਰਤਕ, ਨਾਵਲ, ਕਹਾਣੀ, ਸਾਰੀਆਂ ਵਿਧਾਵਾਂ
ਮਿੰਨੀ ਕਹਾਣੀ ਈਵਨ ਕਿ ਲਘੂ ਕਥਾ ਪਿਛਲੇ ਕਿਸਾਨੀ ਜੀਵਨ ਬਾਰੇ ਬਹੁਤ ਲਿਖੀ ਹੈ, ਚੱਲ ਰਹੀ ਹੈ। ਪਰ ਸਮਕਾਲ ਦਾ ਜਿਹੜਾ ਦ੍ਰਿਸ਼ ਮੈਨੂੰ ਬਹੁਤਾ ਸੁਨਹਿਰਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਅਨੁਵਾਦ ਬਹੁਤ ਆ ਰਿਹਾ, ਤਾਂ ਅਨੁਵਾਦ ਦਾ ਇੱਕ ਆਪਣੀ ਤਰ੍ਹਾਂ ਦਾ ਹਿਸਾਬ ਕਿਤਾਬ ਬਣਦਾ। ਤਾਂ ਸਮਕਾਲੀ ਦ੍ਰਿਸ਼ ਦੇ ਵਿੱਚ ਦਰਸ਼ਨ ਜੋਗੇ ਦੀਆਂ ਕਹਾਣੀਆਂ ਤੁਸੀਂ ਪੜ੍ਹੋ, ਮੈਨੂੰ ਲੱਗਦਾ ਕਿ ਇੱਕ ਵੱਖਰੀ ਕਲਚਰ ਨੂੰ, ਜੇਕਰ ਪੰਜਾਬ ਦੇ ਪਿੰਡ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਕਿਤਾਬ ਮੁੱਕਦੀ ਗੱਲ ਨੂੰ ਸਾਨੂੰ ਪੜ੍ਹ ਲੈਣਾ ਚਾਹੀਦਾ। ਜਾਂ ਸਾਨੂੰ ਨਾਵਲ ਹੋਰ ਵੀ ਬੜੇ, ਸੁਖਜੀਤ ਦੀ ਕਹਾਣੀ ਪਿਛਲੇ ਸਮਿਆਂ ਦੇ ਵਿੱਚ ਬਹੁਤ ਮਕਬੂਲ ਹੋਈ, ਖੰਜੂਰਾਂ, ਉਹਨੂੰ ਪੜ੍ਹ ਲੈਣਾ ਚਾਹੀਦਾ ਸਾਨੂੰ। ਤਾਂ ਸਮਕਾਲ ਦੇ ਜਿਹੜੇ ਮੁੱਦੇ ਨੇ, ਸਮਕਾਲ ਦੇ ਮੁੱਦਿਆਂ ਨੂੰ ਪੰਜਾਬੀ ਦੀ ਕਹਾਣੀ ਵੀ ਮੁਖਾਤਬ ਹੋ ਰਹੀ ਹੈ। ਤਨਵੀਰ ਦੀ ਕਵਿਤਾ ਨੂੰ ਪੜ੍ਹ ਲਓ ਤੁਸੀਂ, ਨਾਵਲ ਵੀ ਮੁਖਾਤਬ ਹੋ ਰਿਹਾ, ਵਾਰਤਕ ਵੀ ਮੁਖਾਤਬ ਹੋ ਰਹੀ ਆ, ਕਿਉਂਕਿ ਸਾਡੇ ਸਵਾਲ ਇੱਕ ਨੇ। ਮੈਨੂੰ ਲੱਗਦਾ ਕਿ ਸਮਕਾਲ ਦਾ ਸਵਾਲ ਹੀ ਬਹੁਤ ਵੱਡਾ ਹੈ ਕਿ ਪੰਜਾਬ ਦੀ ਕਿਸਾਨੀ ਕਿਸ ਤਰ੍ਹਾਂ ਦੀ ਹੈ, ਪੰਜਾਬ ਦਾ ਯੂਥ ਕਿੱਧਰ ਨੂੰ ਜਾ ਰਿਹਾ। ਬਹੁਤ ਸਾਰੇ ਹੋਰ ਸਵਾਲ ਨੇ, ਸਮਕਾਲ ਦਾ ਸਿਆਸੀ ਦ੍ਰਿਸ਼ ਕੀ ਹੈ। ਇਹਨਾਂ ਸਾਰੇ ਦ੍ਰਿਸ਼ਾਂ ਨੂੰ ਸਾਰੀਆਂ ਵਿਧਾਵਾਂ ਆਪਣੇ ਆਪਣੇ ਤਰੀਕੇ ਨਾਲ ਫੜ ਰਹੀਆਂ ਨੇ। ਠੀਕ ਹੈ। ਅੱਛਾ, ਇੱਕ ਤੁਸੀਂ ਜਿਹੜਾ ਪੰਜਾਬ ਦਾ ਹੁਣ ਸਾਹਿਤ ਚੱਲ ਰਿਹਾ, ਉਹਦੇ 'ਚ ਤੁਸੀਂ ਹਮੇਸ਼ਾ ਇੱਕ ਟਰੈਂਡਿੰਗ ਟਰੈਪ ਦੀ ਗੱਲ ਕੀਤੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬੜਾ ਗੰਭੀਰ ਸਵਾਲ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ 3-4 ਪੋਸਟਾਂ ਇਸ ਸੰਦਰਭ ਦੇ ਵਿੱਚ ਫੇਸਬੁੱਕ 'ਤੇ ਪਾਈਆਂ। ਟਰੈਂਡਿੰਗ ਟਰੈਪ ਦੀ ਜਿਹੜੀ ਟਰਮ ਮੈਨੂੰ ਲੱਗਦਾ ਕਿ ਨਵੀਂ ਤਾਂ ਨਹੀਂ ਹੋਣੀ, ਇਹ ਪਹਿਲਾਂ ਵੀ, ਪਰ ਇਹਨੂੰ ਮੈਂ ਇੱਕ ਵੱਖਰੇ ਤਰੀਕੇ ਨਾਲ ਲਿਆਉਣ ਦੀ ਕੋਸ਼ਿਸ਼ ਪੰਜਾਬੀ ਦੇ ਵਿੱਚ ਕੀਤੀ ਹੈ। ਟਰੈਂਡਿੰਗ ਟਰੈਪ ਦੇ ਵਿੱਚ ਸਾਡੇ ਪੰਜਾਬੀ ਦੇ ਬਹੁਤ ਸਾਰੇ ਲੇਖਕ ਫਸਦੇ ਨੇ, ਕਿਉਂਕਿ ਜਿਹੜਾ ਟਰੈਂਡ ਚੱਲ ਰਿਹਾ ਸਾਡੇ ਕੋਲੇ, ਮੈਨੂੰ ਈਵਨ ਕਿ ਸੁਖਵਿੰਦਰ ਅੰਮ੍ਰਿਤ ਵਰਗੀ ਪੋਇਟ ਵੀ ਜਦੋਂ ਆਪਣੀ ਬਹੁਤ ਗੰਭੀਰਤਾ ਵਾਲੀ ਲਾਈਨ ਛੱਡ ਕੇ ਚਿੱਟੇ ਬਾਰੇ ਸ਼ੇਅਰ ਕਹਿੰਦੀ ਹੈ, ਜਾਂ ਪੰਜਾਬੀ ਦੇ ਵੱਡੇ ਕਹਾਣੀਕਾਰ ਜਿਨ੍ਹਾਂ ਦੀ ਉਸ ਪਾਸੇ ਉਹਨਾਂ ਦਾ ਅਨੁਭਵ ਨਹੀਂ ਹੈ, ਅਨੁਭਵ ਤੋਂ ਟੁੱਟ ਕੇ ਪਿਛਲੇ ਸਾਲਾਂ ਦੇ ਵਿੱਚ ਕਿਸਾਨੀ ਬਾਰੇ ਬਹੁਤ ਕੁਛ ਲਿਖਿਆ ਗਿਆ। ਜਿੱਥੋਂ ਮੈਨੂੰ ਗੱਲ ਸਮਝ ਆਈ, ਇਹ ਕਿਸਾਨੀ ਬਾਰੇ ਕਵਿਤਾ ਬਹੁਤ ਆਈ। 2-3 ਕਿਤਾਬਾਂ ਪੜ੍ਹਨ ਦੀ ਮੇਰੀ ਫੇਸਬੁੱਕ 'ਤੇ ਬਹੁਤ ਜ਼ਿਆਦਾ ਕਵਿਤਾ ਪੜ੍ਹੀ। 1-2 ਨਾਟਕ ਵੀ ਮੈਨੂੰ ਵੇਖਣ ਦਾ ਹੀ ਮੌਕਾ ਮਿਲਿਆ, ਅਤੇ ਮੈਂ ਪੜ੍ਹੇ ਵੀ ਬੜੀ ਗੰਭੀਰਤਾ ਨਾਲ। ਮੈਨੂੰ ਲੱਗਦਾ ਕਿ ਸਟੇਟ ਦਾ ਇੱਕ ਟਰੈਂਡ ਹੁੰਦਾ, ਸਟੇਟ ਇੱਕ ਟਰੈਂਡ ਸਿਰਜਦੀ ਹੈ। ਤਾਂ ਸਟੇਟ ਦੇ ਵਿੱਚ ਜਿਹੜੀ ਹਿੰਸਾ, ਖਾਸ ਕਰਕੇ ਸਟੇਟ ਦੀ ਹਿੰਸਾ ਦਿਸਦੀ ਘੱਟ ਹੁੰਦੀ ਹੈ, ਅਣਦਿਸਦੀ ਵੱਧ ਹੁੰਦੀ ਹੈ। ਵਿਚਾਰਧਾਰਾਵਾਂ ਦੇ ਬਹੁਤ ਮਸਲੇ ਹੁੰਦੇ ਨੇ ਇੱਥੇ। ਸਾਨੂੰ ਸਮਝਣੀ ਇੱਕ ਗੱਲ ਪਊਗੀ ਕਿ ਜਿਹੜੀਆਂ ਵਿਚਾਰਧਾਰਾਵਾਂ ਨੇ, ਧਿਰਾਂ ਨੇ, ਖਾਸ ਕਰਕੇ ਸਾਹਿਤ ਦੇ ਵਿੱਚ ਹੋਣ, ਭਾਵੇਂ ਸਿਆਸਤ ਦੇ ਵਿੱਚ ਹੋਣ, ਭਾਵੇਂ ਸਮਾਜ ਦੇ ਵਿੱਚ ਹੋਣ, ਇੱਕ ਧਿਰ ਨੂੰ ਲੱਗਦਾ ਕਿ ਇਹ ਟਰੈਂਡ ਬਹੁਤ ਖਤਰਨਾਕ ਹੈ, ਇਸ ਟਰੈਂਡ ਦੇ ਵਿੱਚ ਇਹ ਬੰਦੇ ਫਸ ਰਹੇ ਨੇ। ਜਿਵੇਂ ਪਿਛਲੇ ਦਿਨੀ ਕਿਸਾਨੀ ਸੰਘਰਸ਼ ਬਾਰੇ ਇੱਕ ਦੀਪ ਸਿੱਧੂ ਦਾ ਧਿਰ ਬਣਦੀ ਹੈ, ਇੱਕ ਯੂਨੀਅਨਾਂ ਦੀ ਧਿਰ ਬਣਦੀ ਹੈ, ਇੱਕ ਬਾਕੀ ਦੇ ਪੋਲੀਟੀਕਲ ਲੋਕਾਂ ਦੀ ਧਿਰ ਬਣਦੀ ਹੈ। ਉਹ ਦੂਜੀ ਧਿਰ ਨੂੰ ਲੱਗਦਾ ਕਿ ਇਹ ਟਰੈਂਡ ਬਹੁਤ ਖਤਰਨਾਕ ਹੈ, ਇਹਦੇ ਵਿੱਚ ਬਹੁਤ ਸਾਰੇ ਲੋਕ ਫਸ ਰਹੇ ਨੇ। ਮਤਲਬ ਕਿ ਲਿਟਰੇਚਰ ਵਾਲੇ ਬੰਦੇ ਨੇ, ਸਿਰਜਕ ਨੇ, ਇਹ ਸਾਰੇ ਮਸਲਿਆਂ ਨੂੰ ਦੇਖਣਾ ਹੁੰਦਾ ਕਿ ਸਟੇਟ ਕੀ ਕਰ ਰਹੀ ਹੈ, ਕਿਵੇਂ ਕਰ ਰਹੀ ਹੈ। ਫੂਕੋ ਜਿਹੜੀਆਂ ਗੱਲਾਂ ਕਰਦਾ, ਖਾਸ ਕਰਕੇ ਸੱਤਾ ਦੇ ਪ੍ਰਵਚਨ ਦੀਆਂ, ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਜਦੋਂ ਅਸੀਂ ਪਿਤਰੀ ਸੱਤਾ ਦੀ ਗੱਲ ਪੰਜਾਬੀ ਦੀਆਂ ਲੇਖਕਾਵਾਂ ਕਰਦੀਆਂ ਨੇ, ਖਾਸ ਕਰਕੇ ਨਾਰੀ ਲੇਖਕਾਵਾਂ ਕਰਦੀਆਂ ਨੇ, ਤਾਂ ਪਿਤਰਕੀ ਸੱਤਾ ਦਾ ਵਿਰੋਧ ਕਰਦੀਆਂ ਉਹ ਪਿਤਰਕੀ ਸੱਤਾ ਦੀ ਗੱਲ ਆਪਣੇ ਤਰੀਕੇ ਨਾਲ ਕਵਿਤਾ ਕਹਾਣੀ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੰਦੀਆਂ ਨੇ। ਬਹੁਤ ਸਾਰੇ ਹਵਾਲੇ ਵੀ ਦੇਣੇ ਹੁਣ ਮੈਂ ਇੱਥੇ ਦਿੱਤੇ ਜਾ ਸਕਦੇ ਨੇ, ਪਰ ਮੈਨੂੰ ਲੱਗਦਾ ਕਿ ਹਵਾਲਿਆਂ ਦੀ ਬਜਾਏ ਜੇ ਅਸੀਂ ਸਮੁੱਚੇ ਰੂਪ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਸਾਰੇ ਟਰੈਂਡ ਨੇ ਪੰਜਾਬੀ ਲਿਟਰੇਚਰ ਦੇ। ਖਾਸ ਕਰਕੇ ਕਿਸਾਨੀ ਹੈ, ਖਾਸ ਕਰਕੇ ਇੱਕ ਨਸ਼ਾ ਬਣਦਾ ਹੈ, ਬੇਰੁਜ਼ਗਾਰੀ ਬਣਦੀ ਹੈ, ਜਾਂ 2 ਵਿਚਾਰਧਾਰਾਵਾਂ ਨੇ, ਜਾਂ ਇੱਕ ਪਰੰਪਰਾ ਸਾਡੇ ਕੋਲ ਪਈ ਹੈ, ਇੱਕ ਮੋਡਰਨਿਟੀ ਸਾਡੇ ਕੋਲ ਪਈ ਹੈ, 2 ਸਮਝਾਂ ਵਾਲੇ ਲੋਕ ਨੇ, 2 ਪੀੜ੍ਹੀਆਂ ਸਾਡੇ ਕੋਲ ਨੇ। ਉਹ ਸਾਰੇ ਟਰੈਂਡਾਂ ਦੇ ਵਿੱਚ ਪੰਜਾਬੀ ਦਾ ਲਿਟਰੇਚਰ ਫਸ ਜਾਂਦਾ। ਜਦੋਂ ਟਰੈਕ ਤੋਂ ਲੈ ਕੇ, ਮੰਨ ਲਓ ਜਦੋਂ ਮੰਡ ਵਰਗਾ ਬੰਦਾ ਬੋਲ ਮਰਦਾਨਿਆਂ ਨਾਵਲ ਲਿਖਦਾ, ਤਾਂ ਮੈਨੂੰ ਅਕਸਰ ਲੱਗਦਾ ਹੁੰਦਾ ਕਿ ਬੋਲ ਮਰਦਾਨਿਆਂ ਨਾਵਲ ਪੰਜਾਬੀ ਭਾਸ਼ਾ ਦੇ ਵਿੱਚ ਬਸ ਲਿਖਣ ਦੇ ਲਈ ਜਸਵੀਰ ਮੰਡ ਬਣਿਆ ਸੀ। ਪਰ ਜੇ ਉਹ ਬੰਦਾ ਚਾਹੇ ਕਿ ਮੈਂ ਬੋਲ ਮਰਦਾਨਾ ਦੀ ਬਜਾਏ ਜਿਹੜੇ ਨਵੇਂ ਮਸਲੇ ਚੱਲਦੇ ਨੇ, ਇਹਨਾਂ ਬਾਰੇ ਆਪਣੀ ਗੱਲ ਬੜੀ ਗੰਭੀਰਤਾ ਨਾਲ, ਬੜੀ ਸੂਖਮਤਾ ਨਾਲ ਕਹਿ ਸਕਦਾ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸੰਭਵ ਨਹੀਂ ਹੈ। ਜਦੋਂ ਅਸੀਂ ਪੇਂਡੂ ਕਲਚਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਪੇਂਡੂ ਬਹੁਤ ਕਮਾਲ ਦਾ, ਸਾਡੇ ਕੋਲ ਰਜਿੰਦਰ ਸਿੰਘ ਬੇਦੀ ਦਾ ਤੁਸੀਂ ਨਾਂ ਸੁਣਿਆ ਪਿਛਲੇ ਦਿਨੀ, ਕਹਾਣੀ ਪੰਜਾਬ ਦੇ ਵਿੱਚ, ਉਹਦਾ ਮੈਂ ਰੇਖਾ ਚਿੱਤਰ ਵੀ ਪੜ੍ਹ ਰਿਹਾ ਸੀ। ਸਾਡੇ ਕੋਲ ਯਾਦਵਿੰਦਰ ਸੰਧੂ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਯੁਵਾ ਅਵਾਰਡ ਮਿਲਿਆ। ਉਹਦਾ ਇੱਕ ਨਾਵਲ ਹੈਗਾ, ਉਹ ਨਾਵਲ ਦਾ ਨਾਮ ਮੇਰੇ ਮਨ 'ਚੋਂ ਵਿਸਰ ਗਿਆ। ਉਹਨੇ ਨਾਵਲ ਲਿਖਿਆ 150-200 ਪੰਨੇ ਦਾ। ਉਹਦੇ ਵਿੱਚ ਕੀ ਵਾਪਰਦਾ ਕਿ ਸਮਕਾਲ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਉਹ ਇੱਕੋ ਨਾਵਲ ਦੇ ਵਿੱਚ ਭਰਤੀ ਕਰ ਲੈਂਦਾ। ਮੈਨੂੰ ਲੱਗਦਾ ਕਿ ਐਸਾ ਨਹੀਂ ਹੋਣਾ ਚਾਹੀਦਾ। ਅਜਿਹਾ ਨੇ ਜਦੋਂ ਕਰਦਾ ਨਾ ਕੋਈ ਲੇਖਕ। ਤਾਂ ਦੂਸਰਾ ਮਸਲਾ ਕਿ ਟਰੈਂਡਿੰਗ ਟਰੈਪ ਦਾ ਸਟੇਟ ਨੇ ਇੱਕ ਟਰੈਂਡ ਸਿਰਜਣਾ। ਤਾਂ ਮੈਨੂੰ ਲੱਗਦਾ ਕਿ ਪਿਛਲੇ ਦਿਨੀ ਜਿਹੜਾ ਮੁਸਲਮਾਨਾਂ ਦੇ ਸੰਦਰਭ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਕੋਲ ਆ ਰਹੀਆਂ ਨੇ, ਤਾਂ ਬਹੁਤ ਸਾਰੇ ਲੇਖਕ, ਬਹੁਤ ਸਾਰੇ ਬੁੱਧੀਜੀਵੀ ਚਿੰਤਨ ਕਰਦੇ ਨੇ ਉਸ ਦੌਰ ਦੇ ਵਿੱਚ
ਤਾਂ ਸਮਕਾਲੀ ਲਿਟਰੇਚਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੇਕਰ ਭਾਵੇਂ ਵਾਰਤਕ ਹੈ, ਭਾਵੇਂ ਕਹਾਣੀ ਹੈ, ਭਾਵੇਂ ਕਵਿਤਾ ਹੈ, ਭਾਵੇਂ ਨਾਵਲ ਹੈ, ਉਹਦੇ ਵਿੱਚ ਜਦੋਂ ਇੱਕ ਪੂਰਾ ਕਨਸੈਪਟ ਚੱਲ ਰਿਹਾ, ਉਸ ਕਨਸੈਪਟ ਦੇ ਵਿੱਚ ਜਦੋਂ ਤੁਸੀਂ ਮੁਸਲਮਾਨਾਂ ਦੇ ਵਿਰੋਧ ਦੀ ਕਿਤੇ ਵੀ ਆਪਣੇ ਲਿਟਰੇਚਰ ਦੇ ਵਿੱਚ ਗੱਲ ਲੈ ਕੇ ਆਓਗੇ, ਮੈਨੂੰ ਲੱਗਦਾ ਹੈ ਕਿ ਸਟੇਟ ਦਾ ਹੀ ਪ੍ਰਵਚਨ ਤੁਹਾਡੇ ਕੋਲੇ ਕਿਤੇ ਨਾ ਕਿਤੇ ਆ ਰਿਹਾ। ਤਾਂ ਸਟੇਟ ਜਿਹੜੇ ਪ੍ਰਵਚਨ ਸਿਰਜਦੀ ਹੈ, ਮੈਨੂੰ ਲੱਗਦਾ ਹੈ ਕਿ ਬੜੇ ਇੱਕ ਗੰਭੀਰ ਗੱਲ ਹੈ ਕਿ ਸਟੇਟ ਕਿਸ ਤਰੀਕੇ ਨਾਲ ਬੰਦੇ ਦੇ ਅੰਦਰ ਦਖਲ ਦਿੰਦੀ ਹੈ। ਪੰਜਾਬੀ ਸਿਰਜਣਾ ਦੇ ਅੰਦਰ ਨਾ ਸਟੇਟ, ਜਦੋਂ ਅਸੀਂ ਗਿਆਨ ਕਹਿੰਦੇ ਹਾਂ, ਗਿਆਨ ਵੱਡੀ ਚੀਜ਼ ਹੁੰਦੀ ਹੈ, ਤਾਂ ਸਟੇਟ ਗਿਆਨ ਦੇ ਰਾਹੀਂ ਇੰਟਰਨਲ ਕਿਵੇਂ ਬੰਦੇ ਦੇ ਮਨ ਦੇ ਵਿੱਚ ਆਉਂਦੀ ਹੈ, ਫਿਰ ਲੋਕ ਮਨ ਦੇ ਵਿੱਚ ਆਉਂਦੀ ਹੈ। ਤਾਂ ਪੰਜਾਬੀ ਦੇ ਸਿਰਜਕ ਇਸ ਗੱਲ ਨੂੰ ਬਹੁਤ ਘੱਟ ਸਮਝ ਰਹੇ ਨੇ। ਮੈਨੂੰ ਲੱਗਦਾ ਜਦੋਂ ਨਾਰੀ ਦੀ ਗੱਲ ਕਰਦੀਆਂ ਨੇ, ਨਾਰੀ ਲੇਖਕਾਵਾਂ ਗੱਲ ਕਰਦੀਆਂ ਨੇ, ਕਵਿਤਾ ਮੈਂ ਬਹੁਤ ਪੜ੍ਹੀ, ਕਹਾਣੀ ਮੈਂ ਬਹੁਤ ਪੜ੍ਹੀ, ਤਾਂ ਬਹੁਤ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਜਦੋਂ ਅਸੀਂ ਕਰਦੇ ਹਾਂ, ਤਾਂ ਬਹੁਤ ਸਾਰੀ ਭਾਸ਼ਾ ਜਿਹੜੀ ਹੁੰਦੀ ਹੈ ਸਾਡੀ, ਜਿਹਦੇ ਵਿਰੋਧ ਵਜੋਂ ਗੱਲ ਕਰ ਰਹੇ ਹੁੰਦੇ ਹਾਂ, ਅਸੀਂ ਉਸੇ ਵਿਰੋਧ ਦੀ ਭਾਸ਼ਾ ਮਤਲਬ ਕਿ ਮਰਦ ਦੀ ਵਿਰੋਧਤਾ ਕਰੀਏ, ਮਰਦ ਦੀ ਭਾਸ਼ਾ ਰਾਹੀਂ ਉਹ ਕਰੀਏ, ਮਰਦ ਦੇ ਮਨ ਰਾਹੀਂ ਉਵੇਂ ਸੋਚ ਰਹੀਆਂ ਹੁੰਦੀਆਂ ਨੇ। ਬਹੁਤ ਸਾਰੀਆਂ ਲੇਖਕਾਵਾਂ ਨੇ, ਵੱਡੀਆਂ ਲੇਖਕਾਵਾਂ ਨੇ ਉਹਨਾਂ ਦੇ ਵਿੱਚ, ਜਿਨ੍ਹਾਂ ਦਾ ਨਾਮ ਹੋ ਸਕਦਾ ਆਪਾਂ ਇੱਥੇ ਮਿਲਣਾ ਠੀਕ ਨਹੀਂ ਹੈ, ਕਿਉਂਕਿ ਸਾਰੇ ਲੇਖਕ ਇਸ ਸੰਕਟ ਦੇ ਵਿੱਚ ਫਸੇ ਹੋਏ ਨੇ। ਤਾਂ ਟਰੈਂਡ ਦਾ ਮਸਲਾ, ਕਿਸਾਨੀ ਬਾਰੇ ਗੱਲ ਜਦੋਂ ਚੱਲਦੀ ਹੈ, ਕਿਸਾਨੀ ਬਹੁਤ ਵੱਡਾ ਮੁੱਦਾ ਇਸ ਦੌਰ ਦਾ। ਤਾਂ ਮੈਨੂੰ ਕਿਤੇ ਨਾ ਕਿਤੇ ਪਾਲੀ ਭੁਪਿੰਦਰ ਵੀ ਲੱਗਦਾ ਹੁੰਦਾ ਕਿ ਕਿਸੇ ਗਲਤ ਟਰੈਪ ਦੇ ਵਿੱਚ, ਕਈ ਗੱਲਾਂ ਦੇ ਵਿੱਚ ਉਹ ਲੱਗਦਾ ਕਿ ਇਹ ਟਰੈਪ ਇਹਦਾ ਗਲਤ ਫੜਿਆ ਗਿਆ। ਸਾਹਿਬ ਸਿੰਘ ਆਪਣੀ ਗੱਲ ਬਹੁਤ ਖੂਬਸੂਰਤ ਤਰੀਕੇ ਨਾਲ ਕਰਦਾ। ਸਾਹਿਬ ਸਿੰਘ ਨਾਟਕ ਦੇ ਵਿੱਚ ਬਹੁਤ ਕਮਾਲ ਦੀਆਂ ਗੱਲਾਂ ਕਰਦਾ। ਤੁਸੀਂ ਉਹਦਾ ਨਾਟਕ ਯੁੱਧ ਕੇ ਬੁੱਧ ਪੜ੍ਹੋ, ਮਤਲਬ ਕਿ ਉਸ ਤਰ੍ਹਾਂ ਤਰੀਕੇ ਨਾਲ ਸਮਝਣਾ ਕਸ਼ਮੀਰ ਨੂੰ। ਪੰਜਾਬੀ ਦੇ ਬਹੁਤ ਘੱਟ ਲੇਖਕਾਂ ਨੇ ਕਸ਼ਮੀਰ ਬਾਰੇ ਲਿਖਿਆ, ਅਤੇ ਕਸ਼ਮੀਰ ਨੂੰ ਸਮਝਿਆ ਬਹੁਤ ਘੱਟ ਲੋਕਾਂ ਨੇ। ਸਾਹਿਬ ਸਿੰਘ ਨੇ ਬਹੁਤ ਗੰਭੀਰਤਾ ਨਾਲ ਸਮਝਿਆ। ਪਰ ਜਦੋਂ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸੱਤਾ ਦੇ ਦਖਲ ਨੇ, ਕਿਉਂਕਿ ਉਹ ਸਾਹਿਬ ਸਿੰਘ ਸੱਤਾ ਨੂੰ ਆਪਣੇ ਤਰੀਕੇ ਨਾਲ ਸਮਝਦਾ, ਮੇਰਾ ਸੱਤਾ ਬਾਰੇ ਇੱਕ ਆਪਣੀ ਤਰ੍ਹਾਂ ਦੀ ਸਮਝ ਹੈ, ਕਿਉਂਕਿ ਮੇਰੀ ਇੱਕ ਆਪਣੀ ਵਿਚਾਰਧਾਰਾ, ਡਾਕਟਰ ਸਾਹਿਬ ਸਿੰਘ ਦੀ ਆਪਣੀ ਵਿਚਾਰਧਾਰਾ। ਤਾਂ ਜਿਹੜਾ ਖਾਸ ਕਰਕੇ ਟਰੈਂਡਿੰਗ ਟਰੈਪ ਦੇ ਵਿੱਚ ਨਾ, ਇਹ ਬਹੁਤ ਸਾਰੇ ਲੇਖ ਸਾਡੇ ਫਸੇ ਹੋਏ ਨੇ। ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਖਾਸ ਕਰਕੇ 1984 ਦੇ ਸੰਦਰਭ ਦੇ ਵਿੱਚ ਮੈਂ ਅਕਸਰ ਨਾਵਲਾਂ, ਕਹਾਣੀਆਂ ਅਤੇ ਕਵਿਤਾਵਾਂ ਬਹੁਤ ਪੜ੍ਹੀਆਂ ਨੇ। ਜਦੋਂ ਤੁਹਾਡੇ ਘਰ ਦੇ ਵਿੱਚ ਬਹੁਤ ਵੱਡੇ ਮੁੱਦੇ ਹੋਣ, ਨਸਲਕੁਸ਼ੀ ਹੋ ਰਹੀ ਹੋਵੇ, 84, 85, 86 ਦੇ ਦੌਰ, 92 ਤੱਕ, 93 ਤੱਕ, ਉਸ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਲਿਖਤਾਂ ਸਾਡੇ ਕੋਲ ਆਉਂਦੀਆਂ ਨੇ, ਜਿਹੜੀਆਂ ਲਿਖਤਾਂ ਪੰਜਾਬ ਬਾਰੇ ਨੇ, ਪਰ ਪੰਜਾਬ ਦੀ ਅਹਿਮੀਅਤ ਨੂੰ ਸਮਝਦੀਆਂ ਨਹੀਂ। ਖਾਸ ਕਰਕੇ ਉਸ ਦੌਰ ਦੇ ਵਿੱਚ ਹਰਭਜਨ ਹੁੰਦਲ ਦਾ ਪੰਜਾਬਨਾਮਾ ਆਉਂਦਾ। ਮੈਨੂੰ ਲੱਗਦਾ ਕਿ ਹਰਭਜਨ ਸਿੰਘ ਹੁੰਦਲ ਪੰਜਾਬੀ ਦਾ ਬਹੁਤ ਵੱਡਾ ਲੇਖਕ ਹੈ। ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਣਗੀਆਂ, ਪਰ ਜਦੋਂ ਤੁਸੀਂ ਕਿਸੇ ਖਿੱਤੇ ਵਿੱਚ ਰਹਿੰਦੇ ਹੋ, ਜਿੰਨਾ ਚਿਰ ਤੁਹਾਨੂੰ ਉਸ ਖਿੱਤੇ ਦਾ ਗੌਰਵ ਸਮਝ ਨਹੀਂ ਆਉਂਦਾ, ਉਨਾ ਚਿਰ ਤੁਸੀਂ ਉਹਦੇ ਬਾਰੇ ਨਹੀਂ ਲਿਖ ਸਕਦੇ। ਸਾਡਾ ਕੀ ਹੈ ਕਿ ਅਸੀਂ ਹਿੰਦੁਸਤਾਨ ਨੂੰ ਸਮਝਦੇ ਹਾਂ, ਪੰਜਾਬ ਨੂੰ ਸਮਝਦੇ ਹਾਂ। ਅਮਨਦੀਪ ਸੰਧੂ ਦੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਦਾ ਸੰਕੇਤ ਮਿਲ ਜਾਂਦਾ ਕਿ ਦਿੱਲੀ ਬੈਠਿਆਂ ਪੰਜਾਬ ਨੂੰ ਨਹੀਂ ਸਮਝਿਆ ਜਾ ਸਕਦਾ। ਤਾਂ ਮੈਨੂੰ ਲੱਗਦਾ ਕਿ ਜਿਹੜਾ ਸਿਰਜਕ ਹੈ, ਜਿਸ ਖਿੱਤੇ ਨਾਲ ਜੁੜਿਆ, ਉਸ ਖਿੱਤੇ ਦਾ ਇੱਕ ਗੌਰਵ ਹੈ। ਜਦੋਂ ਤੁਸੀਂ ਉਸ ਗੌਰਵ ਨੂੰ ਅਣਡਿੱਠ ਕਰਕੇ ਕਿਸੇ ਹੋਰ ਦ੍ਰਿਸ਼ਟੀ ਤੋਂ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਦੇਖ ਨਹੀਂ ਸਕਦੇ। ਉਦੋਂ ਤੁਸੀਂ ਕਿਸੇ ਟਰੈਂਡਿੰਗ ਟਰੈਪ ਦੇ ਵਿੱਚ ਫਸ ਕੇ ਆਪਣੇ ਗੌਰਵ ਦੀ ਬਜਾਏ ਕਿਸੇ ਹੋਰ ਗੌਰਵ ਦੀ ਗੱਲ ਕਰ ਰਹੇ ਹੋ। ਇਹ ਮੁੱਦੇ ਨੇ ਜਿਹੜੇ ਸਾਡੇ ਲੇਖਕਾਂ ਨੂੰ, ਮੈਨੂੰ ਲੱਗਦਾ ਕਿ ਸਮਝਣੇ ਚਾਹੀਦੇ ਨੇ, ਵਿਚਾਰਨੇ ਚਾਹੀਦੇ ਨੇ। ਇਹਦੇ ਵਿੱਚ ਪੰਜਾਬੀ ਦੀ ਨਵੀਂ ਕਵਿਤਾ ਬਹੁਤ ਫਸ ਰਹੀ ਹੈ, ਪੰਜਾਬੀ ਦੀ ਨਵੀਂ ਕਹਾਣੀ ਬਹੁਤ ਫਸ ਰਹੀ ਹੈ। ਈਵਨ ਕਿ ਪਿਛਲੇ ਦਿਨੀ ਨੋਵਲ ਕਰੋਨਾ ਵਾਇਰਸ ਨਾਂ ਦੀ ਇੱਕ ਕਹਾਣੀ ਪੜ੍ਹੀ ਮੈਂ, ਉਸ ਦਾ ਲੇਖਕ ਮੇਰੇ ਦਿਮਾਗ 'ਚੋਂ ਨਿਕਲਿਆ। ਇੱਕ ਲੇਖ ਹੈ ਕਹਾਣੀ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਇਹਦੇ ਬਜਾਏ ਤੁਸੀਂ ਗੁਰਮੀਤ ਕੜਿਆਲਵੀ ਨੂੰ ਪੜ੍ਹੋ, ਉਹਨੇ ਹੋਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀ ਹੈ। ਇਸ ਤਰ੍ਹਾਂ ਪਿੰਡ ਨੂੰ ਸਮਝਦੇ ਅਸੀਂ ਕਈ ਵਾਰੀ ਹੋਰ ਤਰੀਕੇ ਦਾ ਪਿੰਡ ਨੂੰ ਸਮਝਣਾ ਸ਼ੁਰੂ ਕਰਦੇ ਹਾਂ। ਜਿਹੜੀ ਸਟੇਟ ਜਿਵੇਂ ਚਾਹੁੰਦੀ ਹੈ ਪਿੰਡ ਦੀ ਵਿਆਖਿਆ ਹੋਵੇ, ਸਟੇਟ ਜਿਵੇਂ ਚਾਹੁੰਦੀ ਹੈ ਪੰਜਾਬ ਦੀ ਵਿਆਖਿਆ ਹੋਵੇ, ਸਟੇਟ ਖਾਸ ਕਰਕੇ ਹਿੰਦੁਸਤਾਨੀ ਸਟੇਟ ਜਿਵੇਂ ਚਾਹੁੰਦੀ ਹੈ ਕਿ ਪੰਜਾਬ ਦੇ ਮਨ ਦੀ ਵਿਆਖਿਆ ਹੋਵੇ, ਜਦੋਂ ਲੇਖਕ ਉਸੇ ਤਰੀਕੇ ਨਾਲ ਗੱਲ ਕਰਨ ਲੱਗ ਜਾਂਦਾ। ਪਿਛਲੇ ਦਿਨੀ ਮੈਂ ਯੂਨੀਵਰਸਿਟੀ ਦੇ ਵਿੱਚ ਦੋ ਵਿਦਵਾਨਾਂ ਦੀ ਇੱਕ ਹਿਸਟੋਰੀਅਨ ਨਾਲ ਇੰਟਰਵਿਊ ਵੇਖ ਰਿਹਾ ਸੀ, ਸੁਭਾਸ਼ ਪਰਿਹਾਰ ਨਾਲ। ਉਦੋਂ ਇੱਕ ਸਵਾਲ ਪੁੱਛਿਆ ਜਾਂਦਾ ਕਿ ਪਰਿਹਾਰ ਸਾਹਿਬ, ਹਰਿਮੰਦਰ ਸਾਹਿਬ ਦੀ ਨੀਂਹ ਕਿਹਨੇ ਰੱਖੀ? ਤਾਂ ਉਹ ਇਹ ਗੱਲ ਸਾਹਮਣੇ ਲੈ ਕੇ ਆਉਂਦਾ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਨੇ ਨਹੀਂ ਰੱਖੀ। ਉਸੇ ਦੌਰ ਦੇ ਵਿੱਚ ਲੈ ਕੇ ਆਉਂਦਾ ਜਦੋਂ ਭਾਰਤੀ ਸਟੇਟ, ਮੈਨੂੰ ਲੱਗਦਾ ਇਹ ਕਹਿ ਰਹੀ ਹੈ ਕਿ ਮੁਸਲਮਾਨਾਂ ਨੂੰ ਇੱਥੋਂ ਕੱਢ ਕੇ ਕਿਸੇ ਹੋਰ ਸਟੇਟ ਦੇ ਵਿੱਚ ਧੱਕ ਦਿਓ। ਤਾਂ ਉਸ ਦੌਰ ਦੇ ਵਿੱਚ ਉਹਨਾਂ ਪ੍ਰੋਫੈਸਰਾਂ ਦਾ ਸਵਾਲ ਪੁੱਛਣਾ ਵੀ ਇੱਕ ਤਰੀਕੇ ਨਾਲ ਆਪਣੇ ਆਪ ਦੇ ਵਿੱਚ ਸਟੇਟ ਹੈ। ਮੈਨੂੰ ਲੱਗਦਾ ਹੁੰਦਾ ਕਿ ਉਹ ਸਟੇਟ ਦਾ ਪ੍ਰਵਚਨ, ਸਟੇਟ ਦੀ ਗੱਲ ਕਰ ਰਹੇ ਨੇ, ਪਰ ਉਹ ਅਚੇਤ ਕਰ ਰਹੇ ਨੇ, ਸੁਚੇਤ ਕਰ ਰਹੇ ਨੇ। ਇਹ ਸਾਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਛਾ, ਤੁਸੀਂ ਸਟੇਟ ਦੀ ਹਿੰਸਾ ਦੀ ਗੱਲ ਕਰੀ ਹੈ, ਕਾਫੀ ਗੱਲਾਂ ਤੁਸੀਂ ਇਹਦੇ 'ਚ ਕੀਤੀਆਂ, ਪਰ ਜਿਹੜੀ ਮੈਂ ਤੁਹਾਨੂੰ ਦੁਬਾਰਾ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਸਟੇਟ ਦੀ ਹਿੰਸਾ ਦੀ ਗੱਲ ਕਰੀਏ ਕਿ ਉਹ ਅਦਿੱਖ ਵੀ ਹੈ, ਦਿੱਖ ਵੀ ਹੈ, ਪਰ ਜਿਹੜੀ ਅਦਿੱਖ ਹਿੰਸਾ ਹੈ
ਉਹਨੂੰ ਉਹਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦਾ ਫਰਜ਼ ਕਿਤੇ ਨਾ ਕਿਤੇ ਲੇਖਕਾਂ ਦਾ ਬਣਦਾ ਜਾਂ ਹੂੰ। ਬੁੱਧੀਜੀਵੀਆਂ ਦਾ ਬਣਦਾ। ਹੂੰ ਤਾਂ ਉਹਨੂੰ ਕਿਹੜੇ ਤਰੀਕੇ ਨਾਲ, ਜਿਵੇਂ ਹੁਣ ਅਸੀਂ ਕਿਸਾਨੀ ਸੰਘਰਸ਼ ਚੱਲ ਰਿਹਾ, ਇਹਦੇ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕਰਨਾ ਹੈ, ਹੂੰ ਤੇ ਸਟੇਟ ਦੀ ਹਿੰਸਾ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਲਿਆਉਣਾ, ਇਹਦੇ 'ਚ ਲੇਖਕ ਦਾ ਕੀ ਤੁਸੀਂ ਸਮਝਦੇ ਹੋ ਯੋਗਦਾਨ ਕੀ ਹੈਗਾ, ਉਹ ਕਿਵੇਂ ਆਪਦਾ? ਹਿੰਸਾ ਬਾਰੇ ਜਿਜ਼ਕ ਨੇ ਬਹੁਤ ਕਮਾਲ ਦਾ ਕੰਮ ਕਰਿਆ, ਖਾਸ ਕਰਕੇ ਸੂਖਮ ਹਿੰਸਾ ਦੇ ਸੰਦਰਭ ਦੇ ਵਿੱਚ। ਹੂੰ। ਪੰਜਾਬ ਦਾ ਜਿਹੜਾ ਪਿਛਲੇ ਸਮੇਂ ਦਾ ਮਾਹੌਲ ਹੈ, ਮੈਨੂੰ ਲੱਗਦਾ ਹੈ ਕਿ 2010 ਤੋਂ ਬਾਅਦ ਦਾ ਪੰਜਾਬ ਦੇਖੋਗੇ ਤੁਸੀਂ 11-12 ਸਾਲਾਂ ਦੇ ਵਿੱਚ, ਤਾਂ ਉਸ ਪੰਜਾਬ ਦੇ ਵਿੱਚ ਦੋਨੇ ਤਰ੍ਹਾਂ ਦੀ ਹਿੰਸਾ ਵਾਪਰੀ ਹੈ। ਦਿਖਦੀ ਹਿੰਸਾ ਵੀ ਹੈ, ਅਣਦਿਸਦੀ ਹਿੰਸਾ ਵੀ ਹੈ। ਦਿਸਦੀ ਹਿੰਸਾ ਦੇ ਨਾਲੋਂ ਅਣਦਿਸਦੀ ਵਾਇਲੈਂਸ ਹੈ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ। ਅਣਦਿਸਦੀ ਵਾਇਲੈਂਸ ਦੇ ਵਿੱਚ ਸਟੇਟ ਕਿਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਦੀ ਹੈ, ਇਹ ਮੈਨੂੰ ਲੱਗਦਾ ਕਿ ਸਧਾਰਨ ਬੁੱਧੀ ਵਾਲਾ ਬੰਦਾ ਨਹੀਂ ਸਮਝ ਸਕਦਾ। ਮੈਨੂੰ ਤਾਂ ਇਹ ਲੱਗਦਾ ਕਿ ਜਦੋਂ ਕਿਸਾਨੀ ਮੂਵਮੈਂਟ ਚੱਲਦੀ ਹੈ, ਕਿਸਾਨੀ ਮੂਵਮੈਂਟ ਦੇ ਵਿੱਚ ਪੰਜਾਬ ਦੇ ਗੌਰਵ ਦੇ ਬਹੁਤ ਸਾਰੇ ਚਿੰਨ੍ਹ ਨੇ। ਜਦੋਂ ਕੋਈ ਬੰਦਾ ਉਹਨਾਂ ਚਿੰਨ੍ਹਾਂ ਦੇ ਸੰਦਰਭ ਦੇ ਵਿੱਚ ਆਪਣੀ ਗੱਲ ਲੈ ਕੇ ਆਉਂਦਾ, ਉਹਨਾਂ ਨੂੰ ਹਟਾਉਣ ਦੀ ਗੱਲ ਲੈ ਕੇ ਆਉਂਦਾ, ਮੈਨੂੰ ਲੱਗਦਾ ਕਿ ਸਟੇਟ ਸੂਖਮ ਤਰੀਕੇ ਨਾਲ ਤੁਹਾਡੇ ਅੰਦਰ ਬੜੀ ਹੋਈ ਹੈ, ਅਚੇਤ ਸੁਚੇਤ, ਤੇ ਤੁਸੀਂ ਕਿਸੇ ਤਰੀਕੇ ਨਾਲ ਉਹਨੂੰ ਆਪਣੇ ਲੋਕਾਂ 'ਤੇ ਅਪਲਾਈ ਕਰ ਰਹੇ ਹੋ। ਬਹੁਤ ਸਾਰੇ ਸਿਰਜਕ ਵੀ ਐਵੇਂ ਕਰਦੇ ਨੇ, ਈਵਨ ਕਿ ਵੱਡੇ ਬੰਦੇ ਨੇ ਜਿਹੜੇ ਪੰਜਾਬੀ ਦੇ ਵੱਡੇ ਲੇਖਕ ਨੇ, ਜਦੋਂ ਉਹ ਸਟੇਟ ਨੂੰ ਸਮਝ ਲੈਂਦੇ ਨੇ, ਸਟੇਟ ਦੇ ਫਲਸਫੇ ਨੂੰ ਸਮਝਣ ਤੋਂ ਬਾਅਦ ਆਪਣੀ ਗੱਲ ਇਸ ਤਰ੍ਹਾਂ ਕੀ ਕਰਦੇ ਨੇ ਕਿ ਦੂਜੇ ਪਾਸੇ ਰੱਖਦੇ ਹੋ ਫਿਰ ਵੀ ਠੀਕ ਹੈ, ਦੂਜੇ ਪਾਸੇ ਰੱਖਦੇ ਆ ਫਿਰ ਵੀ ਠੀਕ ਹੈ। ਸੂਖਮ ਹਿੰਸਾ ਨੂੰ ਸਮਝਣ ਦੇ ਲਈ, ਖਾਸ ਕਰਕੇ ਪੰਜਾਬ ਦੇ ਪਿਛਲੇ 10-11 ਸਾਲਾਂ ਦੇ ਮਾਹੌਲ ਨੂੰ ਸਮਝਣ ਦੇ ਲਈ, ਕਿਉਂਕਿ ਜਦੋਂ ਅਸੀਂ 84 ਤੋਂ ਬਾਅਦ ਦਾ ਮਾਹੌਲ ਦੇਖਦੇ ਹਾਂ, ਉਹਦੇ ਵਿੱਚ ਵਾਇਲੈਂਸ ਹੈ, ਸਿੱਧੀ ਬੰਦੇ ਨੂੰ ਅਸਟੀਕੇਟ ਕਰਿਆ ਜਾਂਦਾ, ਮਾਰਿਆ ਜਾਂਦਾ, ਇੰਟਰੋਗੇਸ਼ਨ ਸੈਂਟਰਾਂ ਦੇ ਵਿੱਚ ਲਿਆਇਆ ਜਾਂਦਾ। ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਲਿਟਰੇਚਰ ਹੈ, ਮੈਂ ਕੱਲ੍ਹ ਪਰਸੋਂ ਤੋਂ ਹਿੰਦੀ ਦੀਆਂ ਕਹਾਣੀਆਂ ਬਹੁਤ ਸਾਰੀਆਂ ਪੜ੍ਹ ਰਹੇ ਹਾਂ, ਪੰਜਾਬੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹ ਰਹੇ ਹਾਂ। ਅਸੀਂ ਹਿੰਦੀ ਦਿਵਸ ਮਨਾਉਂਦੇ ਹਾਂ, ਕੋਈ ਸਾਨੂੰ ਭਾਸ਼ਾਵਾਂ ਨਾਲ ਸਮੱਸਿਆ ਨਹੀਂ ਹੈ, ਪਰ ਸਟੇਟ ਦਾ ਜਿਹੜਾ ਇੱਕ ਖਾਸ ਤਰ੍ਹਾਂ ਦਾ ਰਾਸ਼ਟਰਵਾਦ ਹੈ, ਉਹ ਪੰਜਾਬ ਦੇ ਮਨ ਦੇ ਵਿੱਚ, ਅਸੀਂ ਕਹਿੰਦੇ ਕਿ ਲੇਖਕ ਕਿਵੇਂ ਕਰਨ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਲੇਖਕ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ। ਲੇਖਕ ਤਾਂ ਬਹੁਤ ਸਾਰੇ ਲੇਖਕ ਨੇ ਪੰਜਾਬੀ ਦੇ ਜਿਹੜੇ ਇਸ ਟਰੈਪ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਨੇ। ਸਟੇਟ ਜਿਸ ਤਰੀਕੇ ਦੀ ਗੱਲ ਕਰਨਾ ਚਾਹੁੰਦਾ, ਲੇਖਕ ਉਹੀ ਗੱਲ ਪਹਿਲਾਂ ਕਰੀ ਬੈਠੇ ਨੇ। ਮੈਨੂੰ ਲੱਗਦਾ ਕਿ ਜਿਹੜੀ ਕੋਈ ਵੀ ਡਾਇਲੋਗ ਹੈ, ਕੋਈ ਵੀ ਪ੍ਰਵਚਨ ਹੈ, ਕੋਈ ਵੀ ਗੱਲ ਹੈ, ਉਹਦੀ ਇੱਕ ਆਪਣੀ ਤਰ੍ਹਾਂ ਦੀ ਐਸਥੈਟਿਕਸ ਹੈ। ਅੱਜ ਤੋਂ 20 ਵਰ੍ਹੇ ਪਹਿਲਾਂ ਦੀ ਗੱਲ ਜਿਹੜੀ ਸਟੇਟ ਦੇ ਵਿਰੋਧ ਵਿੱਚ ਹੈ, ਹੋ ਸਕਦਾ ਅੱਜ ਉਹ ਗੱਲ ਸਟੇਟ ਦੇ ਫੇਵਰ ਦੇ ਵਿੱਚ ਖੜੀ ਹੋਵੇ। ਤਾਂ ਸਾਡੇ ਲੇਖਕਾਂ ਨੂੰ ਇਸ ਗੱਲ ਦੀ, ਮੈਨੂੰ ਲੱਗਦਾ ਕਿ ਸਮਝਣ ਦੀ ਬਹੁਤ ਜ਼ਰੂਰਤ ਹੈ, ਖਾਸ ਕਰਕੇ ਸੂਖਮ ਹਿੰਸਾ ਵਾਲੇ ਮਾਮਲੇ ਦੇ ਉੱਤੇ। ਜਦੋਂ ਤੁਸੀਂ ਮੈਂ ਪੰਜਾਬੀ ਦੇ ਬਹੁਤ ਸਾਰੇ ਨਾਵਲਕਾਰਾਂ ਨੂੰ ਜਾਣਦਾ, ਸਟੇਟ ਖਾਸ ਕਰਕੇ ਜਿਹੜਾ ਪੰਜਾਬ ਦੇ ਗੌਰਵ ਦੇ ਵਿੱਚ ਇੱਕ ਰਿਸ਼ਤਿਆਂ ਦੀ ਪਾਕਾਜ਼ਗੀ ਹੈ, ਰਿਸ਼ਤਿਆਂ ਦੀ ਐਸਥੈਟਿਕਸ ਹੈ। ਤਾਂ ਮੈਨੂੰ ਲੱਗਦਾ ਹੁੰਦਾ ਕਿ ਪ੍ਰਗਟ ਦੀ ਵੀ ਇੱਕ ਕਹਾਣੀ ਹੈ, ਯੁੱਧ ਅੰਤ। ਯੁੱਧ ਅੰਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਕੰਡੀਸ਼ਨਾਂ, ਡਾਕਟਰ ਸਾਹਿਬ ਸਿੰਘ ਨੇ ਬਹੁਤ ਕਮਾਲ ਦੇ ਤਰੀਕੇ ਨਾਲ ਉਹਦਾ ਫਿਲਮੀਕਰਨ ਕੀਤਾ, ਸ਼ਾਰਟ ਫਿਲਮ ਬਣਦੀ ਹੈ। ਮੈਂ ਬਹੁਤ ਲੰਮੇ ਸਮੇਂ ਤੋਂ ਉਸ ਕਹਾਣੀ ਨੂੰ ਪੜ੍ਹ ਰਿਹਾ। ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜੀ ਗੱਲ ਜਦੋਂ ਅਸੀਂ ਕਰਦੇ ਹਾਂ ਕਿ ਸਾਡੇ ਕੋਲ ਲੂਣਾ ਦਾ ਕਰੈਕਟਰ ਹੈ, ਸਾਡੇ ਕੋਲ ਪੂਰਨ ਦਾ ਕਰੈਕਟਰ ਹੈ, ਸਾਡੇ ਕੋਲ ਸਲਵਾਨ ਦਾ ਕਰੈਕਟਰ ਹੈ, ਸਾਡੇ ਕੋਲ ਇਛਰਾਂ ਦਾ ਕਰੈਕਟਰ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਰਿਸ਼ਤਿਆਂ ਦੀ ਐਸਥੈਟਿਕਸ ਇੰਨੀ ਕਮਾਲ ਦੀ ਹੈ ਕਿ ਜੇਕਰ ਤੁਸੀਂ ਇੱਕ ਕਿਸੇ ਨੂੰ ਮਾਂ ਕਹਿੰਦੇ ਹੋ, ਭਾਵੇਂ ਉਹ ਧਰਮ ਦੀ ਮਾਂ ਕਹਿੰਦੇ ਹੋ, ਤਾਂ ਲੋਕ ਮਨ ਨੇ ਉਹਨੂੰ ਮਾਂ ਹੀ ਪ੍ਰਵਾਨ ਕਰਨਾ। ਤਾਂ ਸਮੱਸਿਆ ਕੀ ਹੁੰਦੀ ਹੈ? ਤਾਂ ਕਰਕੇ ਅਸੀਂ ਲੂਣਾ ਨੂੰ ਪ੍ਰਵਾਨਗੀ ਨਹੀਂ ਦਿੰਦੇ। ਜਦੋਂ ਸ਼ਿਵ ਕੁਮਾਰ 60ਵੇਂ 70ਵੇਂ ਦੇ ਵਿੱਚ ਆਉਂਦਾ, ਇੱਕ ਨਵੀਂ ਵਿਧੀ ਰਾਹੀਂ ਜਦੋਂ ਲੂਣਾ ਨੂੰ ਇੰਟਰੋਡਿਊਸ ਕਰਦਾ, ਤਾਂ ਪੰਜਾਬੀ ਦੇ ਵਿੱਚ ਇੱਕ ਬਿਲਕੁਲ ਵੱਖਰੀ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਪਰ ਪੰਜਾਬ ਦਾ ਲੋਕ ਮਨ ਉਹਨੂੰ ਮਾਨਤਾ ਨਹੀਂ ਦਿੰਦਾ। ਪੰਜਾਬ ਦੀ ਬੌਧਿਕ ਹਲਕਿਆਂ ਦੇ ਵਿੱਚ ਉਹਨੂੰ ਮਾਨਤਾ ਮਿਲ ਗਈ ਹੈ। ਤਾਂ ਜਦੋਂ ਪ੍ਰਗਟ ਦੀ ਕਹਾਣੀ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਕਿ ਇੱਕ ਔਰਤ ਆਪਣੇ ਪਤੀ ਦੇ ਸਾਹਮਣੇ ਕਿਸੇ ਬੇਗਾਨੇ ਮਰਦ ਨੂੰ ਮਿਲਣ ਜਾ ਰਹੀ ਹੈ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੈ। ਹੋ ਸਕਦਾ ਸਟੇਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਵੇ, ਪਰ ਪੰਜਾਬ ਦੇ ਗੌਰਵ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਪਾਲੀ ਭੁਪਿੰਦਰ ਨੇ ਇੱਕ ਫਿਲਮ ਬਣਾਈ, ਉਹਦੇ ਵਿੱਚ ਉਸ ਤੋਂ ਵੀ ਅਗਾਂਹ ਆਪਣੀ ਗੱਲ ਨੂੰ ਤੋਰ ਲੈਂਦਾ। ਮੈਨੂੰ ਲੱਗਦਾ ਕਿ ਵਿਧੀਆਂ ਨੇ ਜਾਂ ਜਿਹੜੇ ਨਵੇਂ ਬਾਦ ਆਉਂਦੇ ਨੇ, ਉਹ ਥੋੜ੍ਹੀਆਂ ਸਮਝਾਂ ਬਣਦੀਆਂ ਨੇ, ਉਹ ਸਟੇਟ ਨੂੰ ਸਮਝ ਨਹੀਂ ਰਹੀਆਂ ਹੁੰਦੀਆਂ, ਪੰਜਾਬ ਦੇ ਗੌਰਵ ਨੂੰ ਮੈਨੂੰ ਲੱਗਦਾ ਕਿ ਨਹੀਂ ਸਮਝ ਰਹੀਆਂ ਹੁੰਦੀਆਂ। ਮੈਨੂੰ ਲੱਗਦਾ ਕਿ ਲੇਖਕ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਲੇਖਕ ਸੂਖਮ ਹਿੰਸਾ ਬਾਰੇ ਦੱਸਣਗੇ, ਲੇਖਕਾਂ ਨੂੰ, ਪੰਜਾਬੀ ਦੇ ਨਾਟਕਕਾਰਾਂ ਨੂੰ ਬਹੁਤ ਸਮਝ ਹੈ ਇਸ ਮਾਮਲੇ 'ਤੇ। ਪੰਜਾਬੀ ਦੇ ਕਹਾਣੀਕਾਰ, ਪੰਜਾਬੀ ਦੇ ਨਾਵਲਕਾਰ, ਮੈਨੂੰ ਲੱਗਦਾ ਕਿ ਜਿਹੜੀ ਸੂਖਮ ਹਿੰਸਾ ਦੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਜਾਂ ਜਿਜਕ ਪੰਜਾਬ ਦੇ ਬਾਰੇ ਜਦੋਂ ਅਸੀਂ ਉਹਦੀ ਥਿਊਰੀ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੇਖਕ ਨੇ ਜਿਹੜੇ
ਖੁਦ ਸੁਖਮ ਹਿੰਸਾ, ਸਟੇਟ ਦੀ ਸੁਖਮ ਹਿੰਸਾ ਨੂੰ ਪੰਜਾਬੀ ਕਵਿਤਾ ਦੇ ਵਿੱਚ ਇੰਟਰੋਡਿਊਸ ਕਰਦੇ ਨੇ। ਪਿਛਲੇ ਦਿਨੀ ਮੈਂ ਕਵਿਤਾ ਪੜ੍ਹ ਰਿਹਾ ਸੀ, ਖਾਸ ਕਰਕੇ ਜਿਹੜੀ ਗੁਰੂ ਸਾਹਿਬਾਨ ਨਾਲ ਸੰਬੰਧਿਤ ਪੰਜਾਬੀ ਲਿਟਰੇਚਰ ਮਿਲਦਾ, ਨਾਟਕ ਮਿਲਦਾ, ਨਾਵਲ ਮਿਲਦਾ, ਵਾਰਤਕ ਮਿਲਦੀ ਹੈ, ਕਹਾਣੀ ਮਿਲਦੀ ਹੈ। ਉਹਦੇ ਵਿੱਚ ਜਿਸ ਤਰ੍ਹਾਂ ਦੀ ਗੱਲ ਆ ਰਹੀ ਐਕਚੁਅਲ ਦੇ ਵਿੱਚ ਸਟੇਟ ਦੀ ਗੱਲ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ 4 ਸਾਹਿਬਜ਼ਾਦੇ ਨੇ, ਤਾਂ ਬਾਅਦ ਦੇ ਵਿੱਚ ਉਹਨਾਂ ਦੇ ਗੱਲ ਪਿਛਲੇ ਦਿਨੀ ਵੀ ਇੱਕ ਬਹੁਤ ਗੰਭੀਰ ਮੁੱਦਾ ਚੱਲਿਆ, ਮਾਤਾ ਗੁਜਰੀ ਦੇ ਸਰਹੰਦ ਦੇ ਸੰਬੰਧ ਵਿੱਚ ਇੱਕ ਇਸ ਤਰ੍ਹਾਂ ਦੀ ਗੱਲ ਵੀ ਆਈ, ਸੁਸਾਈਡ ਕਰਨ ਦੀ ਗੱਲ ਵੀ ਉੱਥੇ ਕਿਤੇ ਨਾ ਕਿਤੇ ਆਈ। ਸਟੇਟ ਇਹ ਗੱਲ ਲੈ ਕੇ ਆਉਣਾ ਚਾਹੁੰਦੀ ਹੈ, ਪਰ ਪੰਜਾਬੀ ਦੇ ਬਹੁਤ ਸਾਰੇ ਹਿਸਟੋਰੀਅਨ ਇਹ ਗੱਲ ਨੂੰ ਆਪਣੇ ਆਪ ਕਿਤੇ ਨਾ ਕਿਤੇ ਵਿਸਥਾਰ ਦੇ ਵਿੱਚ, ਵਿਆਖਿਆ ਦੇ ਸੂਖਮ ਤਰੀਕੇ ਦੇ ਨਾਲ ਲਿਆ ਰਹੇ ਨੇ। ਪਿਛਲੇ ਦਿਨੀ ਬਹੁਤ ਸਾਰੀਆਂ ਹਿਸਟਰੀ ਦੀਆਂ ਕਿਤਾਬਾਂ ਦੇ ਸੰਦਰਭ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਜਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਿਛਲੇ ਦਿਨ ਮੈਂ ਇੱਕ ਕਵਿਤਾ ਪੜ੍ਹ ਰਿਹਾ ਸੀ, ਜਿਹਦੇ ਵਿੱਚ ਇੱਕ ਬਹੁਤ ਹੀ ਸੂਖਮ ਤਰੀਕੇ ਨਾਲ ਸਟੇਟ ਦੀ ਆਈਡੀਓਲੋਜੀ ਨੂੰ ਪੰਜਾਬੀ ਦਾ ਇੱਕ ਪੋਇਟ ਪੇਸ਼ ਕਰ ਰਿਹਾ। ਜਾਂ ਨਾਵਲ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਝਲਕਾਰੇ ਮਿਲਦੇ ਨੇ। ਜਦੋਂ ਅਸੀਂ ਕਿਸੇ ਵੀ ਹਿਸਟੋਰੀਕਲ ਮਸਲੇ ਨੂੰ ਵੇਖਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਤੱਥ ਤੁਹਾਡੇ ਕੋਲੇ ਆ, ਉਹ ਤੱਥ ਨੂੰ ਤੁਸੀਂ ਸਮਕਾਲ ਦੇ ਵਿੱਚ ਰੱਖ ਕੇ ਪੇਸ਼ ਕਰਨਾ ਹੁੰਦਾ। ਉਹ ਤੱਥ ਦੀ ਐਸਥੈਟਿਕਸ ਤਾਂ ਆਪਣੀ ਤਰ੍ਹਾਂ ਦੀ ਹੈ, ਤੱਥ ਦੀ ਇੱਕ ਆਪਣੀ ਤਰ੍ਹਾਂ ਦੀ ਵਿਆਖਿਆ ਅਸੀਂ ਲੈ ਕੇ ਆਵਾਂਗੇ। ਜਿਵੇਂ ਯੂਨੀਅਨ ਦਾ ਮਸਲਾ ਸਾਡੇ ਕੋਲੇ ਆ, ਉਵੇਂ ਲੇਖਕਾਂ ਦਾ ਮਸਲਾ ਸਾਡੇ ਕੋਲੇ ਆ, ਉਵੇਂ ਪ੍ਰਗਤੀਸ਼ੀਲ ਸਭਾਵਾਂ ਦਾ ਮਸਲਾ ਸਾਡੇ ਕੋਲੇ ਆ। ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਦੇ ਵਿੱਚ ਪੰਜਾਬ ਦੇ ਗੌਰਵ ਦੀ ਗੱਲ ਆਉਂਦੀ ਹੈ, ਉਹਨਾਂ ਨੂੰ ਨਗੇਟ ਕਰਕੇ ਡਸਟਬਿਨ ਸੁੱਟ ਦਿੱਤਾ ਜਾਂਦਾ। ਪਰ ਮੈਨੂੰ ਲੱਗਦਾ ਕਿ ਉਹ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ, ਉਹਨੂੰ ਪੰਜਾਬੀ ਦੀਆਂ ਬਹੁਤ ਸਾਰੀਆਂ ਵਿਧੀਆਂ ਨੇ, ਆਲੋਚਨਾ ਵਿਧੀਆਂ, ਮਾਰਕਸਿਜ਼ਮ ਲਾ ਲਓ ਭਾਵੇਂ, ਉਹ ਸੈਂਟਰਡ ਦੇ ਵਿੱਚ ਨਹੀਂ ਆ ਰਹੀ, ਜਿਹਦੇ ਨਾਲ ਜਿਹੜੀ ਸਟੇਟ ਦਾ ਪ੍ਰਵਚਨ ਹੈ, ਸਟੇਟ ਦਾ ਡਾਇਲੋਗ ਹੈ, ਸਾਡੇ ਲਿਟਰੇਚਰ ਦੇ ਵਿੱਚ ਪਾਠਕਾਂ ਤੱਕ ਮੈਨੂੰ ਤਾਂ ਲੱਗਦਾ ਹੁੰਦਾ ਜਾ ਰਿਹਾ। ਪਰ ਬਹੁਤੇ ਲੇਖਕ ਸੁਚੇਤ ਨੇ, ਜਿਵੇਂ ਕਾਲੀ ਬਹੁਤ ਸਾਰੀਆਂ ਪੋਲੀਟੀਕਲ ਗੱਲਾਂ ਕਰਦਾ ਹੈ, ਵਾਹਿਦ ਬਹੁਤ ਕਮਾਲ ਦੀ ਪੋਲੀਟੀਕਲ ਗੱਲਾਂ ਕਰਦਾ ਹੈ, ਪਾਲੀ ਭੁਪਿੰਦਰ, ਡਾਕਟਰ ਸਾਹਿਬ ਸਿੰਘ ਵਰਗੇ ਬੰਦੇ ਜਿਨ੍ਹਾਂ ਦਾ ਖਾਸ ਸਿੱਧਾ ਹੀ ਸੰਬੰਧ ਸਟੇਟ ਨਾਲ ਹੈ। ਪਰ ਕਿਤੇ ਕਿਤੇ ਖਾਸ ਥਾਂ 'ਤੇ ਜਾ ਕੇ ਉਹ ਵੀ ਇੱਕ ਟਰੈਪ ਦੇ ਵਿੱਚ ਫਸ ਜਾਂਦੇ ਨੇ, ਜਿੱਥੇ ਸਟੇਟ ਦੀ ਗੱਲ ਕਿਤੇ ਨਾ ਕਿਤੇ ਉਹਨਾਂ ਦੇ ਲਿਟਰੇਚਰ ਰਾਹੀਂ ਵੀ ਸਾਡੇ ਸਾਹਮਣੇ ਆ ਜਾਂਦੀ ਹੈ। ਤਾਂ ਇਹਦੇ 'ਚ ਇੱਕ ਹੋਰ ਵੀ ਗੱਲ ਆਉਂਦੀ ਹੈ ਕਿ ਕਈ ਵਾਰ ਪੰਜਾਬ ਦਾ ਕਲਚਰ ਹੈ ਜਿਹੜਾ, ਕੋਈ ਕਿਸੇ ਬਾਹਰੋਂ ਆਈ ਵਿਚਾਰਧਾਰਾ ਲਾ ਲਓ ਜਾਂ ਕਿਸੇ ਹੋਰ ਵਿਚਾਰਧਾਰਾ ਜਿਹਦੇ ਪ੍ਰਭਾਵ ਹੇਠ ਲੇਖਕ ਹੈਗਾ, ਉਹ ਲੇਖਕ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੀ ਕਈ ਵਾਰ ਕਈ ਗੱਲਾਂ ਨੂੰ ਨਕਾਰ ਕੇ ਚੱਲਣਾ ਚਾਹੁੰਦਾ, ਵੀ ਇਹਨਾਂ ਨੂੰ ਮੈਂ ਨਕਾਰ ਕੇ ਚੱਲਾਂ ਜਾਂ ਇਹ ਨਹੀਂ ਹੋਣੀਆਂ ਚਾਹੀਦੀਆਂ। ਤਾਂ ਉਹ ਪ੍ਰਭਾਵ ਕੀ ਇੱਥੇ ਕੰਮ ਕਰਦਾ ਹੈਗਾ, ਜਿਹੜਾ ਵਿਚਾਰਧਾਰਕ ਪ੍ਰਭਾਵ ਹੈ? ਬਹੁਤ ਜ਼ਿਆਦਾ ਕੰਮ ਕਰਦਾ। ਮੈਨੂੰ ਲੱਗਦਾ ਕਿ ਸਾਡੇ ਕੋਲੇ ਗੁਰਬਖਸ਼ ਸਿੰਘ ਪ੍ਰੀਤਲੜੀ ਜਦੋਂ ਆਪਣਾ ਇੱਕ ਡਾਇਲੋਗ ਲੈ ਕੇ ਆਉਂਦਾ, ਜਿਹਦੇ ਵਿੱਚ ਜਿੱਥੋਂ ਮੋਡਰਨਿਟੀ ਸਾਡੇ ਕੋਲੇ ਆਉਂਦੀ ਆ, ਆਧੁਨਿਕਤਾ ਸਾਡੇ ਕੋਲੇ ਆਉਂਦੀ ਆ, ਆਧੁਨਿਕਤਾ ਨੇ ਜਿਸ ਤਰ੍ਹਾਂ ਦੇ ਤਰਕ ਸਿਰਜੇ, ਮੈਨੂੰ ਲੱਗਦਾ ਹੈ ਕਿ ਆਧੁਨਿਕਤਾ ਨੇ ਜਿਸ ਤਰ੍ਹਾਂ ਦੀ ਆਪਣੀ ਗੱਲ ਲਿਆਂਦੀ, ਪੰਜਾਬੀ ਦੇ ਲੇਖਕਾਂ ਨੇ ਉਹਨੂੰ ਪੰਜਾਬੀ ਦੇ ਵਿੱਚ ਬਹੁਤ ਪ੍ਰਚਾਰਿਆ। ਪਰਮ ਮਨੁੱਖ ਵਰਗੀ ਗੱਲ ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਦੇ ਸੰਦਰਭ ਦੇ ਵਿੱਚ ਆਉਂਦੀ ਆ। ਮਤਲਬ ਕਿ ਜਿਹੜੀ ਗੁਰੂ ਦੀ ਐਸਥੈਟਿਕਸ ਆ, ਗੁਰੂ ਦਾ ਜਿਹੜਾ ਮਸਲਾ ਹੈ, ਉਹਨੂੰ ਜਦੋਂ ਅਸੀਂ ਪੰਜਾਬੀ ਦੇ ਵਿੱਚ ਲੈ ਕੇ ਆਉਂਦੇ ਹਾਂ, ਐਜ਼ ਏ ਹਿਊਮਨ ਬੀਇੰਗ ਲੈ ਕੇ ਆਉਂਦੇ ਹਾਂ, ਤਾਂ ਤੁਹਾਡੇ ਪੰਜਾਬ ਦੇ ਸਾਰੇ ਗੌਰਵ ਨੂੰ ਅਸੀਂ ਖਤਮ ਕਰ ਰਹੇ ਹੁੰਦੇ ਹਾਂ। ਤਾਂ ਪਰਮ ਮਨੁੱਖ ਤੋਂ ਬਾਅਦ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ, ਬਹੁਤ ਸਾਰੇ ਵਿਸ਼ੇਸ਼ਣਾਂ ਦੇ ਨਾਂ ਨਾਲ ਅਸੀਂ ਸੰਬੋਧਨ ਹੋਏ। ਪੰਜਾਬੀ ਦੇ ਨਾਟਕ ਆਏ, ਨਾਟਕ ਹਿਸਟੋਰੀ ਸਾਈਜ਼ ਕੀਤੇ ਗਏ। ਤੋਂ ਹਿਸਟਰੀ ਮੰਨ ਲਓ 1969 ਦੇ ਵਿੱਚ, 1469 ਦੀ ਤਰਜ਼ ਦੇ ਉੱਤੇ 1969 ਦੇ ਵਿੱਚ ਨਾਟਕ ਲਿਖੇ ਗਏ ਸ਼ਤਾਬਦੀਆਂ ਦੇ ਬਾਰੇ। ਇਹ ਸਾਰੇ ਮਸਲੇ ਬੜੇ ਗੰਭੀਰ ਨੇ, ਵਿਚਾਰਧਾਰਾਵਾਂ ਦੇ ਮਸਲੇ ਨੇ। ਵਿਚਾਰਧਾਰਾਵਾਂ ਦੇ ਵਿੱਚ ਜਿਸ ਤਰ੍ਹਾਂ ਕਮਿਟਮੈਂਟ ਦੇ ਵਿੱਚ ਪੈ ਕੇ ਪ੍ਰਗਤੀਵਾਦੀ, ਜਿਹੜਾ ਪ੍ਰਗਤੀਵਾਦ ਆਉਂਦਾ ਸਾਡੇ ਕੋਲੇ, ਉਹਨੇ ਜਿਹੜੇ ਮਸਲਿਆਂ ਨੂੰ, ਉਸ ਦੌਰ ਦਾ ਤੁਸੀਂ ਸਾਰਾ ਲਿਟਰੇਚਰ ਪੜ੍ਹ ਲਓ, ਉਸ ਲਿਟਰੇਚਰ ਦੀ ਇੱਕ ਖਾਸ ਤਰ੍ਹਾਂ ਦੀ ਲੇਅਰ ਹੈ। ਉਸ ਲੇਅਰ ਤੋਂ ਇੱਧਰ ਉੱਧਰ ਰਹਿ ਗਏ ਬੰਦੇ ਸਾਰੇ ਮਾਰੇ ਗਏ। ਤੁਸੀਂ ਦੇਖੋ, ਕਦੇ ਸਾਡੇ ਕੋਲੇ ਤੁਸੀਂ ਪ੍ਰਗਤੀਵਾਦ ਦੀ ਗੱਲ ਕਰਦੇ ਹਾਂ, ਅੰਮ੍ਰਿਤਾ ਪ੍ਰੀਤਮ ਸਾਡੇ ਕੋਲੇ ਆ ਜਾਂਦੀ ਹੈ। ਸਾਡੇ ਕੋਲੇ 2-3 ਬੰਦੇ ਹੋਰ ਨੇ, ਮੋਹਨ ਸਿੰਘ ਸਾਡੇ ਕੋਲੇ ਆ ਜਾਂਦਾ। ਪਰ ਉਸ ਦੌਰ ਦੇ ਵਿੱਚ ਬਾਵਾ ਬਹੁਤ ਵੱਡਾ ਪੋਇਟ ਸੀ, ਬਹੁਤ ਵਾਰੀ ਉਹਨੂੰ ਅਸੀਂ ਮਿਸ ਕੀਤਾ। ਸਾਡੇ ਕੋਲੇ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਬਹੁਤ ਵੱਡਾ ਕਵੀ ਹੈ। ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਅਜੇ ਤੱਕ ਲੂਣਾ ਤੋਂ ਬਿਨਾਂ ਉਹਦੀ ਬਹੁਤ ਸਾਰੀ ਕਵਿਤਾ ਹੈ, ਜਿਹੜੀ ਦੇ ਬਾਰੇ ਰਾਇ ਬਣਾਉਣ ਦੀ ਜ਼ਰੂਰਤ ਹੈ। ਅਜੇ ਤੱਕ ਪੰਜਾਬੀ ਦੇ ਵੱਡੇ ਵੱਡੇ ਚਿੰਤਕਾਂ ਨੇ ਉਸ ਬਾਰੇ ਰਾਇ ਨਹੀਂ ਬਣਾਈ। ਜਿਹੜੀ ਵਿਚਾਰਧਾਰਾਵਾਂ ਦੇ ਮਸਲੇ ਨੇ, ਵਿਚਾਰਧਾਰਾਵਾਂ ਦੇ ਮਸਲੇ ਬੜੇ ਗੰਭੀਰ ਨੇ। ਇਹਨੂੰ ਅਸੀਂ ਜਦੋਂ ਅਸੀਂ ਪੜ੍ਹਦੇ ਹਾਂ, ਖਾਸ ਤਰ੍ਹਾਂ ਦੀਆਂ ਵਰਕਸ਼ਾਪ ਚੱਲਦੀਆਂ ਨੇ ਪੰਜਾਬ ਦੇ ਵਿੱਚ, ਪੰਜਾਬੀ ਚਿੰਤਨ ਦੇ ਵਿੱਚ। ਤੁਸੀਂ ਆਪਣੀ ਜਦੋਂ ਵੱਖਰੀ ਗੱਲ ਕਿਤੇ ਲੈ ਕੇ ਜਾਂਦੇ ਹੋ, ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਮੂਵਮੈਂਟ ਬਾਰੇ ਕਵਿਤਾਵਾਂ ਲਿਖੀਆਂ, ਜਿਹੜੀ ਵੀ ਕਵਿਤਾ ਨੇ ਪੰਜਾਬ ਦੇ ਆਦਰਸ਼ ਦੀ ਗੱਲ ਕਰੀ, ਪੰਜਾਬ ਦੀ ਹਿਸਟੋਰੀਸਾਈਜ਼ ਪੰਜਾਬ ਨੂੰ ਕਰਨ ਦੀ ਗੱਲ ਕਰੀ, ਉਹਦੇ ਵਿੱਚ 2 ਗੱਲਾਂ ਬਹੁਤ ਮਸ਼ਹੂਰ ਚੱਲੀਆਂ, ਮਕਬੂਲ ਹੋਈਆਂ।
ਇੱਕ ਕਾਲਕ ਨਾਇਕ ਨੇ ਸਾਡੇ ਕੋਲ, ਇੱਕ ਅਕਾਲਕ ਨਾਇਕ ਨੇ। ਮੈਨੂੰ ਲੱਗਦਾ ਕਿਹੜੇ ਹਿਸਟਰੀ ਦੇ ਵਿੱਚ ਪਏ ਹੋਏ ਨਾਇਕ ਨੇ ਉਹਨਾਂ ਨੂੰ ਕਿਸੇ ਕਾਲ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਤਾਂ ਸਾਡੇ ਕੋਲ ਕਾਲਕ ਨਾਇਕ ਨੇ, ਪਿਛਲੀ ਸਦੀ ਦੇ ਵਿੱਚ ਬਹੁਤ ਸਾਰੇ ਨਾਇਕ ਸਾਡੇ ਕੋਲ ਆਉਂਦੇ ਨੇ, ਪਰ ਜਦੋਂ ਪੰਜਾਬੀ ਦੇ ਲੇਖਕ ਨੂੰ ਮੈਨੂੰ ਲੱਗਦਾ ਕਿ ਖਾਸ ਥਾਂ ਦੇ ਉੱਤੇ ਜਾ ਕੇ ਹਵਾਲੇ ਦੀ ਗੱਲ ਕਰਨੀ ਪੈਂਦੀ ਹੈ ਤਾਂ ਉਹਦੇ ਕੋਲ ਇੱਕੋ ਹੀ ਰਾਹ ਬਚਦਾ ਹੈ, ਉਹ ਹੈ ਸਿੱਖ ਇਤਿਹਾਸ। ਉਹ ਸਿੱਖ ਇਤਿਹਾਸ 'ਚੋਂ ਆਪਣਾ ਹਵਾਲਾ ਲੈ ਕੇ ਆਉਂਦਾ। ਉਹ ਭਾਵੇਂ ਬੰਦਾ ਸਿੰਘ ਬਹਾਦਰ ਰਾਹੀਂ ਆਪਣੀ ਗੱਲ ਲੈ ਕੇ ਆਉਂਦਾ, ਭਾਵੇਂ ਮਹਾਰਾਜਾ ਰਣਜੀਤ ਸਿੰਘ ਰਾਹੀਂ ਆਪਣੀ ਗੱਲ ਲੈ ਕੇ ਆਉਂਦਾ, ਭਾਵੇਂ ਹਰੀ ਸਿੰਘ ਨਲੂਏ ਰਾਹੀਂ ਆਪਣੀ ਗੱਲ ਲੈ ਕੇ ਆਉਂਦਾ, ਭਾਵੇਂ ਗੁਰੂ ਗੋਬਿੰਦ ਸਿੰਘ ਰਾਹੀਂ, ਕਿਉਂਕਿ ਸੰਤ ਸਿਪਾਹੀ ਦੇ ਕਨਸੈਪਟ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਇਹਨੇ ਦਿਨੇ ਚੀਕ ਵੇਲੇ ਦਾ ਬਹੁਤ ਵੱਡਾ ਮਸਲਾ ਚੱਲਿਆ ਹੋਇਆ ਕਿਸਾਨੀ ਮੂਵਮੈਂਟ ਦੇ ਸੰਦਰਭ ਦੇ ਵਿੱਚ, ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਆਉਂਦੇ ਨੇ ਕਿ ਚੀਕ ਗਵੇਰਾ ਦੀ ਪੰਜਾਬੀ ਕਿਸਾਨੀ ਨੂੰ ਕੀ ਦੇਣ ਹੈ। ਤਾਂ ਉੱਥੇ ਸਾਨੂੰ ਲੱਗਦਾ, ਮਹਿਸੂਸ ਹੁੰਦਾ ਵੀ ਪੰਜਾਬੀ ਦੇ ਕੋਲੇ, ਪੰਜਾਬ ਦੇ ਕੋਲੇ ਇੱਕ ਆਪਣੀ ਤਰ੍ਹਾਂ ਦਾ ਗੌਰਵ ਹੈ, ਇੱਕ ਆਪਣੀ ਤਰ੍ਹਾਂ ਦੀ ਐਸਥੈਟਿਕ ਸੈਂਸ ਹੈ। ਪੰਜਾਬੀ ਦੇ ਕੋਲੇ ਆਪਣੀ ਤਰ੍ਹਾਂ ਦੇ ਇੱਕ ਨਾਇਕ ਨੇ। ਉਹਨਾਂ ਨੂੰ ਇਗਨੋਰ ਕਰਕੇ ਅਸੀਂ ਪਿਛਲੇ ਦਿਨੀ ਸੂਰਜ ਦੀ ਅੱਖ 'ਤੇ ਬਹੁਤ ਸਾਰੀ ਡਿਬੇਟ ਇਸ ਸੰਦਰਭ ਦੇ ਵਿੱਚ ਚੱਲੀ। ਤਾਂ ਜਿਹੜੇ ਵਿਚਾਰਧਾਰਾਵਾਂ ਦੇ ਮਸਲੇ ਨੇ, ਰਾਣੀ ਤੱਤ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਬਾਹਰ ਸੁੱਟ ਦਿੱਤਾ ਜਾਂਦਾ, ਸੂਹੇ ਅੱਖਰ ਨੂੰ ਇਸ ਕਰਕੇ ਬਾਹਰ ਕਰ ਦਿੱਤਾ ਜਾਂਦਾ, ਜਾਂ ਪੰਜਾਬੀ ਦੇ ਵਿੱਚ ਹਰਭਜਨ ਸਿੰਘ ਨੂੰ ਇਵਨ ਕਿ, ਜਾਂ ਜਸਵੰਤ ਸਿੰਘ ਨੇਕੀ ਨੂੰ ਪੰਜਾਬੀ ਦੇ ਵਿੱਚ ਹਰਿੰਦਰ ਸਿੰਘ ਮਹਿਬੂਬ ਦੇ ਸੰਬੰਧ ਵਿੱਚ ਤਾਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੀ ਫਿਲਾਸਫੀਕਲ ਸਮਝ ਹਰਿੰਦਰ ਸਿੰਘ ਮਹਿਬੂਬ ਨੂੰ ਹੈ ਪੰਜਾਬ ਦੀ, ਉਹਨੂੰ ਬਾਰ-ਬਾਰ ਬਾਹਰ ਸੁੱਟਿਆ ਜਾਂਦਾ ਕੱਢ-ਕੱਢ। ਪਰ ਹਰਿੰਦਰ ਸਿੰਘ ਮਹਿਬੂਬ ਦੀ ਆਇਡੈਂਟੀਟੀ ਨੂੰ ਅਸੀਂ ਕਿੰਨਾ ਮਰਜ਼ੀ ਚਿੰਤਨ ਦੇ ਵਿੱਚੋਂ ਖਤਮ ਕਰੀਏ, ਉਹ ਖਤਮ ਨਹੀਂ ਹੁੰਦੀ। ਉਹਦਾ ਚਿੰਤਨ ਹੀ ਐਡੇ ਕਮਾਲ ਦਾ, ਕਿਉਂਕਿ ਪੰਜਾਬ ਦਾ ਚਿੰਤਨ ਹੈ, ਪੰਜਾਬ ਦੇ ਆਦਰਸ਼ ਦਾ ਚਿੰਤਨ ਹੈ, ਗੁਰੂ ਗ੍ਰੰਥ ਸਾਹਿਬ ਨੂੰ ਕੇਂਦਰ ਦੇ ਵਿੱਚ ਰੱਖ ਕੇ ਸਿਰਜਿਆ ਹੋਇਆ ਖਾਸ ਤਰ੍ਹਾਂ ਦਾ ਚਿੰਤਨ ਹੈ, ਜਿਹਨੂੰ ਨਗੇਟ ਨਹੀਂ ਕੀਤਾ ਜਾ ਸਕਦਾ। ਪਰ ਪਿਛਲੇ ਦਿਨੀ ਵੀ ਇੱਕ ਕਿਤਾਬ ਵਾਰਤਕ ਦੀ ਆਈ, ਉਹਦੇ ਹਵਾਲੇ ਨਾਲ ਵੀ ਝਨਾਂ ਦੀ ਰਾਤ ਨੂੰ ਅਵਾਰਡ ਕਿਵੇਂ ਮਿਲਿਆ, ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਬੰਦਿਆਂ ਦੇ ਪ੍ਰਤੀਕਰਮ ਆਏ। ਅਖੀਰ ਦੇ ਵਿੱਚ ਜਗਤਾਰ ਜੀਤ ਦਾ ਇੱਕ ਬਹੁਤ ਕਮਾਲ ਦਾ ਆਰਟੀਕਲ ਫਿਲਹਾਲ ਦੇ ਵਿੱਚ ਛਪਦਾ, ਪਰ ਫਿਲਹਾਲ ਦੇ ਵਿੱਚ ਵੀ ਅਖੀਰਲੇ 2 ਪੈਰਿਆਂ ਦੇ ਵਿੱਚ ਜਿੱਥੇ ਹਰਭਜਨ ਸਿੰਘ ਦੀ ਰਾਏ ਆ ਉਹਨੂੰ ਛਾਪਿਆ ਨਹੀਂ ਜਾਂਦਾ। ਉਹਦੇ ਵਿੱਚ ਇੱਕ ਸਤਰ ਹਰਭਜਨ ਸਿੰਘ ਨੇ ਬਹੁਤ ਕਮਾਲ ਦੀ ਲਿਖੀ ਸੀ ਕਿ ਲੇਖਕ ਨੇ ਸੱਤਾ ਨਾਲ ਨਹੀਂ, ਸਤਾਏ ਹੋਏ ਲੋਕਾਂ ਨਾਲ ਖੜਨਾ ਹੁੰਦਾ। ਤਾਂ ਹਰਭਜਨ ਸਿੰਘ ਦੀ ਇਸ ਟਿੱਪਣੀ ਤੋਂ ਝਨਾਂ ਦੀ ਰਾਤ ਦਾ ਸਾਰਾ ਮੁਹਾਂਦਰਾ ਸਾਡੇ ਸਾਹਮਣੇ ਆ ਜਾਂਦਾ। ਤਾਂ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਪੰਜਾਬੀ ਦੇ ਵਿੱਚ ਖਾਸ ਤਰ੍ਹਾਂ ਦੀ ਵਿਚਾਰਧਾਰਾ ਦਾ ਬੋਲਬਾਲਾ ਹੈ, ਜਿਹਨੂੰ ਮਾਰਕਸਿਜ਼ਮ ਵੀ ਮੈਂ ਕਹਿ ਸਕਦਾ। ਮਾਰਕਸਿਜ਼ਮ ਰਾਹੀਂ ਸਾਰੀਆਂ ਪੜਤਾਂ ਨਹੀਂ ਪੜ੍ਹੀਆਂ ਜਾ ਸਕਦੀਆਂ। ਪੰਜਾਬ ਨੂੰ ਸਮਝਣ ਦੇ ਲਈ ਅਸੀਂ ਇੱਕ ਵਿਧੀ ਨੂੰ ਜਦੋਂ ਅਸੀਂ ਵਰਤ ਲੈਂਦੇ ਹਾਂ ਨਾ, ਮੈਨੂੰ ਲੱਗਦਾ ਕਿ ਮਾਰਕਸਿਜ਼ਮ ਆਪਣੇ ਆਪ ਦੇ ਵਿੱਚ ਕਮਾਲ ਦਾ ਬਾਤ ਹੈ, ਪਰ ਮਾਰਕਸਿਜ਼ਮ ਦੀਆਂ ਬਹੁਤ ਸਾਰੀਆਂ ਸੀਮਾਵਾਂ ਨੇ, ਕਿਉਂਕਿ ਹਰੇਕ ਫਿਲਾਸਫੀ ਦੀ ਇੱਕ ਸੀਮਾ ਹੁੰਦੀ ਹੈ, ਸਿਰਜਣਾ ਦੀ ਕੋਈ ਸੀਮਾ ਨਹੀਂ ਹੁੰਦੀ। ਸਿਰਜਣਾ ਨੇ, ਪਾਲੀ ਨੇ ਇੱਕ ਬਹੁਤ ਕਮਾਲ ਦੀ ਗੱਲ ਕਰੀ ਕਿਸੇ ਇੰਟਰਵਿਊ ਦੇ ਵਿੱਚ ਕਿ ਲੱਗਦਾ ਹੈ ਕਿ ਖੁੱਲ੍ਹੀਆਂ ਸੋਚਾਂ ਖਤਰਨਾਕ ਹੁੰਦੀਆਂ ਨੇ, ਪਰ ਖੁੱਲ੍ਹੀਆਂ ਸੋਚਾਂ ਰਾਹੀਂ ਜਿੱਥੇ ਪਹੁੰਚਿਆ ਜਾ ਸਕਦਾ ਉਹ ਇਸ ਤੋਂ ਵੀ ਅਗਾਂਹ ਦੀ ਗੱਲ ਹੈ। ਜਿਹੜੀ ਗੱਲ ਗੁਰਮੀਤ ਕੜਿਆਲਵੀ ਨੇ ਸੂਖਮ ਹਿੰਸਾ ਦੀ ਗੱਲ ਕਰੀ ਉਹ 21 ਦਿਨ ਨਾਵਲ ਦੇ ਵਿੱਚ, ਜਾਂ ਜਿਹੜੀ ਗੱਲ ਕੁਲਦੀਪ ਦੀਪ ਦੇ ਖਾਸ ਕਰਕੇ ਜਿਹੜੇ ਉਹ ਲਿਖਦਾ ਲੰਮੇ ਲੰਮੇ ਲੇਖ, ਜਾਂ ਡਾਕਟਰ ਗੁਰਮੁਖ ਸਿੰਘ ਜਿਹੜੀਆਂ ਗੱਲਾਂ ਕਰਦਾ, ਜਾਂ ਡਾਕਟਰ ਯਾਦਵਿੰਦਰ ਨੇ ਇੱਕ ਬਹੁਤ ਵਧੀਆ ਆਰਟੀਕਲ ਫਿਲਹਾਲ ਦੇ ਵਿੱਚ ਲਿਖਿਆ ਸੀ, ਹਿੰਸਾ ਪੰਜਾਬ ਦੀ ਸਿਆਸਤ। ਸਾਨੂੰ ਇਹ ਸਮਝਣੇ ਚਾਹੀਦੇ ਨੇ। ਅਤੇ ਇਸ ਦੌਰ ਦੇ ਵਿੱਚ ਸਾਨੂੰ ਜਿਹੜੀਆਂ ਵਿਚਾਰਧਾਰਾਵਾਂ ਨੇ, ਜਦੋਂ ਅਸੀਂ ਕਹਿੰਦੇ ਕਿ ਇਹ ਦੌਰ ਮਾਨਵਤਾ ਦਾ ਦੌਰ ਹੈ, ਇਹ ਦੌਰ ਦੇ ਵਿੱਚ ਉੱਤਰ ਆਧੁਨਿਕਤਾ ਦੀ ਤੁਸੀਂ ਗੱਲ ਕਰਦੇ ਹਾਂ ਕਿ ਏਕਤਾ ਦੀ ਗੱਲ ਨਹੀਂ, ਅਨੇਕਤਾ ਦੀ ਗੱਲ ਹੈ, ਤਾਂ ਉਸ ਅਨੇਕਤਾ ਦੇ ਵਿੱਚ ਮੈਨੂੰ ਲੱਗਦਾ ਕਿ ਸਾਰੀਆਂ ਕਿਤਾਬਾਂ ਨੂੰ ਬਰਾਬਰ ਦੀ ਇੰਪੋਰਟੈਂਸ ਮਿਲਣੀ ਚਾਹੀਦੀ ਹੈ। ਅਤੇ ਉਹਨਾਂ ਸਾਰੀਆਂ ਕਿਤਾਬਾਂ ਦੇ ਵਿੱਚ ਜਿਹੜੇ ਵੱਡੇ ਗੰਭੀਰ ਮਸਲੇ ਨੇ ਉਹਨਾਂ ਬਾਰੇ ਵਾਰ-ਵਾਰ ਗੱਲ ਹੋਣੀ ਚਾਹੀਦੀ ਹੈ। ਅੱਛਾ, ਇੱਥੇ ਇਹਨਾਂ ਮਸਲਿਆਂ ਦੇ ਵਿੱਚ ਨਾ ਇੱਕ ਸਥਾਪਿਤ ਲੇਖਕ ਨੇ ਜਿਹੜੇ ਆਪਣੇ, ਉਹਨਾਂ ਬਾਰੇ ਵੀ ਬੜਾ ਕੁਛ ਸਾਹਮਣੇ ਆਉਂਦਾ ਹੈ ਕਿ ਕਈ ਵਾਰ ਸਥਾਪਿਤ ਲੇਖਕ ਹੁੰਦੇ ਆ ਜਿਹੜੇ ਉਹ ਆਪਦੀ ਸਥਾਪਤੀ ਨੂੰ ਬਰਕਰਾਰ ਰੱਖਣ ਵਾਸਤੇ ਨਾਲ ਤੁਰ ਪੈਂਦੇ ਆ ਕਿਸੇ ਬਾਤ ਦੇ ਜਾਂ ਵਿਚਾਰਧਾਰਾ ਦੇ। ਤਾਂ ਉਹਨਾਂ ਦਾ ਕੋਈ, ਤੁਸੀਂ ਉਹਨਾਂ ਬਾਰੇ ਕੀ ਕਹਿਣਾ? ਉਹਨਾਂ ਨੂੰ ਮਤਲਬ ਆਪਣਾ ਸਪਸ਼ਟ ਥੋੜ੍ਹਾ ਜਿਹਾ ਹੋਣਾ ਚਾਹੀਦਾ ਇਹਨਾਂ ਗੱਲਾਂ ਬਾਰੇ। ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਸਾਡੇ ਜ਼ਿਆਦਾਤਰ ਲੇਖਕ ਕਹਾਣੀ ਵਾਲੇ, ਮੈਂ ਖਾਸ ਕਰਕੇ ਕਹਿਣਾ ਹੁੰਦਾ, ਨਾਵਲ ਵਾਲਿਆਂ ਨੇ ਇਸ ਗਲਪ ਦੇ ਵਿੱਚ ਖਾਸ ਕਰ 2 ਤਰ੍ਹਾਂ ਨੇ, ਕਹਾਣੀ ਅਤੇ ਨਾਵਲ। ਜਦੋਂ ਕੋਈ ਚਿੰਤਕ ਗੱਲ ਕਰਦਾ, ਸਾਡੇ ਕੋਲੇ ਤਾਂ ਹੁਣ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਅਵਾਰਡਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਗੱਲ ਕਹਿਣੀ ਸ਼ੁਰੂ ਕਰਤੀ ਹੈ। ਤਾਂ ਇਹ ਸਮੱਸਿਆ ਸਾਡੇ ਕੋਲੇ ਉਦੋਂ ਆਉਂਦੀ ਹੈ ਜਦੋਂ ਕੋਈ ਚਿੰਤਕ ਆਪਣੀ ਗੱਲ ਲੈ ਕੇ ਆਉਂਦਾ, ਖਾਸ ਕਰਕੇ ਉਹਨੇ ਕੋਈ ਨਵੀਆਂ ਕਿਤਾਬਾਂ ਪੜ੍ਹੀਆਂ ਨੇ, ਨਵੀਆਂ ਗੱਲਾਂ ਪੜ੍ਹੀਆਂ ਨੇ, ਕਿਧਰੋਂ ਨਵੀਂ ਤਰ੍ਹਾਂ ਦੀ ਸਮਝ ਡਿਵੈਲਪ ਕਰੀ ਹੈ। ਉਹ ਚਿੰਤਕ ਕਿਸੇ ਖਾਸ ਥਾਂ ਦੇ ਉੱਤੇ ਖੜ੍ਹ ਕੇ ਜਦੋਂ ਕੋਈ ਗੱਲ ਕਰਦਾ ਹੈ, ਪਿਛਲੇ ਦੌਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਹਾਣੀ ਦੀ ਪ੍ਰੋਬਲਮ ਆਈ, ਉਹ ਆਈ ਕਿ ਮੈਂ ਮੂਲਕਤਾ ਦੀਆਂ, ਮਨੋਵਚਨੀ ਦੀਆਂ ਕਹਾਣੀਆਂ ਬਹੁਤ ਆਈਆਂ। ਜਿੰਨੀਆਂ ਕਹਾਣੀਆਂ ਪੜ੍ਹੀਆਂ ਮੈਂ ਪਿਛਲੇ 3-4 ਮਹੀਨਿਆਂ ਦੇ ਵਿੱਚ 150-200 ਕਹਾਣੀ ਪੜ੍ਹਨ ਦੀ ਕੋਸ਼ਿਸ਼ ਕਰੀ,
ਉਹਦੇ ਵਿੱਚ ਮੈਂ ਪਾਤਰ ਨੇ ਸਾਰੇ। ਤਾਂ ਉਹ ਜਦੋਂ ਗੱਲ ਕੋਈ ਲੈ ਕੇ ਆਇਆ, ਪੰਜਾਬੀ ਚਿੰਤਨ ਦੇ ਵਿੱਚ ਇਹ ਗੱਲ ਆਈ ਕਿ ਮੈਂ ਮੂਲਕਤਾ ਦੀ ਕਹਾਣੀ ਦਾ ਇੱਕ ਆਪਣੀ ਤਰ੍ਹਾਂ ਦਾ ਸੁਹਜ ਆ, ਆਪਣੀ ਤਰ੍ਹਾਂ ਦੇ ਇਹ ਸਾਰਾ ਕੁਛ ਉਹਨਾਂ ਨੇ ਜਦੋਂ ਸਿਰਜਿਆ, ਤਾਂ ਪੰਜਾਬੀ ਦੇ ਲੇਖਕਾਂ ਨੂੰ ਲੱਗਿਆ ਕਿ ਇਹ ਕਹਾਣੀ ਅਸੀਂ ਕਿਉਂ ਨਹੀਂ ਲਿਖੀ। ਪੰਜਾਬੀ ਦੇ ਸਾਰੇ ਲੇਖਕ ਉਸ ਦੌਰ ਦੇ ਵਿੱਚ ਬਣ ਗਏ। ਮੈਨੂੰ ਲੱਗਦਾ ਕਿ ਜੇਕਰ ਕਿਸੇ ਮਸਲੇ ਬਾਰੇ ਇਕਹਿਰੀ ਕਹਾਣੀ ਲਿਖੀ ਪਈ ਹੈ ਤਾਂ ਉਹਦੀ ਆਪਣੀ ਤਰ੍ਹਾਂ ਦਾ ਇੱਕ ਸੁਹਜ ਹੈ, ਪਰ ਜਦੋਂ ਉਸ ਕਹਾਣੀ ਦਾ ਇੱਕ ਫੈਸ਼ਨ ਤੁਸੀਂ ਬਣਾ ਕੇ ਧਰ ਲਓਗੇ, ਇਹਨੇ ਵੀ ਮੈਂ ਨਾਮ ਨਹੀਂ ਲੈਣਾ ਕਿ ਪੰਜਾਬੀ ਦੇ ਕਈ ਲੇਖਕ ਨੇ, ਉਹਨਾਂ ਦੀਆਂ ਸਾਰੀਆਂ ਕਹਾਣੀਆਂ ਮੈਂ ਮੂਲਕਤਾ ਦੀਆਂ ਕਹਾਣੀਆਂ ਨੇ, ਇੱਕ ਕਹਾਣੀ ਤੋਂ ਬਾਅਦ ਸਾਰੀਆਂ ਕਹਾਣੀਆਂ ਦੁਹਰਾ ਦੀਆਂ ਕਹਾਣੀਆਂ ਨੇ। ਤਾਂ ਇਹ ਬਹੁਤ ਖਤਰਨਾਕ ਗੱਲ ਹੈ ਆਪਣੇ ਆਪ ਦੇ ਵਿੱਚ। ਪੰਜਾਬੀ ਕਵਿਤਾ ਦੇ ਵਿੱਚ ਵੀ ਵਾਪਰਦਾ, ਬਰਤਾਂਤਕ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੰਦੇ ਨੇ ਸਾਡੇ ਲੇਖਕ। ਜਦੋਂ ਕੋਈ ਚਿੰਤਕ ਆਪਣੀ ਗੱਲ ਲੈ ਕੇ ਆਉਂਦਾ ਵੀ ਕਾਹ ਵੀ ਗੱਲ ਪੰਜਾਬੀ ਦੇ ਵਿੱਚ ਹੈ, ਤਾਂ ਅਸੀਂ ਉਹਦੇ ਬਾਰੇ ਮਿੰਨੀ ਕਹਾਣੀ ਇਸ ਗੱਲ ਨੇ ਬਹੁਤ ਮਾਰੀ ਹੋਈ ਹੈ ਕਿ ਕਿੰਨਰਾਂ ਬਾਰੇ ਮੰਨ ਲਓ ਕਿਤੇ ਕਿਸੇ ਕਿਤਾਬ ਨੂੰ ਅਵਾਰਡ ਮਿਲਦਾ ਤਾਂ ਪਿਛਲੇ ਸਾਲਾਂ ਦੇ ਵਿੱਚ ਪੂਰਾ ਗਿਣਤੀਆਂ ਮਿਣਤੀਆਂ ਦੇ ਨਾਲ ਉਹ ਕਿਤਾਬਾਂ ਸਾਡੇ ਕੋਲੇ ਆਉਂਦੀਆਂ ਨੇ, ਕਹਾਣੀਆਂ ਸਾਡੇ ਕੋਲੇ ਆਉਂਦੀਆਂ ਨੇ। ਜਸਵੀਰ ਰਾਣਾ ਕਿਤਾਬ ਐਡਿਟ ਕਰਦਾ, ਉਸ ਤੋਂ ਬਾਅਦ ਰਾਣਾ ਦਾ ਨਾਵਲ ਆਉਂਦਾ ਜਾਂ ਹਿੰਦੀ ਦੇ ਵਿੱਚ ਨਾਵਲ ਆਉਂਦੇ ਨੇ, ਪੰਜਾਬੀ ਦੇ ਵਿੱਚ ਨਾਵਲ ਆਉਂਦੇ ਨੇ, ਪੰਜਾਬੀ ਦੇ ਵਿੱਚ ਕਹਾਣੀਆਂ ਆਉਂਦੀਆਂ ਨੇ, ਹਰਕੀਰਤ ਕੌਰ ਚਹਿਲ ਦਾ ਨਾਵਲ ਆਉਂਦਾ। ਇਹ ਇੱਕ ਖਾਸ ਤਰ੍ਹਾਂ ਦੀ ਗੱਲ ਹੈ ਜਿਹੜੀ ਸਾਨੂੰ ਲੱਭ ਜਾਂਦੀ ਹੈ, ਅਸੀਂ ਉਹਦੇ ਬਾਰੇ ਲਿਖਣਾ ਸ਼ੁਰੂ ਕਰ ਦਿੰਦੇ ਹਾਂ, ਪਰ ਸਾਡਾ ਅਨੁਭਵ ਉਸ ਮਸਲੇ ਦਾ ਜਮਾ ਹੀ ਨਹੀਂ ਹੁੰਦਾ, ਤਾਂ ਕਰਕੇ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਦਰਪੇਸ਼ ਨੇ। ਜਿਵੇਂ ਹੁਣ ਤੁਸੀਂ ਅਵਾਰਡਾਂ ਦੀ ਗੱਲ ਕਰੀ, ਅਵਾਰਡਾਂ ਦੀ ਵੀ ਗੱਲ ਆਪਣੇ ਕਰਨ ਚ ਆ ਗਈ ਕਿ ਹੁਣ ਇੱਕ ਅਵਾਰਡ ਦਾ ਰੌਲਾ ਵੱਡੇ ਪੱਧਰ ਤੇ ਪੈ ਰਿਹਾ। ਕਾਫੀ ਜਿਹੜੇ ਵੱਡੇ ਲੇਖਕ ਨੇ ਉਹ ਵੀ ਇਸ ਬਾਰੇ ਗੱਲਾਂ ਕਰ ਰਹੇ ਆ ਕਿ ਅਵਾਰਡ ਕਿਸ ਤਰ੍ਹਾਂ ਦੇਣੇ ਚਾਹੀਦੇ ਆ, ਕਿਹੜੀਆਂ ਕਿਤਾਬਾਂ ਵਿੱਚ ਆ ਗਈਆਂ, ਕਿਹੜੀਆਂ ਬਾਹਰ ਨਿਕਲ ਗਈਆਂ। ਇਹ ਵੱਡਾ ਮਸਲਾ ਬਣਿਆ ਹੋਇਆ ਪੰਜਾਬੀ ਸਾਹਿਤ ਦਾ, ਤਾਂ ਇਹਦੇ ਬਾਰੇ ਵੀ ਮੇਰੇ ਖਿਆਲ ਚ ਦਰਸ਼ਕਾਂ ਨੂੰ ਆਪਾਂ ਨੂੰ ਦੱਸਣਾ ਚਾਹੀਦਾ। ਹਾਂਜੀ ਹਾਂਜੀ। ਇਹਨਾਂ ਦਿਨਾਂ ਦੇ ਵਿੱਚ ਨਾ ਦੋ ਤਿੰਨ ਗੱਲਾਂ ਬਹੁਤ ਨੇ। ਇੱਕ ਤਾਂ ਇਹ ਹੈ ਵੀ ਜਦੋਂ ਕਿਸੇ ਵੀ ਕਿਤਾਬ ਨੂੰ ਅਵਾਰਡ ਮਿਲਦਾ, ਇਹਨਾਂ ਦਿਨਾਂ ਦੇ ਵਿੱਚ ਜਿੱਧਰ ਤੁਸੀਂ ਸੰਕੇਤ ਕਰਿਆ ਉਹ ਢਾਹਾਂ ਅਵਾਰਡ ਹੈ। ਕਿਤਾਬਾਂ ਇੱਕ ਸਾਲ ਦੇ ਵਿੱਚ ਗਲਪ ਦੀਆਂ ਕਿੰਨੀਆਂ ਆਈਆਂ, ਕਹਾਣੀਆਂ ਦੀਆਂ ਕਿੰਨੀਆਂ ਆਈਆਂ, ਨਾਵਲ ਦੀਆਂ ਕਿੰਨੀਆਂ ਆਈਆਂ, ਮੇਰੇ ਖਿਆਲ ਨਾਲ 40-45 ਕਿਤਾਬਾਂ ਸਾਡੇ ਕੋਲੇ ਆ ਜਾਂਦੀਆਂ ਨੇ। ਉਹਨਾਂ ਨੇ ਪਿਛਲੇ ਦਿਨ ਕੀ ਕਰਿਆ ਕਿ 8 ਕਿਤਾਬਾਂ ਨੂੰ ਸ਼ਾਰਟ ਲਿਸਟ ਕਰ ਲਿਆ। ਪਾਠਕ ਹੋਣ ਦੇ ਨਾਤੇ ਮੈਂ ਉਹਨਾਂ ਕਿਤਾਬਾਂ ਦੇ ਵਿੱਚੋਂ 5 ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਜਦੋਂ ਮੈਂ ਰਾਇ ਦੇਣੀ ਸ਼ੁਰੂ ਕਰਦਾ, ਪਹਿਲੀ ਗੱਲ ਤਾਂ ਕਿ ਜਦੋਂ ਵੀ ਕੋਈ ਨਾਮ ਮਿਲਦਾ ਉਹਦੇ ਬਾਰੇ 2-3 ਤਰ੍ਹਾਂ ਦੀਆਂ ਰਾਇਆਂ ਸਾਡੇ ਕੋਲ ਆਉਂਦੀਆਂ ਨੇ। ਇੱਕ ਉਹ ਰਾਏ ਹੁੰਦੀ ਹੈ ਜਿਹੜੀ ਉਹਨਾਂ ਕਿਤਾਬ ਦੇ ਪੱਖ 'ਚ ਖੜੇ ਬੰਦਿਆਂ ਦੀ ਹੁੰਦੀ ਹੈ, ਦੂਜੀ ਰਾਏ ਉਸ ਕਿਤਾਬ ਦੇ ਵਿਰੋਧ 'ਚ ਖੜੇ ਬੰਦਿਆਂ ਦੀ ਹੁੰਦੀ ਹੈ, ਤੀਜੀ ਰਾਏ ਹੁੰਦੀ ਹੈ ਜਿਹੜੇ ਬੰਦੇ ਪਾਠਕ ਨੇ, ਪਾਠਕਾਂ ਦੀ ਰਾਏ ਮੈਨੂੰ ਲੱਗਦਾ ਕਿ ਇੱਕ ਲੇਖਕ ਲਈ ਵੱਡੀ ਰਾਏ ਹੁੰਦੀ ਹੈ। ਮੈਂ ਪਾਠਕ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੀਆਂ ਮੈਂ ਜਿਹੜੀਆਂ ਢਾਹਾਂ ਅਵਾਰਡ ਲਈ ਕਿਤਾਬਾਂ, ਉਹਨਾਂ 'ਚੋਂ 5 ਮੈਂ ਪੜ੍ਹੀਆਂ ਨੇ, ਪਰ 8 ਦੀ ਬਜਾਏ ਵੱਧ ਕਿਤਾਬਾਂ ਆਉਣੀਆਂ ਚਾਹੀਦੀਆਂ ਸੀ, ਜਾਂ 8 ਦੇ ਵਿੱਚੋਂ ਕੁਝ ਨਿਕਲ ਕੇ ਕੁਛ ਮੇਰੇ ਗੁਰਮੀਤ ਕੜਿਆਲਵੀ ਦੀ ਕਿਤਾਬ ਹੈ ਹਾਰੀ ਨਾ ਬਚਨਿਆ, ਤੁਸੀਂ ਉਹਨੂੰ ਕਿਵੇਂ ਸੁੱਟ ਲਓਗੇ, ਜਾਂ ਉਹਦਾ 21 ਦਿਨ ਨਾਵਲ ਆ ਉਹ ਕਿਵੇਂ ਸੁੱਟ ਲਓਗੇ। ਸੁਖਪਾਲ ਥਿੰਦ ਦੀ ਕਿਤਾਬ ਹੈ, ਉਹਨੂੰ ਤੁਸੀਂ ਵਾਰ ਕੀਤਾ ਹੈ ਨਾ, ਜਾਂ ਵਾਰ ਜਿਊਰੀ ਨੇ ਕੀਤਾ, ਜਿਊਰੀ ਦੇ ਮੈਂਬਰ ਕੌਣ ਹੈ ਸਾਨੂੰ ਨਹੀਂ ਪਤਾ। ਤਾਂ ਜਿਹੜੀਆਂ 8 ਰਹਿ ਗਈਆਂ ਉਹਨਾਂ ਦੇ ਵਿੱਚੋਂ 2-3 ਕਿਤਾਬਾਂ ਉਹ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਪੰਜਾਬੀ ਲਿਟਰੇਚਰ ਦੇ ਉਸ ਮਿਆਰ ਦੀਆਂ ਨਹੀਂ ਜਿਸ ਮਿਆਰ ਦਾ ਸਾਡੇ ਕੋਲੇ ਐਡਾ ਵੱਡਾ ਤੁਸੀਂ ਅਵਾਰਡ ਦੇ ਰਹੇ ਹੋ। ਇਹ ਸਮੱਸਿਆਵਾਂ ਪਿਛਲੇ ਸਾਲਾਂ ਵਿੱਚ ਵੀ ਚੱਲੀਆਂ। ਇਹ ਸਮੱਸਿਆ ਯੁਵਾ ਲਿਟਰੇਚਰ ਬਾਰੇ ਵੀ ਚੱਲੇ। ਯੁਵਾ ਸਾਹਿਤ ਅਕਾਦਮੀ ਦਾ ਜਦੋਂ ਅਵਾਰਡ ਦੀਪਕ ਦਲੇਵਾਂ ਨੂੰ ਮਿਲਦਾ ਤਾਂ ਪੰਜਾਬੀ ਦੇ ਲੇਖਕ ਸਾਰੇ ਚੁੱਪ ਨੇ। ਮੈਨੂੰ ਪਹਿਲ ਕਰਨ ਦੀ ਪਈ ਕਿ ਮੈਂ ਇਹ ਲਿਖਿਆ ਕਿ ਦੀਪਕ ਨੂੰ ਇਹ ਨਾਮ ਮਿਲਣਾ ਚਾਹੀਦਾ, ਦੀਪਕ ਦੀ ਕਿਤਾਬ ਇਸ ਇਨਾਮ ਦੇ ਹੱਕ ਦੇ ਵਿੱਚ ਹੈ, ਪਰ ਪੰਜਾਬੀ ਦੇ ਲੇਖਕਾਂ ਦੇ ਵਿੱਚ ਤੁਸੀਂ ਵਾਹਿਦ ਨੂੰ ਕਿੱਧਰ ਕੱਢੋਗੇ। ਵਾਹਿਦ ਨੂੰ ਸੁੱਟ ਕੇ ਤੁਸੀਂ ਕਿਵੇਂ ਕਿਸੇ ਹੋਰ ਕਿਤਾਬ ਨੂੰ ਇਨਾਮ ਦਿੰਦੇ ਹੋ। ਉਸ ਅਵਾਰਡ ਦੇ ਵਿੱਚ ਵੀ 8 ਕਿਤਾਬਾਂ ਚੋਣ ਹੋਈ, 8 ਦੇ ਵਿੱਚੋਂ ਦੀਪਕ ਚੁਣਿਆ ਗਿਆ, ਅਤੇ ਕਿਉਂਕਿ ਉਹਨਾਂ 8 ਕਿਤਾਬਾਂ ਦੇ ਵਿੱਚੋਂ ਬਾਕੀ ਦੀਆਂ 7 ਕਿਤਾਬਾਂ ਤੋਂ ਦੀਪਕ ਦੀ ਕਿਤਾਬ ਬਹੁਤ ਮਾਰਕੇ ਦੀ ਕਿਤਾਬ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਯੁਵਾ ਅਵਾਰਡ ਹੈ, ਢਾਹਾਂ ਅਵਾਰਡ ਹੈ, ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਹੈ, ਹੁਣ ਵੀ ਜਦੋਂ ਕਿਸੇ ਲੇਖਕ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਮਿਲਦਾ ਤਾਂ ਸਾਡੇ ਕੋਲ ਸਭ ਤੋਂ ਪਹਿਲਾ ਨਾਂ ਹੁੰਦਾ ਕਿ ਮਨਮੋਹਨ ਬਾਵਾ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਕਦੋਂ ਮਿਲੂਗਾ। ਮਤਲਬ ਕਿ ਜਦੋਂ ਉਹਨੂੰ ਵੀ ਮਿਲ ਗਿਆ ਫਿਰ ਵੀ ਸਾਡੇ ਕੋਲ ਸਵਾਲ ਖੜੇ ਹੋਣਗੇ ਕਿ ਉਹਨੂੰ ਕਦੋਂ ਮਿਲੇਗਾ, ਉਹਨੂੰ ਕਦੋਂ। ਇਹ ਬਹੁਤ ਗੰਭੀਰ ਸਮੱਸਿਆਵਾਂ ਨੇ, ਪਰ ਪਾਠਕਾਂ ਦੇ ਸਾਹਮਣੇ ਕੋਈ ਬੰਦਾ ਵੱਡਾ ਹੁੰਦਾ, ਜਿਵੇਂ ਨੈਣ ਸੁੱਖ ਨੂੰ ਪਹਿਲਾਂ ਵੀ ਢਾਹਾਂ ਅਵਾਰਡ ਮਿਲਿਆ, ਇਸ ਵਾਰੀ ਫਿਰ ਉਹਦੀ ਕਿਤਾਬ 8 ਦੇ ਵਿੱਚ ਆਈ ਹੈ। ਤਾਂ ਜਿਵੇਂ ਇਸ 8 ਕਿਤਾਬਾਂ ਦੀ ਲਿਸਟ ਦੇ ਵਿੱਚ 3-4 ਕਿਤਾਬਾਂ ਉਹ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਨਹੀਂ ਆਉਣੀਆਂ ਚਾਹੀਦੀਆਂ ਸੀ। ਉਹਨਾਂ ਦੇ ਮੁਕਾਬਲੇ ਪੰਜਾਬੀ ਦੇ ਵਿੱਚ ਹੋਰ ਕਿਤਾਬਾਂ ਨੇ। ਮੇਰੇ ਧਿਆਨ ਦੇ ਵਿੱਚ ਨਹੀਂ ਹੈ, ਜੇ ਸੁਖਜੀਤ ਦੀ ਕਿਤਾਬ ਇਸ ਦੌਰ ਦੇ ਵਿੱਚ ਆਈ ਹੈ, ਇਸ ਸਾਲ ਦੇ ਵਿੱਚ ਆਈ ਹੈ, ਤਾਂ ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਿਸੇ ਵੀ ਤਰੀਕੇ ਨਾਲ। ਮੈਂ ਕੁਛ ਨਹੀਂ ਹੈ। ਨਹੀਂ, ਇਹਨਾਂ ਗੱਲਾਂ 'ਚ ਆਪਾਂ ਇਕੱਲੇ ਮਤਲਬ ਲੇਖਕ ਦਾ ਨਾਂ ਨੂੰ ਧਿਆਨ 'ਚ ਨਾ ਰੱਖਿਆ ਜਾਵੇ, ਇਹ ਵੀ ਗੱਲ ਹੈਗੀ ਹੈ ਨਾ ਕਿ ਜਿਵੇਂ ਤੁਸੀਂ ਕਿਹਾ ਮਤਲਬ ਮਨਮੋਹਨ ਬਾਵਾ ਜੀ ਨੇ ਉਹਨਾਂ ਨੂੰ ਨਹੀਂ ਮਿਲਿਆ ਸਾਹਿਤ ਅਕਾਦਮੀ ਦਾ ਅਵਾਰਡ, ਤਾਂ ਇੱਕ ਲੇਖਕ ਦਾ ਨਾਂ ਦੇ ਨਾਲੋਂ ਉਹਦੀ ਲਿਖਤ ਨੂੰ ਜ਼ਿਆਦਾ ਮੇਰੇ ਖਿਆਲ 'ਚ ਆਪਣੇ ਨਾਂ ਦਾ, ਕਿਉਂਕਿ ਜਦੋਂ ਸਾਹਿਤ ਅਕਾਦਮੀ ਦੇ ਅਵਾਰਡ ਮਿਲਦੇ ਨੇ
ਉਦੋਂ ਵੀ ਕਈ ਵਾਰ ਇਹ ਗੱਲਾਂ ਦੇਖਣ 'ਚ ਆਈਆਂ ਨੇ, ਆਪਣੇ ਬਾਕੀ ਬੰਦੇ ਗੱਲ ਵੀ ਕਰਦੇ ਹੁੰਦੇ ਆ ਕਿ ਹੁਣ ਯਾਰ ਇੰਨੀ ਉਮਰ ਹੋ ਗਈ, ਇੰਨੀਆਂ ਕਿਤਾਬਾਂ ਲਿਖ ਲਈਆਂ ਤੇ ਹੂੰ ਹਾਲੇ ਤੱਕ ਅਵਾਰਡ ਤੱਕ ਕੋਈ ਪਹੁੰਚ ਨਹੀਂ ਹੋਈ। ਹੂੰ ਵੀ ਕਈ ਵਾਰ ਉੱਥੇ ਜਾ ਕੇ ਥੋੜਾ ਸਮੂਥ ਹੋ ਜਾਂਦਾ ਵੀ ਨਹੀਂ ਯਾਰ ਇਹਨਾਂ ਦਾ ਹੁਣ ਹੱਕ ਬਣਦਾ ਹੈ, ਤਾਂ ਇਹਨਾਂ ਨੂੰ ਦੇ ਦਿੱਤਾ ਜਾਵੇ। ਇਹ ਗੱਲ ਤੁਹਾਡੀ ਠੀਕ ਹੈ, ਲਿਖਤ ਦੀ ਵੱਧ ਇੰਪੋਰਟੈਂਸ ਹੁੰਦੀ ਹੈ। ਹੂੰ ਪਰ ਜਿਹੜੀਆਂ ਤੁਸੀਂ 1956 ਤੋਂ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਮਿਲਣ ਲੱਗਿਆ ਹੋਇਆ, 2020-21 ਤੱਕ ਅਸੀਂ ਪਹੁੰਚ ਗਏ ਹਾਂ, ਹੂੰ ਬਹੁਤ ਕਿਤਾਬਾਂ ਨੂੰ ਅਵਾਰਡ ਮਿਲ ਗਿਆ। ਹੂੰ ਮੈਂ ਉਹਨਾਂ ਦੇ ਵਿੱਚੋਂ ਜੇ ਘੱਟੋ ਘੱਟ 25-30 ਕਿਤਾਬਾਂ ਪੜ੍ਹੀਆਂ ਹੋਣਗੀਆਂ ਮੈਨੂੰ ਲੱਗਦਾ। ਹੂੰ ਅਤੇ ਜਦੋਂ ਉਹਨਾਂ ਦੀ ਅਸੀਂ ਪੂਰੀ ਲਿਖਤ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦਾ ਮਿਆਰ ਕਿੱਥੇ ਹੈ, ਮੈਨੂੰ ਲੱਗਦਾ ਹੁੰਦਾ ਕਿ ਬਹੁਤ ਸਾਰੀਆਂ ਕਿਤਾਬਾਂ ਉਹ ਨੇ, ਜਿਵੇਂ ਸਵਰਾਜਵੀਰ ਦੇ ਬਹੁਤ ਵੱਡੇ ਵੱਡੇ ਨਾਟਕ ਆਏ। ਸਵਰਾਜਵੀਰ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ, ਬਹੁਤ ਵੱਡਾ ਸਾਡੇ ਕੋਲ ਲੇਖਕ ਆ, ਹੂੰ ਵੱਡੀਆਂ ਸੰਭਾਵਨਾਵਾਂ ਹੈਗੀਆਂ, ਪਰ ਜਿਹੜੀ ਕਿਤਾਬ ਤੋਂ ਉਹਨੂੰ ਅਵਾਰਡ ਮਿਲਦਾ ਮੱਸਿਆ ਦੀ ਰਾਤ ਹੈ। ਮੈਨੂੰ ਲੱਗਦਾ ਮੈਂ ਉਹਦੇ ਬਹੁਤ ਨਾਟਕ ਪੜ੍ਹੇ, ਪਰ ਮੱਸਿਆ ਦੀ ਰਾਤ ਮੈਨੂੰ ਉਹਨਾਂ ਨਾਟਕਾਂ ਦੇ ਪੱਧਰ ਦਾ ਨਾਟਕ ਨਹੀਂ ਲੱਗਿਆ। ਪਰ ਉੱਥੇ ਕੀ ਹੈ ਕਿ ਭਾਰਤੀ ਸਾਹਿਤ ਅਕੈਡਮੀ ਦਾ ਹੋ ਸਕਦਾ ਇਸ ਤਰ੍ਹਾਂ ਦਾ ਕੋਈ ਹੋਵੇ ਮਸਲਾ ਕਿ ਕਿਹੜੀ ਕਿਤਾਬ ਉਸ ਦੌਰ ਦੇ ਵਿੱਚ ਉਹਦੀ ਆਈ ਹੈ ਲੇਖਕ ਦੀ, ਹੋ ਸਕਦਾ ਉਸ ਦੌਰ ਦੇ ਵਿੱਚ ਮੱਸਿਆ ਦੀ ਰਾਤ ਆਈ ਹੋਵੇ। ਪਰ ਮੱਸਿਆ ਦੀ ਰਾਤ ਨੂੰ ਜਦੋਂ ਮੈਂ ਪੜ੍ਹਦਾ ਤਾਂ ਬਾਕੀ ਦੇ ਕ੍ਰਿਸ਼ਨ ਨਾਲੋਂ, ਮੇਦਨੀ ਨਾਲੋਂ, ਧਰਮਕੁੰਡ ਨਾਲੋਂ ਉਹਦੇ ਮੁਕਾਬਲੇ ਮੈਨੂੰ ਛੋਟਾ ਨਾਟਕ ਲੱਗਦਾ ਉਹ। ਤਾਂ ਸਾਡੇ ਕੋਲ ਬਹੁਤ ਬੰਦੇ ਅਜੇ ਲਿਸਟ ਦੇ ਵਿੱਚ ਨੇ ਜਿਹੜੇ ਖਾਸ ਕਰਕੇ ਆਉਣੇ ਚਾਹੀਦੇ ਨੇ। ਮੈਨੂੰ ਕਹਿਣਾ ਹੋਵੇ ਕਿ 5 ਨਾਂ ਲਓ, ਮੈਂ ਆਪਣੀ ਤਰ੍ਹਾਂ ਦੇ ਨਾਂ ਲਾ ਦੂੰਗਾ। ਹੁਣ ਦੂਜੇ ਬੰਦੇ ਨੂੰ ਕਹੋਗੇ ਕਿ ਉਹ ਆਪਣੀ ਤਰ੍ਹਾਂ ਦੇ ਨਾਂ ਲਾ ਦੂਗਾ, ਤਾਂ ਇਹ ਇੱਕ ਬਹੁਤ ਵੱਡਾ ਮਸਲਾ ਹੈ। ਲਿਖਤ ਦੀ ਵੱਧ ਇੰਪੋਰਟੈਂਸ ਹੈ, ਪਰ ਸਾਡੇ ਕੋਲ ਜਿਹੜਾ ਇਨਾਮਾਂ ਸਨਮਾਨਾਂ ਦਾ ਹਿਸਾਬ ਕਿਤਾਬ ਆ ਉਹਦੇ ਵਿੱਚ ਲਿਖਤ ਤਾਂ ਕਿਤੇ ਹੁੰਦੀ ਹੀ ਨਹੀਂ ਹੈ। ਸਾਡੇ ਕੋਲ ਬੰਦੇ ਦੀ ਪ੍ਰੈਫਰੈਂਸ ਹੈ ਕਿ ਕਿਹੜਾ ਬੰਦਾ ਇਸ ਦੌਰ ਦੇ ਵਿੱਚ ਯੋਗ ਹੈ, ਉਹਨੂੰ ਅਸੀਂ ਇਨਾਮ ਦੇਣੇ ਦਿੰਦੇ। ਅੱਛਾ, ਕਾਫੀ ਲੰਬੀ ਗੱਲਬਾਤ ਹੋ ਗਈ, ਤਾਂ ਆਪਾਂ ਇੱਕ ਇਹ ਕਰਨਾ ਸੀ ਕਿ ਜਿਹੜਾ ਵਾਰਤਕ ਹੈ, ਪੰਜਾਬੀ ਵਾਰਤਕ ਹੈ ਤੇ ਪੰਜਾਬੀ ਖੁੱਲੀ ਕਵਿਤਾ ਕਹਿ ਲਈ ਜਾਂ ਕਵਿਤਾ ਕਹਿ ਲਈ, ਉਹਨਾਂ ਦਾ ਰਲੇਵਾਂ ਬੜਾ ਹੋ ਰਿਹਾ। ਕਈ ਵਾਰ ਤਾਂ ਸਿੱਧੀਆਂ ਸਪਸ਼ਟ ਗੱਲਾਂ ਨੂੰ ਅਗਲਾ ਕਵਿਤਾ ਕਹਿ ਦਿੰਦਾ, ਜਾਂ ਕਈ ਵਾਰ ਵਾਰਤਕ ਨੂੰ ਕਵਿਤਾ। ਮਤਲਬ ਲੋਕਾਂ ਦੇ ਮਨ 'ਚ ਇਹ ਹੋ ਰਿਹਾ ਵੀ ਇਹ ਸਿਰਜਣਾ ਕਿਸ ਚੀਜ਼ ਦੀ ਹੋ ਰਹੀ ਹੈ, ਤਾਂ ਇਹ ਰਲੇਵਾਂ ਕਿਸ ਤਰ੍ਹਾਂ ਹੋ ਗਿਆ ਜਾਂ ਕਿਉਂ ਹੋ ਗਿਆ, ਇਹਦੇ ਬਾਰੇ ਕੋਈ? ਵਿਧਾਵਾਂ ਸਾਰੀਆਂ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਰਲੇਵੇਂ ਹੁੰਦੇ ਨੇ। ਪ੍ਰੋਫੈਸਰ ਪੂਰਨ ਸਿੰਘ ਦੀ ਨਜ਼ਮ ਬਾਰੇ 2 ਸਾਲ ਪਹਿਲਾਂ ਇੱਕ ਬਹਿਸ ਚੱਲੀ। ਮੋਗੇ ਦਾ ਇੱਕ ਲੇਖਕ ਹੈ, ਉਹਨੇ ਆਪਣੀ ਬਹਿਸ ਚਲਾਈ ਵੀ ਜੇਕਰ ਪੰਜਾਬੀ ਕਵਿਤਾ ਦਾ ਕਿਸੇ ਨੇ ਨੁਕਸਾਨ ਕੀਤਾ ਤਾਂ ਪ੍ਰੋਫੈਸਰ ਪੂਰਨ ਸਿੰਘ ਨੇ ਸਭ ਤੋਂ ਵੱਡਾ ਨੁਕਸਾਨ ਕੀਤਾ ਕਿ ਉਹਨੇ ਖੁੱਲ੍ਹੀ ਕਵਿਤਾ ਨੂੰ ਪੰਜਾਬੀ ਦੇ ਵਿੱਚ ਇੰਟਰੋਡਿਊਸ ਕੀਤਾ। ਮੈਂ ਜਦੋਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨੂੰ ਪੜ੍ਹਦਾ, ਬਹੁਤ ਬੰਦੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨੂੰ ਪੜ੍ਹਦੇ ਨੇ ਵਾਰਤਕ, ਉਹ ਕਹਿੰਦੇ ਨੇ ਕਿ ਇਹ ਕਵਿਤਾ ਨਹੀਂ ਹੈ, ਵਾਰਤਕ ਹੈ। ਪਰ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇ ਵਿੱਚ ਜਿਸ ਤਰ੍ਹਾਂ ਦੀ ਕਲਾਤਮਕਤਾ, ਜਿਸ ਤਰ੍ਹਾਂ ਦੀ ਐਸਥੈਟਿਕਸ ਹੈ, ਜਿਸ ਤਰ੍ਹਾਂ ਦੀ ਗੱਲ ਹੈ, ਮੈਨੂੰ ਲੱਗਦਾ ਕਿ ਪੰਜਾਬੀ ਦੇ ਲਿਟਰੇਚਰ ਦੇ ਵਿੱਚ ਉਸ ਤਰ੍ਹਾਂ ਦੀ ਗੱਲ ਨਹੀਂ ਹੈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਰਾਂਝੇ ਦੀ ਗੱਲ ਕਰਦਾ, ਪ੍ਰੋਫੈਸਰ ਪੂਰਨ ਸਿੰਘ ਜਦੋਂ ਇਹ ਗੱਲ ਲੈ ਕੇ ਆਉਂਦਾ ਕਿ ਬਾਲਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ, ਉਹ ਕਹਿੰਦਾ ਚੱਕ ਮੁੰਦਰਾਂ ਮੇਰੇ ਕੰਨ ਸਬੂਤ ਕਰ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਜੋਗਮੱਤ ਦਾ ਕਨਸੈਪਟ ਆ, ਪੂਰੇ ਇੰਡੀਆ ਦੇ ਵਿੱਚ ਜੋਗਮੱਤ ਦਾ ਕਨਸੈਪਟ ਆ, ਤਾਂ ਰਾਂਝਾ ਜੋਗਮੱਤ ਨੂੰ ਇੱਕ ਪਾਸੇ ਕਰਕੇ ਜਿਸ ਪਾਸੇ ਆਉਣਾ ਚਾਹੁੰਦਾ, ਪ੍ਰੋਫੈਸਰ ਪੂਰਨ ਸਿੰਘ ਉਸ ਮਸਲੇ ਦੀ ਗੱਲ ਕਰ ਰਿਹਾ। ਪਰ ਉਸ ਤੋਂ ਬਾਅਦ ਆਉਂਦੀ ਵਾਰਤਕ, ਕਵਿਤਾ ਤੇ ਵਾਰਤਕ ਦੇ ਰਲੇਵੇਂ ਵੱਧਦੇ ਗਏ ਨੇ। ਪ੍ਰਗਤੀਵਾਦੀ ਦੌਰ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਨਾਅਰੇ ਨੇ, ਮੋਹਨ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨੇ, ਅੰਮ੍ਰਿਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਨਜ਼ਮਾਂ ਨੇ, ਤੁਸੀਂ ਹੁੰਦਲ ਦੀਆਂ ਬਹੁਤ ਸਾਰੀਆਂ ਨਜ਼ਮਾਂ, ਤੁਸੀਂ ਭਾਵੇਂ ਗੀਤ ਨੇ, ਜਾਂ ਉਸ ਦੌਰ ਦੇ ਵਿੱਚ ਖਾਸ ਥਾਂ 'ਤੇ ਜਾ ਕੇ ਤੁਸੀਂ ਇੱਕ ਜਦੋਂ ਪਾਸ਼ ਵੀ ਬਹੁਤ ਥਾਵਾਂ 'ਤੇ ਐਂ ਲੱਗਦਾ ਕਿ ਵਾਰਤਕ ਲਿਖ ਰਿਹਾ, ਇਹਦਾ ਐਸਥੈਟਿਕਸ ਕਿੱਥੇ ਹੈ। ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਸਾਨੂੰ ਗੱਲ ਸਮਝਣ ਵਾਲੀ ਆ ਉਹ ਇਹ ਹੈ ਕਿ ਜਦੋਂ ਕੋਈ ਗੱਲ ਆਉਂਦੀ ਹੈ ਨਾ, ਉਹ ਗੱਲ ਨਾਲ ਵਿਧੀ ਲੈ ਕੇ ਆਉਂਦੀ ਹੈ, ਜੁਗਤ ਲੈ ਕੇ ਆਉਂਦੀ ਹੈ। ਤਾਂ ਜਦੋਂ ਅਸੀਂ ਸਟੇਟ ਦੇ ਖਿਲਾਫ ਕੱਢਦੇ ਤਾਂ ਸਾਡੀ ਭਾਸ਼ਾ ਦੇ ਵਿੱਚ ਸੁਭਾਵਿਕ ਹੈ ਕਿ ਇੱਕ ਵਿਰੋਧ ਹੋਊਗਾ ਅਤੇ ਇੱਕ ਖਾਸ ਤਰ੍ਹਾਂ ਦਾ ਹਿੰਸਕ ਸੁਭਾਅ ਹੋਊ ਸਾਡੀ ਭਾਸ਼ਾ ਦਾ। ਪਰ ਹੁਣ ਦੇ ਦੌਰ ਦੇ ਵਿੱਚ ਖਾਸ ਕਰਕੇ ਜਦੋਂ 90 ਤੋਂ ਬਾਅਦ ਦੀ ਜਿਹੜੀ ਕਵਿਤਾ ਆਉਂਦੀ ਆ, ਇਹਦੇ ਵਿੱਚ ਜਿਹੜੇ ਰਲੇਵੇਂ ਨੇ ਖਾਸ ਕਰਕੇ ਵਾਰਤਕ ਦੇ ਅਤੇ ਕਵਿਤਾ ਦੇ, ਮੈਂ ਪਿਛਲੇ ਦਿਨੀ ਇੱਕ ਕਿਤਾਬ ਐਡਿਟ ਕਰੀ ਗੁਰਪ੍ਰੀਤ ਦੀ ਕਵਿਤਾ ਦੇ ਨਾਲ ਤੁਰਦਿਆਂ, ਤਾਂ ਇੱਕ ਪਾਠਕ, ਬਹੁਤ ਕਮਾਲ ਦਾ ਪਾਠਕ ਹੈ, ਉਹਨੇ ਮੈਨੂੰ ਸਵਾਲ ਕਰਿਆ ਕਿ ਗੁਰਪ੍ਰੀਤ ਦੀ ਕਵਿਤਾ ਵਿੱਚ ਕਵਿਤਾ ਕਿੱਥੇ ਹੈ। ਤਾਂ ਮੈਨੂੰ ਲੱਗਿਆ ਕਿ ਇਸ ਕਵਿਤਾ ਦੀ ਐਸਥੈਟਿਕਸ ਤਾਂ ਆਪਣੀ ਤਰ੍ਹਾਂ ਦੀ ਹੈ। ਤੁਸੀਂ ਸੰਤੋਖ ਸੁੱਖੀ ਨੂੰ ਪੜ੍ਹ ਲਓ, ਉਹਦੀ ਕਾਵਿ ਭਾਸ਼ਾ ਪੜ੍ਹ ਲਓ, ਤੁਹਾਨੂੰ ਲੱਗਦਾ ਕਿ ਜੇਕਰ ਦਲਿਤ ਮੁਹਾਵਰੇ ਦੀ ਕੋਈ ਗੱਲ ਕਰ ਸਕਦਾ, ਤੁਸੀਂ ਸਤਪਾਲ ਦੀ ਨਜ਼ਮ ਪੜ੍ਹ ਲਓ, ਤੁਸੀਂ ਸੰਤੋਖ ਸੁੱਖੀ ਦੀ ਨਜ਼ਮ ਪੜ੍ਹ ਲਓ, ਤੁਸੀਂ ਮੋਹਨ ਤਿਆਗੀ ਦੀ ਨਜ਼ਮ ਪੜ੍ਹ ਲਓ, ਉਹਨਾਂ ਦਾ ਗੱਲ ਨੂੰ ਸਮਝਣ ਦਾ ਸਟਾਈਲ ਵੀ ਵੱਖਰਾ ਹੈ ਅਤੇ ਗੱਲ ਕਰਨ ਨੂੰ ਪੇਸ਼ ਕਰਨ ਦਾ ਢੰਗ ਵੀ ਵੱਖਰਾ ਹੈ।
ਤਾਂ ਪਰ ਹੁਣ ਜਦੋਂ ਨਾ ਤੁਸੀਂ ਇੱਕ ਸਧਾਰਨ ਪਾਠਕ ਨੂੰ ਕਿਤਾਬ ਦੇ ਦੋਗੇ, ਐਂ ਲੱਗਦਾ ਕਿ ਸਾਰੀ ਵਾਰਤਕ ਆ। ਵਾਰਤਕ ਮੈਨੂੰ ਲੱਗਦਾ ਕਿ ਕਿਸੇ ਕਿਰਿਆਵਾਂ ਦੇ ਵਿੱਚ ਨਹੀਂ ਪਈ ਹੁੰਦੀ, ਵਾਰਤਕ ਕਵਿਤਾ ਦੇ ਸੁਭਾਅ ਦੇ ਵਿੱਚ ਪਈ ਹੁੰਦੀ ਹੈ। ਕਵਿਤਾ ਦਾ ਸੁਭਾਅ ਵਾਰਤਕਮਈ ਹੈ ਜਾਂ ਕਾਵਮਈ ਹੈ, ਸਾਨੂੰ ਇਹ ਗੱਲ ਸਮਝਣ ਦੀ ਬਹੁਤ ਜ਼ਰੂਰਤ ਹੈ। ਪਰ ਇਹ ਬਹੁਤ ਵੱਡੇ ਦੋਸ਼ ਲੱਗਦੇ ਨੇ ਇਸ ਦੌਰ ਦੀ ਕਵਿਤਾ ਦੇ ਵਿੱਚ ਵੀ, ਇਹ ਕਵਿਤਾ ਜੀ ਇਹ ਵਾਰਤਕਮਈ ਕਵਿਤਾ ਹੈ। ਹਾਂ, ਇਹ ਗੱਲ ਠੀਕ ਹੈ, ਸਾਡੇ ਕੋਲ ਗਦ ਕਾਵਿ ਮਿਲਦਾ ਹੈ, ਪਰ ਵਾਰਤਕ ਅਤੇ ਕਵਿਤਾ ਦੇ ਰਲੇਵੇਂ ਨੇ ਜੀ ਤੋਂ ਸਾਡੇ ਸਿਰਜਕ ਨੂੰ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਪੰਜਾਬੀ ਦੀਆਂ ਬਹੁਤ ਕਵਿਤਾਵਾਂ ਵਾਰਤਕ ਕਵਿਤਾਵਾਂ ਹੈਗੀਆਂ ਨੇ। ਅੱਛਾ, ਇੱਕ ਅਸੀਂ ਇਹਨੂੰ ਕਲੋਜ਼ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਅਕਸਰ ਦੇਖਿਆ ਜਾਂਦਾ ਹੈ ਵੀ ਵਿਸ਼ਵ ਪੱਧਰ ਦਾ ਜਿਹੜਾ ਸਾਹਿਤ ਹੈ ਉਹਦੇ ਹਾਣ ਦਾ ਹੋਣ ਵਾਸਤੇ ਪੰਜਾਬੀ ਸਾਹਿਤ 'ਚ ਕਈ ਨਵੀਆਂ ਵਿਧਾਵਾਂ ਚੱਲ ਪਈਆਂ। ਦੇਖੋ, ਪ੍ਰਭਾਵ ਜੇ ਤੁਸੀਂ ਕਿਸੇ ਚੀਜ਼ ਨੂੰ ਕਿਸੇ ਦੇ ਬਰਾਬਰ ਲੈ ਕੇ ਜਾਂਦੇ ਹੋ, ਕਈ ਵਾਰ ਆਪਾਂ ਮੰਨ ਲੈਂਦੇ ਹਾਂ ਦੂਜੀ ਚੀਜ਼ ਦਾ, ਤਾਂ ਜੇ ਅਸੀਂ ਇਹ ਤਰੀਕੇ ਨਾ ਅਪਣਾਈਏ ਤਾਂ ਪੰਜਾਬੀ ਸਾਹਿਤ ਨੂੰ ਤੁਸੀਂ ਕਿਹੜੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਵਿਸ਼ਵ ਸਾਹਿਤ ਦੇ ਹਾਣ ਦਾ ਹੋ ਕੇ ਉਹ ਚੱਲ ਸਕਦਾ ਹੈ? ਅਸਲ ਦੇ ਵਿੱਚ ਗੱਲ ਤਾਂ ਇਹ ਹੈ ਕਿ ਵਿਸ਼ਵ ਸਾਹਿਤ ਹੈ ਕੀ ਹੈ, ਸਾਨੂੰ ਇਹ ਗੱਲ ਸਮਝਣੀ ਪਊਗੀ। ਵਿਸ਼ਵ ਦ੍ਰਿਸ਼ਟੀ ਕੀ ਹੈ? ਪੰਜਾਬੀ ਸਾਹਿਤ ਵਿਸ਼ਵ ਲਿਟਰੇਚਰ ਦੇ ਹਾਣ ਦਾ ਹੈਗਾ ਕਿ ਨਹੀਂ ਹੈ? ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਫਿਰ ਅਸੀਂ ਕਹਿੰਦੇ ਕਿ ਕਲਾਸਿਕਲ ਲਿਟਰੇਚਰ, ਸਾਡੇ ਕੋਲ ਕਲਾਸਿਕਲ ਲਿਟਰੇਚਰ ਦੀ ਪਰਿਭਾਸ਼ਾ ਕੀ ਹੈ? ਤੁਹਾਡਾ ਸਵਾਲ ਜਾਂਦਾ ਕਿਤੇ ਨਾ ਕਿਤੇ ਅਨੁਵਾਦ ਵਾਲੇ ਪਾਸੇ, ਕਿ ਹੁਣ ਦੇ ਦੌਰ ਦੇ ਵਿੱਚ ਤੁਸੀਂ ਗੱਲ ਕਰਦੇ ਆ, ਮੈਂ ਪਿਛਲੇ ਦਿਨ ਵੀ ਗੱਲ ਰੱਖੀ ਕਿਸੇ ਪਲੇਟਫਾਰਮ ਦੇ ਉੱਤੇ ਕਿ ਸਾਡੇ ਕੋਲ ਅਨੁਵਾਦ ਬਹੁਤ ਆ ਰਿਹਾ। ਹਾਂਜੀ, ਹੁਣ ਤਾਂ ਲਗਭਗ 70% ਹਾਂ, ਦੇ ਕਰੀਬ ਆ ਜਾਂਦੇ, ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਪਬਲਿਸ਼ਰ ਇਕੱਲਾ ਅਨੁਵਾਦ ਛਾਪ ਰਹੇ ਨੇ। ਕਿ ਵਿਸ਼ਵ ਦੇ ਵਿੱਚ ਖਾਸ ਕਰਕੇ ਅੰਗਰੇਜ਼ੀ ਦੇ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਕਲਾਸਿਕ ਨੇ? ਮੇਰਾ ਸਵਾਲ ਅਕਸਰ ਇਹ ਹੁੰਦਾ ਹਰੇਕ ਸਾਹਮਣੇ ਵਾਲੇ ਬੰਦੇ ਨੂੰ, ਮੈਨੂੰ ਲੱਗਦਾ ਕਿ ਕਿਸੇ ਖਿੱਤੇ ਦੀ ਆਪਣੀ ਤਰ੍ਹਾਂ ਦਾ ਗੌਰਵ ਹੈ। ਤੁਸੀਂ ਗੁਰਤੇਜ ਕੁਹਾਰ ਵਾਲੇ ਦੀ ਨਜ਼ਮ ਪੜ੍ਹ ਲਓ, ਤੁਸੀਂ ਵਿਜੇ ਵਿਵੇਕ ਨੂੰ ਪੜ੍ਹ ਲਓ। ਗੁਰਤੇਜ ਕੁਹਾਰ ਵਾਲੇ ਨੇ ਪਿਛਲੇ ਦਿਨ ਇੱਕ ਗੀਤ ਲਿਖਿਆ ਜਿਹਨੂੰ ਬਾਬਾ ਵੇਲੀ ਨੇ ਗਾਇਆ। ਉਹ ਗੀਤ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ 26 ਜਨਵਰੀ ਵਾਲਾ ਵਰਤਾਰਾ ਵਾਪਰਿਆ ਸੀ। ਉਹਨੇ ਇੱਕ ਗੀਤ ਲਿਖਿਆ ਕਿ ਥੋੜ੍ਹੀ ਹੀ ਦੂਰ ਗਿਆ ਨੂੰ ਮੋੜਨ ਦਾ ਵੇਲਾ ਹੈ। ਕਿੰਨੀ ਕਮਾਲ ਦੀ ਸਟੈਟਿਕਸ ਹੈ। ਮੈਨੂੰ ਲੱਗਦਾ ਕਿ ਉਹਨੇ ਸਿਰਾਂ ਦੀ ਗੱਲ ਕਰੀ, ਉਹਨੇ ਸ਼ਹਾਦਤਾਂ ਦੀ ਗੱਲ ਕਰੀ, ਉਹਨੇ ਉਹ ਕੰਪਲੀਟ ਗੱਲ ਆਪਣੇ ਲਿਟਰੇਚਰ ਦੇ ਵਿੱਚ ਲੈ ਕੇ ਆਂਦੀ ਜਿਹੜੀ ਪੰਜਾਬ ਦਾ ਗੌਰਵ ਹੈ। ਹੁਣ ਪੰਜਾਬ ਦਾ ਗੌਰਵ ਕੀ ਹੈ? ਪੰਜਾਬ ਦੇ ਖਿੱਤੇ ਦਾ ਆਪਣਾ ਗੌਰਵ ਕੀ ਹੈ? ਮੈਨੂੰ ਲੱਗਦਾ ਕਿ ਵਿਸ਼ਵ ਲਿਟਰੇਚਰ ਦੇ ਹਾਣ ਦਾ ਪੰਜਾਬੀ ਦੇ ਵਿੱਚ ਬਹੁਤ ਲਿਟਰੇਚਰ ਹੈਗਾ, ਪਰ ਅਸੀਂ ਉਹਨੂੰ ਅਨੁਵਾਦ ਕਰਕੇ ਕਿੰਨਾ ਕੁ ਲੈ ਕੇ ਗਏ ਹਾਂ। ਮੈਨੂੰ 2-3 ਗੱਲਾਂ ਇਸ ਮਸਲੇ ਤੋਂ ਸਮਝ ਆਉਂਦੀਆਂ ਨੇ, ਜਿਹੜੀਆਂ ਬਹੁਤ ਸਾਰੇ ਲੋਕਾਂ ਨੇ ਇਸ ਤੋਂ ਪਹਿਲਾਂ ਵੀ ਕੀਤੀਆਂ ਹੋਣਗੀਆਂ, ਹੋ ਸਕਦਾ, ਕਿਉਂਕਿ ਮੈਂ ਪਿਛਲੇ ਦਿਨਾਂ ਦੇ ਵਿੱਚ 20-22 ਕਿਤਾਬਾਂ ਅਨੁਵਾਦ ਦੀਆਂ ਪੜ੍ਹੀਆਂ। ਉਹਦੇ ਵਿੱਚ ਵਾਰਤਕ ਦੀਆਂ ਕਿਤਾਬਾਂ ਨੇ ਜਿਹੜੀਆਂ ਖਾਸ ਕਰ ਆਪਣੇ ਪਰਵਿੰਦਰ ਨੇ ਛਾਪੀਆਂ, ਕੇਂਦਰ ਨੇ ਛਾਪੀਆਂ ਕਿਤਾਬਾਂ, ਹੋਰ ਪਬਲਿਸ਼ਰਾਂ ਨੇ ਕਿਤਾਬਾਂ ਛਾਪੀਆਂ, ਕਵਿਤਾ ਦੀਆਂ ਵੀ ਪੜ੍ਹੀਆਂ। ਖਾਸ ਕਰ ਵਾਰਤਕ ਮੈਂ ਵੱਧ ਪੜ੍ਹੀ, ਨਾਵਲ ਵੀ ਪੜ੍ਹਿਆ, ਇੱਕ ਰਿਸ਼ੀ ਨੇ ਅਨੁਵਾਦ ਕਰਿਆ। ਹੁਣ ਸਮੱਸਿਆ ਇਹ ਆਉਂਦੀ ਹੈ ਸਾਡੇ ਸਾਹਮਣੇ, ਮੈਨੂੰ ਅਕਸਰ ਲੱਗਦਾ ਹੁੰਦਾ 2-3 ਗੱਲਾਂ ਸਾਨੂੰ ਦੇਖਣ ਦੀ ਲੋੜ ਹੈ। ਹਮੇਸ਼ਾ ਹੀ ਅਨੁਵਾਦ ਹੁੰਦਾ ਜਿਹੜਾ ਵੱਡੀਆਂ ਭਾਸ਼ਾਵਾਂ ਦਾ ਛੋਟੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੁੰਦਾ। ਬਹੁਤ ਵੱਡੀਆਂ ਗੱਲਾਂ ਛੋਟੀਆਂ ਭਾਸ਼ਾਵਾਂ ਦੇ ਵਿੱਚ ਪਈਆਂ ਹੁੰਦੀਆਂ ਨੇ। ਤੁਸੀਂ ਹਰਿੰਦਰ ਸਿੰਘ ਮਹਿਬੂਬ ਦੀ ਨਜ਼ਮ ਪੜ੍ਹੋ, ਹਰਿੰਦਰ ਸਿੰਘ ਮਹਿਬੂਬ ਦੀ ਵਾਰਤਕ ਪੜ੍ਹ ਲਓ, ਚਾਂਦ ਦੀ ਰਾਤ ਪੜ੍ਹ ਲਓ, ਸਹਿਜੇ ਰਚੋ ਖਾਲਸਾ ਪੜ੍ਹ ਲਓ। 2 ਕਿਤਾਬਾਂ ਤਾਂ ਉਹ ਨੇ। ਤੁਸੀਂ ਉਸੇ ਦੌਰ ਦੇ ਵਿੱਚ ਖਾਸ ਕਰਕੇ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਪੜ੍ਹ ਲਓ, ਜਿਹਦੇ ਵਿੱਚ ਉਹਨੇ ਬਹੁਤ ਕਮਾਲ ਦਾ ਕਲਚਰ ਸਾਹਮਣੇ ਸਾਡੇ ਰੱਖਿਆ। ਤੁਸੀਂ ਹਰਭਜਨ ਸਿੰਘ ਦੀ ਨਜ਼ਮ ਪੜ੍ਹ ਲਓ। ਹੋ ਸਕਦਾ ਇਹ ਅਨੁਵਾਦ ਹੋਏ ਹੋਣ ਮੇਰੇ, ਕਿਉਂਕਿ ਸਾਰਾ ਕੁਛ ਅਸੀਂ ਪੜ੍ਹ ਨਹੀਂ ਸਕਦੇ, ਪਰ ਪੰਜਾਬ ਦੇ ਗੌਰਵ ਨੂੰ ਪੇਸ਼ ਕਰਨ ਵਾਲੀਆਂ ਕਿੰਨੀਆਂ ਲਿਖਤਾਂ ਨੇ। ਇਵਨ ਕਿ ਤੁਸੀਂ ਬਲੌਰਾ ਪੜ੍ਹਦੇ ਹੋ, ਹੁਣ ਬਲੌਰਾ ਨਾਵਲ ਜਿਹਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਅਵਾਰਡ ਮਿਲ ਗਿਆ, ਹੋ ਸਕਦਾ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦਿਆ ਗਿਆ ਹੋਵੇ, ਪਰ ਉਹ ਜਿਹੜਾ ਪੰਜਾਬ ਦੇ ਗੌਰਵ ਦੀ ਗੱਲ ਹੈ, ਉਹ ਪੰਜਾਬ ਦੇ ਗੌਰਵ ਨੂੰ ਥੋੜ੍ਹੀ ਪੇਸ਼ ਕਰ ਰਿਹਾ। ਗੁਰਪ੍ਰੀਤ ਸਹਿਜੀ ਹਮੇਸ਼ਾ ਹੀ ਉਹ ਗੱਲਾਂ ਕਰਦਾ ਹੈ ਜਿਹੜੀਆਂ ਵੱਖਰੀਆਂ ਗੱਲਾਂ ਨੇ, ਪਰ ਉਹ ਆਊਟ ਆਫ ਪੰਜਾਬ ਜਾ ਕੇ ਸਾਨੂੰ ਹੋਰ ਤਰੀਕੇ ਸਮਝ ਆਉਂਦੀਆਂ ਨੇ, ਸਾਡੇ ਕੋਲ ਹੋਰ ਤਰੀਕੇ ਸਮਝ ਆਉਂਦੀਆਂ ਨੇ। 1980 ਦਾ ਪੰਜਾਬ ਹੈ ਜਿਹਦੇ ਵਿੱਚ ਦਿਖਾ ਰਿਹਾ ਉਹ। 1980 ਦੇ ਪੰਜਾਬ ਦਾ ਦ੍ਰਿਸ਼ ਕੀ ਹੈ? ਕਿਸਾਨ ਇੱਕ ਬੰਦਾ ਹੈ, ਉਹਦੀ ਇੱਕ ਭੈਣ, ਦੋਨੇ ਭੈਣ ਭਰਾ ਨੇ। ਇਹ ਸਮਝ ਦੇ ਵਿੱਚ ਕਾਫੀ ਮੈਨੂੰ ਤਾਂ ਔਖ ਲੱਗ ਰਹੀ ਹੈ ਕਿ ਇੱਕ ਭਰਾ ਉਸ ਦੌਰ ਦੇ ਵਿੱਚ ਆਪਣੀ ਭੈਣ ਨੂੰ ਕਹਿੰਦਾ ਹੋਵੇ ਕਿ ਮੈਨੂੰ ਤੇਰੇ ਵਿੱਚੋਂ ਇੱਕ ਹੋਰ ਮਰਦ ਦਿਸਦਾ, ਹੋਰ ਮੁੰਡਾ ਦਿਸਦਾ, ਤੇ ਉਹਨੂੰ ਇੱਧਰ ਉੱਧਰ ਭੇਜਣ ਦੇ ਲਈ ਪੌੜੀ ਦਾ ਪ੍ਰਬੰਧ ਕਰਦਾ ਹੋਵੇ ਕੰਧ ਦੇ ਉੱਤੇ, ਹੈ ਨਾ। ਇਹ ਪੰਜਾਬ ਦਾ ਗੌਰਵ ਨਹੀਂ ਹੈ। ਪੰਜਾਬ ਦੀ ਐਸਥੈਟਿਕਸ ਕਿਤੇ ਹੋਰ ਪਈ ਆ, ਪਰ ਉਹ ਅਨੁਵਾਦੀ ਨਹੀਂ ਜਾ ਰਹੀ, ਅਨੁਵਾਦ ਕਰਕੇ ਨਹੀਂ ਲਿਆ ਯਾਰ। ਪਰ ਅੰਗਰੇਜ਼ੀ ਦਾ ਬਹੁਤ ਸਾਰਾ ਲਿਟਰੇਚਰ ਜਿਹੜਾ ਸਾਡੇ ਕੋਲ ਅਨੁਵਾਦ ਕਰਕੇ ਸੁੱਟਿਆ ਜਾ ਰਿਹਾ। ਇਹ ਹੁੰਦੀ ਹੈ ਅਨੁਵਾਦ ਦੀ ਹਿੰਸਾ, ਜਿਹਨੂੰ ਸਾਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। 2-3 ਗੱਲਾਂ ਸਾਡੇ ਕੋਲ ਨੇ। ਅਨੁਵਾਦ ਦੀ ਹਿੰਸਾ ਬਹੁਤ ਸੂਖਮ ਕਰਾਂ ਦੀ ਹਿੰਸਾ ਹੈ। ਇਹਨੂੰ ਮੈਨੂੰ ਲੱਗਦਾ ਕਿ ਪੰਜਾਬੀ ਦੇ ਵਿੱਚ ਤਾਂ ਨਹੀਂ ਸਮਝਿਆ ਬਹੁਤੇ ਲੋਕਾਂ ਨੇ।
ਜਦੋਂ ਅਸੀਂ ਵੱਡੀਆਂ ਭਾਸ਼ਾਵਾਂ ਨੂੰ ਅਨੁਵਾਦ ਕੇ ਕਿਸੇ ਛੋਟੀਆਂ ਭਾਸ਼ਾਵਾਂ ਦੇ ਵਿੱਚ ਲੈ ਕੇ ਆਓਗੇ ਤਾਂ ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹੋ ਕਿ ਹੋਰਾਂ ਭਾਸ਼ਾਵਾਂ ਦਾ ਗੌਰਵ ਹੈ, ਤੁਹਾਡੀ ਭਾਸ਼ਾ ਦਾ ਗੌਰਵ ਨਹੀਂ ਹੈ। ਇਸ ਸੰਬੰਧ ਵਿੱਚ ਪਿਛਲੇ ਦਿਨ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ, ਉਸ ਕਮਲਨਾਥ ਝਾਅ ਦਾ ਆਰਟੀਕਲ ਹੈ, ਕਹਾਣੀ ਪੰਜਾਬ ਦੇ ਵਿੱਚ ਕ੍ਰਾਂਤੀਪਾਲ ਨੇ ਛਾਪਿਆ। ਉਹਦੇ ਵਿੱਚ ਇੱਕ ਗੱਲ ਬਹੁਤ ਖੂਬਸੂਰਤ ਲੈ ਕੇ ਆਇਆ ਉਹ ਬੰਦਾ। ਉਹ ਕਹਿੰਦਾ 1930 ਦੇ ਵਿੱਚ ਕਿਤਾਬ ਛਪਦੀ ਹੈ ਦ ਸੈਕੰਡ ਸੈਕਸ ਸਮੋਨ ਦੀ। ਹੁਣ ਜਿਹੜੀ ਕਿਤਾਬ ਉਹ ਛਪਦੀ ਹੈ 1930 ਦੇ ਵਿੱਚ ਸਮੋਨ ਦੀ, ਵਿਸ਼ਵ ਦੇ ਵਿੱਚ ਸਭ ਤੋਂ ਵੱਧ ਜੇਕਰ ਚਰਚਾ ਤਾਂ ਸਮੋਨ ਦੀ ਦ ਸੈਕੰਡ ਸੈਕਸ ਦਾ ਹੈ। ਹੁਣ ਜਿਹੜੀ ਗੱਲ ਸਾਡੇ ਕੋਲੇ ਆਉਂਦੀ ਹੈ, ਕਮਲਨਾਥ ਝਾਅ ਲੈ ਕੇ ਆਉਂਦਾ, ਉਹ ਇਹ ਗੱਲ ਲੈ ਕੇ ਆਉਂਦਾ ਹੈ, ਉਹ ਸਵਾਲ ਖੜਾ ਕਰਦਾ ਆਪਣੇ ਆਪ ਦੇ ਵਿੱਚ ਕਿ ਹੋਰ ਖੇਤਰੀ ਭਾਸ਼ਾਵਾਂ ਦੇ ਵਿੱਚ, ਛੋਟੀਆਂ ਭਾਸ਼ਾਵਾਂ ਦੇ ਵਿੱਚ ਉਹਦੇ ਹਾਣ ਦੀ ਜਾਂ ਉਹਦੇ ਵਰਗੀ ਗੱਲ ਇਸ ਤੋਂ ਪਹਿਲਾਂ ਨਹੀਂ ਹੋਈ। ਤਾਂ ਹਵਾਲੇ ਦੇ ਨਾਲ ਮੈਂ ਨੋਟ ਕਰਿਆ ਹੋਇਆ ਆਪਣੇ ਕੋਲੇ, ਉਹਨੇ ਤਾਰਾਬਾਈ ਸ਼ਿੰਦੇ ਦੀ ਪੁਸਤਕ ਦਾ ਜ਼ਿਕਰ ਕੀਤਾ ਹੈ, ਇਸਤਰੀ ਪੁਰਸ਼ ਤੁਲਨਾ, ਤੇ ਦੂਸਰਾ ਉਹਨੇ 1928 ਦੇ ਵਿੱਚ ਮਹਾਦੇਵੀ ਵਰਮਾ ਦੀ ਪੁਸਤਕ ਹੈ ਸ਼੍ਰੰਖਲਾ ਕੀ ਕੜੀਆਂ ਜਾਂ ਲੜੀਆਂ ਸ਼ਾਇਦ। ਹੁਣ ਇਹ ਦੋ ਕਿਤਾਬਾਂ ਨੇ ਜਿਹੜੀਆਂ ਉਸ ਕਿਤਾਬ ਤੋਂ ਪਹਿਲਾਂ ਆਈਆਂ ਨੇ ਤੇ ਉਸ ਕਿਤਾਬ ਵਰਗੀ ਗੱਲ ਕਰਦੀਆਂ ਨੇ। ਹੁਣ ਮਸਲਾ ਇਹ ਕਿ ਸਿਮੋਨ ਦੀ ਵੱਡੀ ਕਿਤਾਬ ਹੈ, ਸਿਮੋਨ ਦੀ ਕਿਤਾਬ ਕਿਸੇ ਵੱਡੀ ਭਾਸ਼ਾ ਦੇ ਵਿੱਚ ਸਾਡੇ ਕੋਲ ਅਨੁਵਾਦ ਹੋ ਕੇ ਆ ਗਈ। ਅਸੀਂ ਉਹਨਾਂ ਨਾਲ ਐਸਟੈਬਲਿਸ਼ ਕੀਤਾ ਕਿ ਉਸ ਤੋਂ ਪਹਿਲਾਂ ਜਿਹੜਾ ਕੰਮ ਹੋਇਆ ਉਹ ਖੇਤਰੀ ਭਾਸ਼ਾਵਾਂ ਦੇ ਵਿੱਚ, ਉਹਨੂੰ ਅਸੀਂ ਨਿਗੇਟ ਕਰਤਾ। ਤਾਂ ਪੰਜਾਬ ਦੇ ਕਲਚਰ ਨੂੰ ਜੇ ਅਸੀਂ ਸਮਝਣਾ ਹੈ, ਖਾਸ ਕਰਕੇ ਕਾਦਰਯਾਰ ਤੋਂ ਲੈ ਕੇ ਹੁਣ ਤੱਕ ਦਾ ਤੁਸੀਂ ਪੂਰਨ ਨੂੰ ਪੜ੍ਹ ਲਓ, ਜਿਹੜੀ ਪੰਜਾਬ ਦੀ ਐਸਥੈਟਿਕਸ ਕਿੱਥੇ ਪਈ ਹੋਈ ਆ ਉਹ ਪੂਰਨ ਸਿੰਘ ਨੇ ਸਮਝੀ ਆ, ਪ੍ਰੋਫੈਸਰ ਪੂਰਨ ਸਿੰਘ ਨੇ ਸਮਝੀ ਆ। ਉਸ ਤੋਂ ਬਾਅਦ ਜਿੰਨੇ ਵੀ ਬਾਅਦ ਸਾਡੇ ਕੋਲੇ ਆਉਂਦੇ ਗਏ, ਜਿੰਨੀਆਂ ਵੀ ਵਿਧੀਆਂ ਸਾਡੇ ਕੋਲੇ ਆਉਂਦੀਆਂ ਗਈਆਂ, ਜਿੰਨੀਆਂ ਵੀ ਦ੍ਰਿਸ਼ਟੀਆਂ ਸਾਡੇ ਕੋਲੇ ਆਉਂਦੀਆਂ ਗਈਆਂ, ਅਸੀਂ ਪੂਰਨ ਨੂੰ ਉਸ ਤਰੀਕੇ ਨਾਲ ਹੀ ਸਮਝਣਾ ਸ਼ੁਰੂ ਕੀਤਾ ਹੋਇਆ। ਤਾਂ ਅਨੁਵਾਦ ਦੇ ਮਾਮਲੇ ਵਿੱਚ ਇਹ ਬਹੁਤ ਵੱਡੀ ਮੈਨੂੰ ਲੱਗਦਾ ਕਿ ਇੱਕ ਖਾਸ ਤਰ੍ਹਾਂ ਦੀ ਹਿੰਸਾ ਹੈ ਜਿਹੜੀ ਹੁਣ ਦੇ ਦੌਰ ਦੇ ਵਿੱਚ ਵਾਪਰ ਰਹੀ ਹੈ। ਸਾਡੇ ਕੋਲੇ ਬੋਲ ਮਰਦਾਨਾ ਨਾਵਲ ਹੈ, ਸਾਡੇ ਕੋਲੇ ਹੋਰ ਵੀ ਉਹ ਨਾਵਲ ਨੇ, ਕਹਾਣੀਆਂ ਨੇ। ਤੁਸੀਂ ਕਦੇ ਮਨਿੰਦਰ ਕਾਂਗ ਦੀ ਭਾਰ ਕਹਾਣੀ ਪੜ੍ਹੋ। ਮਨਿੰਦਰ ਕਾਂਗ ਦੀ ਭਾਰ ਕਹਾਣੀ ਦੇ ਵਿੱਚ ਜਿਹੜੀ ਗੱਲ ਸਟੇਟ ਦੀ ਹਿੰਸਾ ਦੀ ਮਨਿੰਦਰ ਕਾਂਗ ਲੈ ਕੇ ਆਇਆ, ਉਹਨੂੰ ਤਾਂ ਵਿਸ਼ਵ ਦੇ ਪੱਧਰ 'ਤੇ ਅਨੁਵਾਦ ਕਰਨਾ ਚਾਹੀਦਾ। ਜਾਂ ਮੈਨੂੰ ਲੱਗਦਾ ਕਿ ਉਹ ਵਿਸ਼ਵ ਦੇ ਹਾਣ ਦੀ ਕਹਾਣੀ ਹੈ। ਹੁਣ ਸਾਨੂੰ ਇਹ ਪਹਿਲੀ ਗੱਲ ਤਾਂ ਇਹ ਡਿਸਾਈਡ ਕਰਨਾ ਪਊ ਕਿ ਵਿਸ਼ਵ ਕਲਾਸਿਕ ਹੈ ਕੀ ਹੈ, ਅਸੀਂ ਕਿਹੜੀ ਕਿਤਾਬ ਨੂੰ ਵਿਸ਼ਵ ਕਲਾਸਿਕ ਮੰਨਦੇ ਹਾਂ। ਪਰ ਪੰਜਾਬੀ ਦੇ ਵਿੱਚ ਬਹੁਤ ਕਿਤਾਬਾਂ ਨੇ ਜਿਹੜੀਆਂ ਵਿਸ਼ਵ ਕਲਾਸਿਕ ਦੇ ਹਾਣ ਦੀਆਂ ਨੇ, ਪਰ ਸਾਨੂੰ ਵਾਰ-ਵਾਰ ਇਹ ਕਿਹਾ ਜਾਂਦਾ ਕਿ ਹੀਰ ਪੰਜਾਬੀ ਲਿਟਰੇਚਰ ਦਾ ਕਲਾਸਿਕ ਆ। ਮੈਨੂੰ ਲੱਗਦਾ ਕਿ ਹੀਰ ਮੈਂ ਆਪਣੀ ਉਮਰ ਦੇ ਵਿੱਚ 7-8 ਵਾਰ ਪੜ੍ਹੀ ਹੋਣੀ ਹੈ, ਐਮਏ ਤੋਂ ਬਾਅਦ। 3000 ਬੰਦਿਆਂ ਨੇ ਬਹੁਤ ਪ੍ਰਚਾਰਿਆ ਹੀਰ ਨੂੰ ਪਿਛਲੇ ਸਮੇਂ ਦੇ ਵਿੱਚ, ਜਿਹਦੇ ਵਿੱਚ ਵਾਰ-ਵਾਰ ਇਹ ਸੈਂਟਰਡ ਕਰਨ ਦੀ ਕੋਸ਼ਿਸ਼ ਕਰੀ ਗਈ ਵੀ ਪੰਜਾਬ ਹੀਰ ਬੰਨਾ ਪੰਜਾਬ ਹੈ। ਉਹਦੇ ਵਿੱਚ ਵੱਡੇ ਅਖਬਾਰਾਂ ਦੇ ਸੰਪਾਦਕਾਂ ਦੀਆਂ ਟਿੱਪਣੀਆਂ ਵੀ ਛਪਦੀਆਂ ਰਹੀਆਂ, ਇੱਕ ਹਿਸਟੋਰੀਅਨ ਹੈ ਉਹਦੀਆਂ ਆਪਣੀਆਂ ਗੱਲਾਂ ਆ ਰਹੀਆਂ ਨੇ। ਮੈਨੂੰ ਲੱਗਦਾ ਕਿ ਪੰਜਾਬ ਨੂੰ ਹੀਰ ਬੰਨਾ ਕਹਿਣਾ, ਪੰਜਾਬ ਨੂੰ ਹੀਰ ਬੰਨੇ ਵਾਲੀ ਸਿਰਜਣਾ ਦੇ ਵੱਲ ਲੈ ਕੇ ਜਾਣਾ ਵੀ ਇੱਕ ਸਟੇਟ ਦੀ ਸੁੱਖ ਮਿੰਸ ਹੈ। ਤਾਂ ਉਹਨੂੰ ਕਲਾਸਿਕ ਲਿਖ ਦੇ ਤੌਰ 'ਤੇ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ, ਪਰ ਪੰਜਾਬ ਦਾ ਕਲਾਸਿਕ ਹੀਰ ਨਹੀਂ ਆ। ਹੀਰ ਪੰਜਾਬ, ਹੀਰ ਦੀ ਗੱਲ ਤੁਰਨੀ ਚਾਹੀਦੀ ਹੈ। ਹੀਰ ਦੀ ਐਸਥੈਟਿਕਸ ਤਾਂ ਜਿਸ ਟੋਨ ਦੇ ਵਿੱਚ ਸਾਨੂੰ ਸਮਝ ਆਉਂਦੀ ਆ, ਬਗਾਵਤ ਦੇ ਰੂਪ ਦੇ ਵਿੱਚ ਹੀਰ ਜਿਸ ਤਰ੍ਹਾਂ ਜਾਤ ਜਮਾਤ ਦੇ ਮਸਲੇ ਦੇ ਵਿੱਚ ਸਮਝ ਆਉਂਦੀ ਆ, ਉਹਨੂੰ ਉਵੇਂ ਸਮਝਣਾ ਚਾਹੀਦਾ। ਪਰ ਉਹਨੂੰ ਸੈਂਟਰ ਦੇ ਵਿੱਚ ਲਿਆਉਣਾ, ਜਦੋਂ ਅਸੀਂ ਸੈਂਟਰ ਦੇ ਵਿੱਚ ਲਿਆਉਂਦੇ ਤਾਂ ਬਹੁਤ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਫਿਰ ਉਸ ਤਰ੍ਹਾਂ ਦੀਆਂ ਲਿਖਤਾਂ ਅਨੁਵਾਦ ਹੁੰਦੀਆਂ ਨੇ। ਤਾਂ ਸਾਡੇ ਕੋਲੇ ਬਹੁਤ ਲਿਖਤਾਂ ਉਹ ਨੇ ਜਿਹੜੀਆਂ ਅਨੁਵਾਦ ਹੋਣੀਆਂ ਚਾਹੀਦੀਆਂ ਨੇ ਵਿਸ਼ਵ ਦੇ ਵਿੱਚ, ਜਿਨ੍ਹਾਂ ਦੇ ਆਧਾਰ 'ਤੇ ਸਾਨੂੰ ਪਤਾ ਲੱਗੇ ਕਿ ਵਿਸ਼ਵ ਦੇ ਵਿੱਚ ਪਤਾ ਲੱਗੇ ਕਿ ਪੰਜਾਬ ਦਾ ਗੌਰਵ ਕੀ ਆ। ਹੁਣ ਕਿਸਾਨ ਯੂਨੀਅਨਾਂ ਦੇ ਮਸਲੇ ਨੇ ਬਹੁਤ ਸਾਰੇ, ਕਿਸਾਨੀ ਸੰਘਰਸ਼ ਦੇ ਬਹੁਤ ਸਾਰੇ ਮਸਲੇ ਨੇ। ਹੁਣ ਸਾਨੂੰ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹ ਪਤਾ ਲੱਗਦਾ ਕਿ ਪੰਜਾਬ ਦੀ ਸੋਹਜ, ਪੰਜਾਬ ਦੀ ਐਸਥੈਟਿਕਸ ਕਿੱਥੇ, ਪੰਜਾਬ ਦਾ ਗੌਰਵ, ਪੰਜਾਬ ਦਾ ਆਦਰਸ਼ ਕਿੱਥੇ ਟਿਕਿਆ ਹੋਇਆ। ਤੇ ਅਨੁਵਾਦ ਵਾਲੇ ਮਾਮਲੇ ਦੇ ਵਾਂਗ ਇਹ ਵੀ ਇੱਕ ਬਹੁਤ ਗੰਭੀਰ ਮਾਮਲਾ। ਤਾਂ ਇੱਕ ਜਿਵੇਂ ਹੁਣ ਤੁਸੀਂ ਹਰਿੰਦਰ ਸਿੰਘ ਮਹਿਬੂਬ ਹੋਰਾਂ ਦੀ ਗੱਲ ਕਰੀ ਹੈ, ਉਹਨਾਂ ਨੂੰ ਕਿਸੇ ਪਾਸੇ ਮਤਲਬ ਸਾਈਡ ਤੇ ਕੀਤਾ ਜਾ ਰਿਹਾ ਜਾਂ ਨਕਾਰਿਆ ਜਾ ਰਿਹਾ, ਇਹਦੇ ਉੱਤੇ ਅਕਸਰ ਅਸੀਂ ਸਾਰੇ ਇਹ ਗੱਲ ਨੂੰ ਮੰਨ ਲੈਂਦੇ ਨੇ ਕਾਫੀ ਲੋਕ ਕਿ ਜਿਹੜੀ ਪੰਜਾਬੀ ਆਲੋਚਨਾ ਹੈ ਜਾਂ ਪੰਜਾਬੀ ਸਾਹਿਤ ਹੈ, ਉਹਦੇ 'ਚ ਖੱਬੇ ਪੱਖੀ ਵਿਚਾਰਧਾਰਾ ਨੇ ਇੱਕ ਕਬਜ਼ੇ ਵਾਂਗੂ ਕਬਜ਼ਾ ਕੀਤਾ ਹੋਇਆ। ਉਹਦੀ ਝਲਕ ਤੁਸੀਂ ਮਤਲਬ ਇੱਕ ਕਿਸਾਨ ਅੰਦੋਲਨ ਤੇ ਵੀ ਦੇਖੀ ਵੀ ਲੀਡ ਕਰਨ ਵਾਲੇ ਬੰਦਿਆਂ 'ਚ ਜਾਂ ਦੂਜੇ ਬੰਦਿਆਂ ਨੂੰ ਨਕਾਰਿਆ ਗਿਆ ਬਿਲਕੁਲ ਹੀ, ਜਾਂ ਕੋਈ ਇਹੋ ਜਿਹੇ ਚਿੰਨ੍ਹ ਹਟਾਉਣ ਦੀ ਗੱਲ ਜਿਹੜੀ ਕਿ ਪੰਜਾਬ ਦੇ ਗੌਰਵ ਨਾਲ ਸੰਬੰਧਿਤ ਨੇ। ਤਾਂ ਇਹ ਜਿਹੜੇ ਕਿਸਾਨ ਮੋਰਚੇ 'ਚ ਗੱਲਾਂ ਹੋਈਆਂ, ਕੀ ਇਹ ਸਾਹਿਤ ਦੇ ਖੇਤਰ 'ਚ ਵੀ ਐਵੇਂ ਹੋ ਰਿਹਾ ਵੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਕੇ ਦੂਜੀਆਂ ਵਿਚਾਰਧਾਰਾ ਨੂੰ ਮੁੱਢੋਂ ਹੀ ਨਕਾਰ ਦਿੱਤਾ ਜਾਵੇ, ਉਹਨਾਂ ਦੀਆਂ ਸਿਰਫ ਨਕਾਰਾਤਮਕ ਗੱਲਾਂ ਹੀ ਉਹਨਾਂ ਦੀਆਂ ਚੱਕੀਆਂ ਜਾਣ? ਬਿਲਕੁਲ ਹੋ ਰਿਹਾ। ਸਕਾਰਾਤਮਕ ਗੱਲਾਂ ਉਹਨਾਂ ਬਾਰੇ ਕੀਤੀਆਂ ਹੀ ਨਹੀਂ ਗਈਆਂ। ਪਿਛਲੇ ਦੌਰ ਦੇ ਵਿੱਚ ਇੱਕ ਨਾਵਲ ਆਉਂਦਾ ਹੈ ਜਸਬੀਰ ਰਾਣੇ ਦਾ, ਉਸ ਨਾਵਲ ਦਾ ਨਾਮ ਹੈ ਇੱਥੋਂ ਰੇਗਿਸਤਾਨ ਦਿਸਦਾ। ਹਰਿੰਦਰ ਸਿੰਘ ਮਹਿਬੂਬ ਨੂੰ ਜੇ ਆਪਾਂ ਇੱਕ ਵਾਰੀ ਛੱਡ ਵੀ ਲਈਏ ਤਾਂ ਦੂਜੀ ਕਿਤਾਬ ਹੁੰਦੀ ਹੈ ਰਾਣੀ ਤੱਤ। ਦੋ ਕਿਤਾਬਾਂ ਨੇ, ਤੀਜੀ ਚੌਥੀ ਕਿਤਾਬ ਹੋਰ ਵੀ ਆਉਂਦੀ ਹੈ, ਜਾਂ ਵਰੀ ਰਾਏ ਦੇ ਗੀਤ ਆਉਂਦੇ ਨੇ,
ਜਾਂ ਸਾਡੇ ਕੋਲੇ ਇੱਕ ਗੀਤਕਾਰ ਗਿੱਲ ਹੈਗਾ ਰੌਂਤੇ ਤੋਂ, ਉਹਦੇ ਗੀਤ ਆਉਂਦੇ ਨੇ। ਤਾਂ ਰੱਬੀ ਸ਼ੇਰ ਗਿੱਲ ਨੇ ਪਿਛਲੇ ਦਿਨੀ ਇੱਕ ਗੱਲ ਆਪਣੀ ਇੰਟਰਵਿਊ ਦੇ ਵਿੱਚ ਕਰੀ ਕਿ ਐਂ ਲੱਗਦਾ ਜਿਵੇਂ ਕਮਰ ਗਰੇਵਾਲ ਸਾਡੀ ਕਿਸੇ ਨੂੰ ਸਾਈ ਫੜਾ ਰਿਹਾ ਹੋਵੇ। ਉਹ ਗੀਤ ਦੀ ਸਤਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਮੈਨੂੰ ਲੱਗਦਾ ਹੈ ਕਿ ਇਹ ਤਾਂ ਬਹੁਤ ਵੱਡਾ ਇਸ ਦੌਰ ਦਾ ਨਾਅਰਾ ਹੈ ਜਿਹੜਾ ਵਰੀ ਰਾਏ ਨੇ ਲਿਖਿਆ ਤੇ ਕਮਰ ਨੇ ਗਾਇਆ, ਜਿਹਦੇ ਤਾਂ ਬਹੁਤ ਰਹਿੰਦੀ ਦੁਨੀਆ ਤੱਕ ਚਰਚੇ ਹੋਣੇ ਆ। ਪਰ ਪਤਾ ਨਹੀਂ ਕਿਸ ਮਾਨਸਿਕਤਾ ਦੇ ਵਿੱਚੋਂ ਉਹ ਬੰਦਾ ਉਸ ਸਾਰੇ ਮਸਲੇ ਨੂੰ ਸਮਝ ਰਿਹਾ। ਜਦੋਂ ਇੱਥੋਂ ਰੇਗਿਸਤਾਨ ਦਿਸਦਾ ਨਾਵਲ ਆਇਆ ਤਾਂ ਨਾਵਲ ਪੜ੍ਹਿਆ ਤਾਂ ਉਹਦੇ ਵਿੱਚ ਇੱਕ ਸਤਰ ਹੈ ਕਿ 13 ਤੋਂ ਬਿੰਦੀ ਲਾਉਣ ਦੇ ਲਈ ਨਾਨਕ ਹੋਣਾ ਪੈਂਦਾ। ਉਹਦੇ ਵਿੱਚ ਜਿਹੜੇ ਮਸਲੇ ਪੰਜਾਬੀ ਭਾਸ਼ਾ ਦੇ ਬਣਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਮਝਣ ਦੀ, ਪੰਜਾਬ ਦੀ ਹਿਸਟੋਰੀਕਲ ਸਟੱਡੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਜਸਵੀਰ ਰਾਣੇ ਨੇ ਕਰੀ ਜਿੰਨੀ ਉਹ ਤੋਂ ਹੋਈ। ਪੰਜਾਬੀ ਦੇ ਵੱਡੇ ਬੌਧਿਕ ਬੰਦਿਆਂ ਨੇ, ਚਿੰਤਕ ਬੰਦਿਆਂ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੰਦਿਆਂ ਨੇ, ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਬੰਦਿਆਂ ਨੇ ਉਹਦਾ ਬਹੁਤ ਘੱਟ ਨੋਟਸ ਲਿਆ। ਮੈਨੂੰ ਲੱਗਦਾ ਕਿ ਇਹ ਇੱਕ ਇਸੇ ਤਰ੍ਹਾਂ ਦੀ ਗੱਲ ਹੀ ਹੈ ਕਿ ਉਹਦੇ ਵਿੱਚ ਕੀ ਹੈ ਕਿ ਇੱਕ ਦੋ ਵਿਚਾਰਧਾਰਾਵਾਂ ਨੇ, ਮਾਰਕਸਿਸਟ ਵਿਚਾਰਧਾਰਾ ਹੈ, ਇੱਕ ਸੱਜੇ ਪੱਖ ਹੈ, ਇੱਕ ਖੱਬਾ ਪੱਖ ਹੈ। ਰਾਣਾ ਸੱਜੇ ਤੇ ਖੱਬੇ ਪੱਖ ਨੂੰ ਇਕੱਠਿਆਂ ਕਰਕੇ ਇੱਕ ਨਵੀਂ ਤਰ੍ਹਾਂ ਦੀ ਸਮਝ ਲੈ ਕੇ ਆ ਰਿਹਾ ਵੀ ਦੋਨਾਂ ਨੂੰ ਆਪਣੀਆਂ ਆਪਣੀਆਂ ਗੱਲਾਂ ਦੇ ਵਿੱਚ ਆਹ ਗੱਲਾਂ ਨੇ ਜਿਹੜੀਆਂ ਐਸਟੈਬਲਿਸ਼ ਕਰਕੇ ਇਕੱਠਿਆਂ ਤੁਰਨ ਦੀ ਜ਼ਰੂਰਤ ਹੈ। ਤੁਹਾਡੇ ਮਸਲੇ ਤਾਂ ਉਹਨਾਂ ਦੇ ਸਾਂਝੇ ਨੇ, ਪਰ ਜਦੋਂ ਖੱਬੇ ਪੱਖ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ, ਖਾਸ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੋ, ਬਿਲਕੁਲ ਉਹੀ ਮਸਲੇ ਕਿਸਾਨੀ ਦੇ ਮਸਲੇ ਨੇ, ਤਾਂ ਉਹਨਾਂ ਨੂੰ ਰੱਦ ਕਰਕੇ ਇੱਕ ਆਪਣੀ ਤਰ੍ਹਾਂ ਦੀ ਗੱਲ ਜਦੋਂ ਲੈ ਕੇ ਆਉਂਦੇ ਅਸੀਂ, ਗੱਲਾਂ ਫਿਰ ਵੀ ਉਹੀ ਨੇ। ਮੈਨੂੰ ਲੱਗਦਾ ਕਿ ਕਿਸੇ ਗੱਲਾਂ 'ਤੇ ਰਿਵਿਊ ਕਰਨਾ ਚਾਹੀਦਾ। ਹਰਿੰਦਰ ਸਿੰਘ ਮਹਿਬੂਬ ਵਾਲੇ ਮਸਲੇ 'ਤੇ ਤਾਂ ਪੰਜਾਬੀ ਚਿੰਤਨ ਨੂੰ ਬਹੁਤ ਸਾਰਾ ਰਿਵਿਊ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਾਜੇ ਰਚੋ ਖਾਲਸਾ ਦੀ ਜਿਹੜੀ ਐਸਥੈਟਿਕਸ ਹੈ, ਜਿਹੜੀ ਗੱਲ ਹਰਿੰਦਰ ਸਿੰਘ ਮਹਿਬੂਬ ਲੈ ਕੇ ਆਇਆ, ਉਹ ਗੱਲ, ਉਹ ਕਿਤਾਬ ਮੈਂ ਆਪਣੀ ਉਮਰ ਦੇ ਵਿੱਚ ਕੰਪਲੀਟ ਕਦੇ ਸਾਰੀ ਨਹੀਂ ਪੜ੍ਹੀ, ਪਰ ਜਦੋਂ ਮੈਨੂੰ ਜ਼ਰੂਰਤ ਹੈ ਮੈਂ ਉਹ ਕਿਤਾਬ ਨੂੰ ਬਹੁਤ ਵਾਰ ਪੜ੍ਹਦਾ ਰਹਿੰਦਾ। ਇੱਕ ਵਾਰੀ ਤਕਰੀਬਨ ਉਹਦਾ ਇੱਕ ਵਾਰੀ ਮੈਂ ਪਾਠ ਕੀਤਾ ਆਪਣੀ ਉਮਰ ਦੇ ਵਿੱਚ, ਹੌਲੀ ਹੌਲੀ ਟੋਟਿਆਂ ਦੇ ਵਿੱਚ। ਤੁਸੀਂ ਉਹਦੀ ਕਵਿਤਾ ਦੀ ਗੱਲ ਕਰ ਲਓ, ਚੰਨਾਂ ਦੀ ਰਾਤ ਗੱਲ ਕਰ ਲਓ। ਚੰਨਾਂ ਦੀ ਰਾਤ ਜਿਹੜੀ ਬੁਲੰਦੀ ਦੀ ਗੱਲ ਕਰਦੀ ਹੈ, ਜਿਸ ਕਾਵਿਕਤਾ ਦੀ ਗੱਲ ਕਰਦੀ ਹੈ, ਗੁਰਬਚਨ ਨੇ ਉਹਦੇ ਬਾਰੇ ਲਿਖਿਆ। ਗੁਰਬਚਨ ਨੇ ਕੰਪਲੀਟ ਸਮਝ ਦੇ ਵਿੱਚੋਂ ਨਹੀਂ ਲਿਖਿਆ। 1992 ਦੇ ਵਿੱਚ ਉਹਦਾ ਇੱਕ ਆਰਟੀਕਲ ਆਉਂਦਾ ਚੰਨਾਂ ਦੀ ਰਾਤ ਦੇ ਪ੍ਰਸੰਗ ਦੇ ਵਿੱਚ, ਉਸ ਤੋਂ ਬਾਅਦ ਹੋ ਸਕਦਾ ਉਹਨੇ ਗੱਲ ਨਾ ਕੀਤੀ ਹੋਵੇ। ਪਰ ਪੰਜਾਬੀ ਚਿੰਤਨ ਦੇ ਵਿੱਚ ਮੈਂ ਬਹੁਤ ਘੱਟ ਲੇਖਕ ਵੇਖੇ ਨੇ, ਬਹੁਤ ਘੱਟ ਆਲੋਚਕ ਨੇ ਜਿਨ੍ਹਾਂ ਨੇ ਸਹਿਜੇ ਰਚੋ ਖਾਲਸਾ ਤੇ ਚੰਨਾਂ ਦੀ ਰਾਤ ਦੀ ਗੱਲ ਕਰੀ ਹੋਵੇ ਜਾਂ ਇਲਾਹੀ ਨਦਰ ਦੇ ਪਿੰਡਾਂ ਦੀ ਗੱਲ ਕਰੀ ਹੋਵੇ। ਪਰ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਫਲਸਫਾ ਹੈ, ਉਹ ਆਪਣੇ ਆਪ ਦੇ ਵਿੱਚ ਕੰਪਲੀਟ ਵਿਚਾਰਧਾਰਾ ਹੈ। ਉਹੀ ਵਿਚਾਰਧਾਰਾ ਦੀ ਖੱਬਿਆਂ ਨਾਲ ਕਿਤੇ ਨਾ ਕਿਤੇ ਟਕਰਾਅ ਹੈ, ਖੱਬੇ ਤੇ ਸੱਜੇ ਦਾ ਟਕਰਾਅ ਹੈ, ਜਿਹਦੇ ਨਾਲ ਲਿਟਰੇਚਰ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ। ਇਵਨ ਕਿ ਜਦੋਂ ਅਵਾਰਡ ਮਿਲਦੇ ਨੇ, ਅਵਾਰਡ ਮਿਲਣ ਵੇਲੇ ਵੀ ਸੱਜੇ ਖੱਬਿਆਂ ਨੂੰ ਪਰਖਿਆ ਜਾਂਦਾ। ਰਾਣੀ ਤੱਤ 'ਤੇ ਅਵਾਰਡ ਮਿਲਣ ਤੋਂ ਬਾਅਦ ਬਹੁਤ ਸਾਰੇ ਵਿਵਾਦ ਖੜ੍ਹੇ ਹੋਏ, ਬਹੁਤ ਸਾਰੇ ਬੰਦਿਆਂ ਨੇ ਜਿਊਰੀ ਮੈਂਬਰ ਪੁੱਛਿਆ ਵੀ ਕੌਣ ਹੈ, ਹੈ ਨਾ, ਪਰ ਉਹ ਸਾਰੇ ਬੰਦਿਆਂ ਨੇ ਆਪਣੇ ਆਪਣੇ ਜਿਹੜੇ ਉੱਤਰ ਦਿੱਤੇ, ਕਿਉਂਕਿ ਉਸ ਕਿਤਾਬ ਨੂੰ ਇੱਕ ਲੇਖਕ ਨੂੰ ਥੋੜਾ ਜਿਹਾ ਪਿੱਛੇ ਨਹੀਂ ਧੱਕਦਾ, ਜਿਵੇਂ ਹੁਣ ਹਰਮਨ ਦਾ ਵਿਰੋਧ ਹੋਇਆ ਰਾਣੀ ਤੱਤ ਤੇ। ਹਾਲਾਂਕਿ ਰਾਣੀ ਤੱਤ ਇੱਕ ਇਹੋ ਜਿਹੀ ਕਿਤਾਬ ਹੈ ਜਿਹੜੀ ਪੰਜਾਬ ਦੇ ਮਤਲਬ ਘਰ ਘਰ ਤੱਕ ਗਈ, ਇੰਨੀ ਵਿਕਦੀ ਕਿਤਾਬ ਨਹੀਂ ਕੋਈ ਦੇਖੀ ਗਈ। ਪਰ ਲੇਖਕ ਦਾ ਜਦੋਂ ਇਸ ਤਰੀਕੇ ਨਾਲ ਬੁੱਧੀਜੀਵੀ ਵਿਰੋਧ ਕਰਦੇ ਨੇ, ਕੀ ਉਹ ਥੋੜਾ ਜਿਹਾ ਪਿੱਛੇ ਹਟ ਜਾਂਦਾ ਹੈਗਾ ਵੀ ਆਪਣੀ ਗੱਲ ਕਹਿਣ ਦੇ ਨਾਲ? ਉਹ ਕਹਿੰਦਾ ਵੀ ਉਵੇਂ ਜੇ ਚੱਲ ਪੋ, ਨਾਲ ਤੁਰਨ ਵਾਲੀ ਗੱਲ ਕਰ ਲੈਂਦਾ। ਨਹੀਂ, ਲੇਖਕ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਹਰਮਨ ਨੂੰ ਕੀ ਫਰਕ ਪੈਣਾ ਜਾਂ ਵਾਹਿਦ ਨੂੰ ਪਿਛਲੇ ਸਮੇਂ ਦੇ ਵਿੱਚ ਪਿੱਛੇ ਧੱਕਿਆ ਜਾਂਦਾ ਰਿਹਾ, ਕੀ ਫਰਕ ਪਿਆ? ਪੰਜਾਬੀ ਦੇ ਯੁਵਾ ਲੇਖਕ ਨੇ ਬਹੁਤ ਸਾਰੇ। ਤੁਸੀਂ ਸੰਪਾਦਕੀ ਪੜ੍ਹਿਓ, ਤਾਸਮਨ ਸਾਡਾ ਦੋਸਤ ਆ ਸਤਪਾਲ ਭੀਖੀ, ਉਹਨੇ ਅੰਕ ਕੱਢਿਆ 3, ਉਹਦੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਕਿ ਸੁਰਿੰਦਰ ਸ਼ਰਮਾ ਦੇ ਹਵਾਲੇ ਨਾਲ ਲਿਖੀ ਹੈ ਕਿ ਹਾਲ ਦੀ ਘੜੀ ਲੇਖਕ ਨਾਮ ਲੈਣ ਗਿਆ ਹੋਇਆ। ਉਹਨੇ ਵਾਹਿਦ ਦੀਆਂ 4 ਸਤਰਾਂ ਕੋਟ ਵੀ ਕੀਤੀਆਂ ਨੇ ਉਹਦੇ ਵਿੱਚ, ਕਿ ਉਹਦੀ ਵਾਹਿਦ ਦੀ ਇੱਕ ਸਤਰ ਹੈ ਕਿ ਲੇਖਕਾਂ ਨੂੰ ਆਪਣੀ ਸਤਰ ਨਾਲ, ਹੈ ਨਾ, ਲਟਕ ਕੇ ਮੈਨੂੰ ਲੱਗਦਾ ਕਿ ਫਾਂਸੀ ਜਾਂ ਫਾਹਾ ਲੈ ਲੈਣਾ ਚਾਹੀਦਾ, ਇਸ ਤਰ੍ਹਾਂ ਦੀ ਸਤਰ ਹੈ, ਮੇਰੇ ਕੰਪਲੀਟ ਯਾਦ ਨਹੀਂ। ਲੇਖ ਪਿੱਛੇ ਨਹੀਂ ਜਾਂਦਾ। ਪੰਜਾਬੀ ਦੇ ਬਹੁਤ ਲੇਖਕ ਨੇ ਜਿਨ੍ਹਾਂ ਦਾ ਪੰਜਾਬੀ ਚਿੰਤਨ ਨੇ ਨੋਟਸ ਨਹੀਂ ਲਿਆ। ਜਿਸ ਤਰ੍ਹਾਂ ਨੋਟਸ ਲੈਣਾ ਬਣਦਾ ਉਸ ਤਰ੍ਹਾਂ ਨੋਟਸ ਨਹੀਂ ਲਿਆ ਗਿਆ। ਪਿਛਲੇ ਸਾਲਾਂ ਦੇ ਵਿੱਚ, ਪਿਛਲੇ 35-40 ਦੇ ਦ੍ਰਿਸ਼ ਦੇ ਵਿੱਚ ਪੰਜਾਬੀ ਦੇ ਕਿੰਨੇ ਲੇਖਕ ਨੇ ਜਿਹੜੇ ਸਿਰਜਕ ਦੇ ਤੌਰ 'ਤੇ ਬਹੁਤ ਵੱਡੇ ਨੇ। ਪੰਜਾਬੀ ਚਿੰਤਨ ਨੂੰ ਜਿਸ ਤਰ੍ਹਾਂ ਦਾ ਨੋਟਸ ਉਹਨਾਂ ਦਾ ਲੈਣਾ ਬਣਦਾ ਸੀ, ਨੋਟਸ ਨਹੀਂ ਲਿਆ ਗਿਆ। ਉਹ ਭਾਵੇਂ ਅਵਾਰਡਾਂ ਦੇ ਵਿੱਚ, ਅਵਾਰਡ ਮਿਲਣ ਨਾਲ ਕੋਈ ਲੇਖਕ ਵੱਡਾ ਛੋਟਾ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਕੋਈ ਲੇਖਕ ਕਿਸੇ ਅਵਾਰਡ ਨੂੰ ਵੱਡਾ ਕਰ ਦਿੰਦਾ। ਜਦੋਂ ਕਿਸੇ ਬਹੁਤ ਵੱਡੇ ਬੰਦੇ ਨੂੰ ਇਨਾਮ ਮਿਲਦਾ ਕੋਈ ਵੀ, ਤਾਂ ਪਿਛਲੇ ਸਾਲ ਦੇ ਵਿੱਚ ਗੁਰਦੇਵ ਰਪਾਣਾ ਨੂੰ ਜਦੋਂ ਨਾਵਲ 'ਤੇ ਉਹਦੇ ਕਿਤਾਬ ਦੇ ਉੱਤੇ, ਕਹਾਣੀਆਂ ਦੀ ਕਿਤਾਬ ਦੇ ਉੱਤੇ ਇਨਾਮ ਮਿਲਦਾ, ਤਾਂ ਗੁਰਦੇਵ ਰਪਾਣਾ ਦੇ ਕੋਈ ਕਿੰਤੂ ਨਹੀਂ ਹੋਇਆ। ਪਰ ਉਸ ਤੋਂ ਪਹਿਲਾਂ ਜਿੰਨੇ ਵੀ ਬੰਦਿਆਂ 'ਤੇ ਇਨਾਮ ਮਿਲਦਾ ਰਿਹਾ, ਸਾਰਿਆਂ ਦੇ ਕਿੰਤੂ ਹੁੰਦੇ ਰਹਿੰਦੇ ਨੇ। ਤਾਂ
ਇਹਨਾਂ ਗੱਲਾਂ ਦਾ ਮੈਨੂੰ ਲੱਗਦਾ ਲੇਖਕ ਨਾਲ ਬਹੁਤਾ ਸੰਬੰਧ ਨਹੀਂ ਹੁੰਦਾ, ਪਰ ਸਾਡੇ ਕੋਲ ਇੱਕ ਸੰਕਟ ਇਹ ਬਣਿਆ ਹੋਇਆ ਜ਼ਰੂਰ ਕਿ ਪੰਜਾਬੀ ਦੇ ਬਹੁਤ ਸਾਰੇ ਪਾਠਕ ਨੇ, ਉਹ ਭਗਤ ਪਾਠਕ ਨੇ। ਜਿਸ ਤਰ੍ਹਾਂ ਕਿਸੇ ਸਟੇਟ ਦੇ ਭਗਤ ਹੁੰਦੇ ਨੇ, ਪਾਰਟੀਆਂ ਦੇ ਭਗਤ ਹੁੰਦੇ ਨੇ, ਪੰਜਾਬੀ ਦੇ ਵਿੱਚ ਬਹੁਤ ਸਾਰੇ ਪਾਠਕ ਹੈਗੇ ਨੇ ਜਿਹੜੇ ਭਗਤ ਨੇ। ਜੇ ਕੋਈ ਚਿੰਤਕ ਕਿਸੇ ਕਿਤਾਬ ਬਾਰੇ ਟਿੱਪਣੀ ਕਰਦਾ ਹੈ, ਉਹ ਉਸ ਕਿਤਾਬ ਨੂੰ ਬਾਅਦ 'ਚ ਪੜ੍ਹਦੇ ਆ। ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਹਵਾਲੇ ਨੇ ਜਿਹਦੇ ਵਿੱਚ ਮੈਂ ਅਕਸਰ ਗੱਲ ਸੂਹੇ ਅੱਖਰ ਦੇ ਨਾਵਲ ਮੱਖੀਆਂ ਦੀ ਕਰਦਾ ਹੁੰਦਾ। ਤਾਂ ਮੱਖੀਆਂ ਨਾਵਲ ਬਾਰੇ ਕਿਸੇ ਨੇ ਨੋਟਸ ਨਹੀਂ ਲਿਆ, ਪਰ ਜਦੋਂ ਡਾਕਟਰ ਸੁਰਜੀਤ ਸਿੰਘ ਨੇ ਉਸ ਕਿਤਾਬ ਨੂੰ ਟਿੱਪਣੀ ਕੀਤੀ, ਉਸ ਕਿਤਾਬ 'ਤੇ ਲੰਮੀ ਚੌੜੀ, ਤਾਂ ਵੱਡੇ ਪੱਧਰ 'ਤੇ ਪਾਠਕਾਂ ਨੇ ਉਹਦਾ ਨੋਟਸ ਲਿਆ। ਖਾਸ ਕਰਕੇ ਮੇਰੇ ਬਹੁਤ ਸਾਰੇ ਦੋਸਤਾਂ ਨੇ ਉਹ ਕਿਤਾਬ ਉਸ ਤੋਂ ਬਾਅਦ ਪੜ੍ਹੀ। ਉਹਨਾਂ ਨੂੰ ਲੱਗਿਆ ਕਿ ਇਹ ਕਿਤਾਬ ਅਸੀਂ ਪਹਿਲਾਂ ਕਿਉਂ ਨਹੀਂ ਪੜ੍ਹੀ, ਪਰ ਪਹਿਲਾਂ ਉਹ ਉਡੀਕਦੇ ਸੀ ਵੀ ਕੋਈ ਕਿਹੜਾ ਬੰਦਾ, ਕਿਹੜਾ ਵੱਡਾ ਬੰਦਾ। ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਕਿ ਵੱਡੇ ਬੰਦੇ ਵੱਡੀਆਂ ਕਿਤਾਬਾਂ ਬਾਰੇ ਟਿੱਪਣੀਆਂ ਕਰਨ। ਕਈ ਵਾਰੀ ਬਹੁਤ ਸਧਾਰਨ ਪਾਠਕ ਵੱਡੀ ਕਿਤਾਬ ਬਾਰੇ ਟਿੱਪਣੀ ਕਰ ਦਿੰਦਾ, ਪਰ ਪੰਜਾਬੀ ਦੇ ਵਿੱਚ ਵੱਡੀਆਂ ਕਿਤਾਬਾਂ ਹੈਗੀਆਂ ਨੇ ਜਿਨ੍ਹਾਂ ਬਾਰੇ ਗੱਲ ਨਵੇਂ ਸਿਰਿਓਂ ਤੁਰਨੀ ਚਾਹੀਦੀ ਆ। ਖਾਸ ਕਰਕੇ ਸੱਜਾ ਖੱਬਾ ਜੇ ਅਸੀਂ ਛੱਡ ਲਈਏ। ਮੇਰੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਰਹਿੰਦੇ ਨੇ ਕਿ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਦਾ ਨੋਟਸ ਨਹੀਂ ਲਿਆ ਜਾ ਸਕਦਾ। ਬਹੁਤ ਸਾਰੀਆਂ ਕਿਤਾਬਾਂ ਉਹ ਨੇ ਜਿਨ੍ਹਾਂ ਦਾ ਨੋਟਸ ਤੁਸੀਂ ਉਹਨਾਂ ਨਾਲ ਬਣਦੀ ਆ, ਤੁਹਾਡੀ ਨਹੀਂ ਬਣਦੀ, ਨੋਟਸ ਤੁਹਾਨੂੰ ਲੈਣਾ ਪੈਂਦਾ। ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੰਨਾ ਚਿਰ ਵਾਹਿਦ 35 ਦਾ ਨਹੀਂ ਹੁੰਦਾ, ਉਹਨਾਂ ਚਿਰ ਮੈਨੂੰ ਲੱਗਦਾ ਕਿ ਉਹਨੂੰ ਅਵਾਰਡ, ਉਹਦੀਆਂ ਕਿੰਨੀਆਂ ਕਿਤਾਬਾਂ ਨੇ, ਉਹਨੂੰ ਮਿਲਣਾ ਚਾਹੀਦਾ। ਕਿਉਂਕਿ ਵਾਹਿਦ ਸਮਕਾਲ ਦੇ ਵਿੱਚ, ਸਾਡੇ ਵਿੱਚ ਘੱਟੋ ਘੱਟ ਜਿੰਨੇ ਸਮਕਾਲ ਦੇ ਲੇਖਕ ਨੇ, ਬਹੁਤ, ਜਿਵੇਂ ਬਲਕਾਰ ਔਲਖ ਬਹੁਤ ਕਮਾਲ ਦਾ ਹੈ, ਮਨਜੀਤ ਪੁਰੀ ਬਹੁਤ ਕਮਾਲ ਦਾ ਹੈ, ਕਮਰ ਹੈਗਾ ਮਨ ਰੰਗੀਆਂ ਚਿੜੀਆਂ ਵਾਲਾ, ਇਰਸ਼ਾਦ ਦਾ ਲੇਖਕ, ਉਹ ਮੈਂ ਉਹਦਾ ਨਾਂ ਭੁੱਲ ਗਿਆ ਮੁੰਡੇ ਦਾ। ਸਮਕਾਲ ਦੇ ਵਿੱਚ ਬਹੁਤ ਕਮਾਲ ਦੇ ਬੰਦੇ ਹੈਗੇ ਨੇ ਜਿਹੜੇ ਨਵੀਂ ਉਮਰ ਦੇ, ਮਤਲਬ ਕਿ ਵੀਰ ਦਵਿੰਦਰ ਦੀ ਕਿਤਾਬ ਆਈ ਹੈ, ਚਿੱਟਾ ਸਿੱਧੂ ਦੀ ਕਿਤਾਬ ਆਉਂਦੀ ਹੈ, ਚਰਚਿਤ ਕਿਤਾਬਾਂ ਹੈਗੀਆਂ ਨੇ, ਜੋਤੀ ਬਾਵਾ ਦੀ ਵਾਰਤਕ ਦੀ ਕਿਤਾਬ ਆਉਂਦੀ ਹੈ, ਜਾਂ ਚਿੰਤਨ ਦੇ ਵਿੱਚ ਸਰਬਜੀਤ ਕੌਰ ਬਾਵਾ ਹੈ ਕੁੜੀ, ਸਰਜੀਤ ਸਿੰਘ ਦੀ ਸਟੂਡੈਂਟ ਆ, ਉਹਦੀਆਂ ਜਦੋਂ ਮੈਂ ਗੱਲਾਂ ਪੜ੍ਹਦਾ, ਆਲੋਚਨਾ ਦੇ ਵਿੱਚ ਉਹਦੇ ਪੇਪਰ ਪੜ੍ਹਦਾ, ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜਗਵਿੰਦਰ ਹੋਰੀ ਤਾਂ ਚਲੋ, ਜਾਂ ਨੀਤੂ, ਇਹ ਇੱਕ ਵੱਖਰਾ ਪੋਜ ਹੈ ਤਸਕੀਨ ਹੋਰਾਂ ਦਾ। ਤਾਂ ਨਵੇਂ ਬੰਦੇ ਵੀ ਆ ਰਹੇ ਨੇ, ਪਰ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਧੱਕਿਆ ਜਾ ਰਿਹਾ। ਪਰ ਮੈਨੂੰ ਲੱਗਦਾ ਕਿ ਪਿੱਛੇ ਧੱਕਣ ਨਾਲ ਲੇਖਕ ਵੱਡਾ ਹੁੰਦਾ, ਲੇਖਕ ਕਦੇ ਛੋਟਾ ਨਹੀਂ ਹੁੰਦਾ। ਹਰਮਨ ਆਪਣੀ ਤੋਰ ਤੁਰ ਰਿਹਾ ਹੈ ਨਾ, ਸੂਹੇ ਅੱਖਰ ਆਪਣੀ ਤੋਰ ਤੁਰ ਰਿਹਾ, ਕਮਰ ਆਪਣੀ ਤੋਰ ਤੁਰ ਰਿਹਾ, ਬਲਕਾਰ ਆਪਣੀ ਤੋਰ ਤੁਰ ਰਿਹਾ। ਉਹਨਾਂ ਦਾ ਕੌਣ ਨੋਟਸ ਲੈਂਦਾ, ਕੌਣ ਨੋਟਸ ਨਹੀਂ ਲੈਂਦਾ, ਇਹ ਗੱਲਾਂ ਮੈਨੇ ਨਹੀਂ ਰੱਖਦੇ ਨੇ, ਘੱਟੋ ਘੱਟ ਮੈਨੂੰ ਵੀ ਲੱਗਦਾ ਹੁੰਦਾ, ਕਿਉਂਕਿ ਮੈਂ ਖੁਦ ਵਾਰਤਕ ਕਰ ਰਿਹਾ। ਮੇਰੀ ਕਿਤਾਬ ਕਿਹਨੇ ਪੜ੍ਹੀ ਹੈ? ਤੁਸੀਂ ਪੰਜਾਬੀ ਦੀਆਂ ਬਹੁਤ ਵੱਡੇ ਪਾਠਕਾਂ ਦੀਆਂ, ਜਿਹਨੂੰ ਇਵਨ ਕਿ ਭਾਰਤੀ ਸਾਹਿਤ ਅਕਾਡਮੀ ਅਵਾਰਡ ਮਿਲਿਆ ਹੋਇਆ, ਤੁਸੀਂ ਕਦੇ RTE ਪਾ ਕੇ ਨੋਟਸ ਕਢਵਾ ਲਿਓ ਵੀ ਤੁਹਾਡੇ ਕੋਲੋਂ ਕਿੰਨੀਆਂ ਕਿਤਾਬਾਂ ਵਿਕੀਆਂ ਨੇ। ਕਈ ਵਾਰੀ 150 ਕਿਤਾਬ ਵੀ ਨਹੀਂ ਵਿਕੀ ਹੁੰਦੀ। ਤਾਂ ਕਿਤਾਬ ਦੇ ਵਿਕਣ ਨਾਲ ਬਹੁਤਾ ਸੰਬੰਧ ਨਹੀਂ ਹੁੰਦਾ ਮੈਨੂੰ ਲੱਗਦਾ। ਅਤੇ ਦੂਸਰਾ ਇਹ ਕਿ ਕਿਸੇ ਚਿੰਤਕ ਦੇ ਟਿੱਪਣੀ ਕਰਨ ਨਾਲ ਕਿਸੇ ਲੇਖਕ ਦਾ ਬਹੁਤਾ ਸੰਬੰਧ ਨਹੀਂ ਹੁੰਦਾ। ਲੇਖਕ ਨੇ ਆਪਣੇ ਆਪ ਤੁਰਨਾ ਹੁੰਦਾ, ਉਹ ਤੁਰ ਰਿਹਾ ਹੁੰਦਾ। ਇੱਕ ਪੰਜਾਬ ਦਾ ਉਹ ਦੌਰ ਸੀ ਜਿਹਨੂੰ ਆਪਾਂ ਸਾਹਿਤ, ਜਿਵੇਂ ਬਾਬੂ ਰਜਬਲੀ ਦੀ ਤੁਸੀਂ ਕਵਿਸ਼ਰੀਆਂ ਜਾਂ ਹੋਰ, ਉਹਨਾਂ ਨੂੰ ਲੋਕ ਨਿੱਠ ਕੇ ਸੁਣਦੇ ਸੀ। ਉਹ ਵੀ ਇੱਕ ਤਰ੍ਹਾਂ ਦੀ ਕਵਿਤਾ ਸੀ, ਜਾਂ ਕਿਸੇ ਵੀ ਤਰੀਕੇ ਨਾਲ ਉਹ ਲੋਕਾਂ ਤੱਕ ਜਦੋਂ ਪਹੁੰਚਦੀ ਸੀ ਤਾਂ ਲੋਕ ਉਹਦੇ ਨਾਲ ਜੁੜੇ ਹੋਏ ਸੀ। ਤਾਂ ਉਹ ਤੋਂ ਬਾਅਦ ਇੱਕ ਇਹੋ ਜਿਹਾ ਦੌਰ ਆਇਆ ਜਿਹੜੀ ਕਵਿਤਾ ਚੋਂ ਪੰਜਾਬੀ ਨਿਕਲ ਕੇ ਬਾਹਰਲੇ ਬੰਦੇ ਨਾਇਕ ਬਣਾਉਣੇ ਸ਼ੁਰੂ ਕਰਤੇ, ਜਾਂ ਉਹਨਾਂ ਨੂੰ ਇੱਕ ਹੋਰ ਵਿਚਾਰਧਾਰਾ ਨਾਲ ਜੋੜ ਕੇ, ਜਿਹੜੀ ਪੰਜਾਬ ਦੇ ਲੋਕਾਂ ਨੇ ਨਹੀਂ ਮਨਜ਼ੂਰ ਕੀਤੀ, ਤਾਂ ਉਹਦੇ ਨਾਲ ਜੋੜ ਕੇ, ਤਾਂ ਉਸ ਤੋਂ ਬਾਅਦ ਸਾਹਿਤ 'ਚ ਖੜੋਤ ਆ ਗਈ। ਕਿ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ 'ਚ ਜਿਹੜਾ ਸਾਹਿਤ ਹੈ, ਪੰਜਾਬੀ ਜਿਹੜੇ ਆਮ ਲੋਕ ਸਾਹਿਤ ਨੂੰ ਪਸੰਦ ਕਰਦੇ ਨੇ, ਉਹ ਪੰਜਾਬ ਨਾਲ ਘੱਟੋ ਘੱਟ ਜੁੜਿਆ ਹੋਵੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਰਜਬਲੀ ਦੇ ਸਮੇਂ ਬਹੁਤ ਸਾਰੇ ਪੰਜਾਬੀ ਦੇ ਕਿੱਸਾਕਾਰ ਨੇ, ਬਹੁਤ ਸਾਰੇ ਕਵੀਸ਼ਰ ਨੇ ਜਿਨ੍ਹਾਂ ਨੇ ਈਵਨ ਕਿ ਤੁਸੀਂ ਹੁਣ ਦੇਖੋਗੇ ਢਾਡੀ ਹੈਗੇ ਨੇ। ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਅਕੈਡਮਿਕ ਸਤ੍ਹਾ ਦੇ ਵਿੱਚ ਵਿਧਾਵਾਂ ਆਉਂਦੀਆਂ ਨੇ, ਨਾਵਲ, ਕਹਾਣੀ, ਕਵਿਤਾ, ਗਜ਼ਲ, ਇਹਨਾਂ ਦੀ ਬਜਾਏ ਜੇਕਰ ਪੰਜਾਬ ਦੀ ਆਇਡੈਂਟੀਟੀ ਦੀ ਕੋਈ ਗੱਲ ਲੈ ਕੇ ਆਉਂਦਾ, ਪੰਜਾਬ ਦੀ ਇਤਿਹਾਸਕਤਾ ਦੇ ਵਿੱਚੋਂ ਪੰਜਾਬ ਦੀ ਕੋਈ ਗੱਲ ਲੈ ਕੇ ਆਉਂਦਾ, ਢਾਡੀ ਲੈ ਕੇ ਆਉਂਦੇ ਨੇ, ਕਵੀਸ਼ਰ ਲੈ ਕੇ ਆਉਂਦੇ ਨੇ, ਬਾਬੂ ਰਜਬਲੀ ਹੋਰੀ, ਜਾਂ ਉਸ ਦੌਰ ਦੇ ਜਿੰਨੇ ਵੀ ਬੰਦੇ ਨੇ, ਉਹ ਆਪਣੀ, ਈਵਨ ਕਿ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਇਸ ਦੌਰ ਦੀ ਜੇਕਰ ਸਭ ਤੋਂ ਕੋਈ ਸੂਖਮਤਾ ਵਾਲੀ ਗੱਲ ਫੜ ਰਿਹਾ, ਉਹ ਗੀਤਕਾਰ ਫੜ ਰਹੇ ਨੇ। ਹਾਲਾਂਕਿ ਅਸੀਂ ਗੀਤਾਂ ਦੇ ਜ਼ਰੀਏ, ਅਸੀਂ ਗੀਤਾਂ ਨੂੰ ਕਹਿੰਦੇ ਵੀ ਗੀਤਾਂ ਦੇ ਵਿੱਚ ਕੀ ਪੇਸ਼ ਹੋ ਰਿਹਾ। ਪਿਛਲੇ ਦਿਨੀ ਪੰਜਾਬੀ ਦੀ ਇੱਕ ਵਿਦਵਾਨ ਦੀ, ਪਿਛਲੇ ਦਿਨੀ ਬਹਿਸ ਵੀ ਚੱਲੀ ਇਸ ਮਸਲੇ 'ਤੇ, ਮੈਂ ਵੀ ਇੱਕ ਟਿੱਪਣੀ ਦਿੱਤੀ ਦਿੱਲੀ ਦੇ ਸੰਬੰਧ ਵਿੱਚ, ਵੀ ਦਿੱਲੀ ਇੱਕ ਹੈ ਨਾ ਨਾਰੀ ਦਾ ਸਿੰਬਲ ਹੈ, ਅਸੀਂ ਇਹਨੂੰ, ਦਿੱਲੀ ਨੂੰ ਇਸ ਤਰ੍ਹਾਂ ਨਹੀਂ ਵਰਤਣਾ ਸ਼ੁਰੂ ਕਰਨਾ ਚਾਹੀਦਾ, ਸਾਨੂੰ ਐਵੇਂ ਨਹੀਂ ਕਰਨਾ। ਮੈਨੂੰ ਲੱਗਦਾ ਕਿ ਪੰਜਾਬੀ ਦੇ ਸਿਰਜਕ, ਪੰਜਾਬੀ ਦੇ ਕ੍ਰਿਟਿਕ, ਪੰਜਾਬੀ ਦੇ ਚਿੰਤਕ ਨੇ ਭਾਸ਼ਾ ਨੂੰ ਸਿਰਫ ਸ਼ਬਦ ਤੱਕ ਸਮਝਿਆ ਹੋਇਆ, ਪੰਜਾਬ ਨੂੰ ਸਿਰਫ ਪੰਜਾਬ ਦੇ ਲਫ਼ਜ਼ ਤੱਕ ਸਮਝਿਆ ਹੋਇਆ। ਢਾਡੀ ਤਾਂ ਤੁਸੀਂ ਕਦੇ, ਤੁਸੀਂ ਜਦੋਂ ਗੱਲ ਕਰਦੇ ਹੋ ਕਿ ਪਾਠਕ ਘਟੇ ਨੇ, ਇੱਕ ਕਿਤਾਬ ਹੈ ਜਮੇਰ ਸਿੰਘ ਦੀ ਹੀਰ ਠਾਣੇ ਪਹੁੰਚ ਗਈ, ਤੁਸੀਂ ਉਹ ਕਿਤਾਬ ਨੂੰ ਪੜ੍ਹ ਕੇ ਦੇਖੋ ਕਿ ਹੀਰ ਨੂੰ ਲੱਭਦਾ ਲੱਭਦਾ ਬੰਦਾ ਕਿਸ ਕਿਸ ਤਰੀਕੇ ਨਾਲ ਕਿੱਥੇ ਕਿੱਥੇ ਹੈ ਨਾ ਜਾਂਦਾ।
ਉਸ ਦੌਰ ਦੇ ਵਿੱਚ ਪੰਜਾਬ ਦੀ ਐਸਥੈਟਿਕਸ ਨੂੰ ਬਹੁਤ ਸਮਝਿਆ ਗਿਆ। ਹੁਣ ਦੇ ਦੌਰ ਦੇ ਵਿੱਚ ਵੀ ਬਹੁਤ ਸਾਰੀ ਵਾਰਤਕ ਹੈ, ਬਹੁਤ ਸਾਰੇ ਜਗਵਿੰਦਰ ਦੀ ਕਿਤਾਬ ਆਉਂਦੀ ਹੈ ਪਿਛਲੇ ਦਿਨੀ, ਉਹਦੇ ਵਿੱਚ ਇੱਕ ਸਾਵਰਕਰ ਬਾਰੇ ਆਰਟੀਕਲ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ। ਮੈਨੂੰ ਲੱਗਦਾ ਸਾਵਰਕਰ ਕੌਣ ਹੈ। ਤਾਂ ਇਹ ਗੱਲਾਂ ਕਿਤੇ ਨਾ ਕਿਤੇ ਸਾਨੂੰ ਸਮਝਣੀਆਂ ਚਾਹੀਦੀਆਂ ਨੇ। ਨਵਿਆਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਹੜੇ ਆਪਣੀ ਗੱਲ ਲੈ ਕੇ ਆ ਰਹੇ ਨੇ। ਪਰਵਿੰਦਰ ਹੈਗਾ, ਕਿੰਦਨਾਲ ਹੈਗਾ, ਜਾਂ ਪਲਵਿੰਦਰ ਚਹਿਲ ਹੋਰੀ ਨੇ, ਮੈਂ ਹੋਰਾਂ ਦੇ ਬਹੁਤ ਸਾਰਿਆਂ ਦੇ ਨਾਂ ਲੈ ਸਕਦਾ। ਰਮਨ ਸੰਧੂ ਹੈਗਾ, ਬਹੁਤ ਕਮਾਲ ਦਾ। ਭੁਪਿੰਦਰ ਮਾਨ ਦੀ ਕਹਾਣੀ ਦੇ ਵਿੱਚ ਵੀ ਚੰਗੀਆਂ ਗੱਲਾਂ ਸਾਨੂੰ ਮਿਲ ਜਾਂਦੀਆਂ ਨੇ। ਇਹ ਸਾਨੂੰ ਸਮਝਣਾ ਪੈਣਾ ਸਾਰਾ ਕੁਛ। ਤਾਂ ਕਾਫੀ ਗੱਲਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੇ ਬਾਰੇ 'ਚ ਤੇ ਪੰਜਾਬੀ ਆਲੋਚਨਾ ਦੇ ਬਾਰੇ 'ਚ ਪ੍ਰੋਫੈਸਰ ਗੁਰਦੀਪ ਸਿੰਘ ਜੀ ਹੋਰਾਂ ਨਾਲ ਕਰਨੀਆਂ ਸੀ, ਪਰ ਸਮਾਂ ਥੋੜ੍ਹਾ ਹੈ। ਤੇ ਆਖਰ 'ਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਅੱਜ ਦੀ ਸਾਡੀ ਇੰਟਰਵਿਊ ਰਹੀ ਹੈ, ਅਸੀਂ ਇਹਨੂੰ ਕਿਸੇ ਹੋਰ ਦਿਨ ਹੋਰ ਅੱਗੇ ਤੋਰਾਂਗੇ। ਤੇ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।